सार्थक जीवन के लिए शिक्षा। चलो जी। हाँ जी, सार्थक जीवन ਲਈ ਸਿੱਖਿਆ। ਸਿੱਖਿਆ, ਹਾਂਜੀ। ਬਸ ਵਿਦਿਨ 5 ਭੱਲਾ ਸਾਹਿਬ ਦਾ ਬਹੁਤ ਵਧੀਆ ਉਦਮ ਹੈ ਜੀ। ਇਹ ਭੱਲਾ ਸਾਹਿਬ ਨੇ ਮਤਲਬ ਇਹ ਜਿਹੜੀ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਇਹੀ ਕਹਿ ਰਿਹਾ ਸੀ ਜੋੜਾ ਸਾਹਿਬ ਵੀ ਆਈ ਨੋ ਭੱਲਾ ਸਾਹਿਬ ਨੇ ਨੂੰ ਟਵਿਸਟ ਕੀਤਾ ਕਿ ਸਾਰਿਆਂ ਦਾ ਕੰਟਰੀਬਿਊਸ਼ਨ ਹੈ, ਆਫ ਕੋਰਸ ਸਾਰਿਆਂ ਦਾ ਕੰਟਰੀਬਿਊਸ਼ਨ ਹੈ, ਬਟ ਇੱਕ ਇਨੀਸ਼ੀਏਟਰ ਜਿਹੜਾ ਬੰਦਾ ਹੁੰਦਾ ਨਾ that can be only ਅਸ਼ਵਨੀ। ਬਿਲਕੁਲ ਬਿਲਕੁਲ ਬਿਲਕੁਲ। I'm sure ਮੈਂ ਇਹਦੇ ਚ ਸਿੰਗਲਾ ਸਾਹਿਬ ਸਭ ਨੂੰ ਇਨਕਲੂਡ ਕਰ ਰਿਹਾ ਟੀਮ ਜੀ। ਬਿਲਕੁਲ ਇਹਨਾਂ ਦੀ ਪੂਰੀ ਟੀਮ ਹੈ ਜਿਹੜੀ ਸਾਰੀ। ਔਰ ਕਿਉਂਕਿ ਅਸ਼ਵਨੀ ਭੱਲਾ ਜੀ ਤਾਂ ਲਿਟਰੇਚਰ ਨਾਲ ਜੁੜੀ ਹੋਈ ਸ਼ਖਸੀਅਤ ਨੇ। ਇਹਨਾਂ ਦੀ ਕਲਮ ਨੇ ਬਹੁਤ ਵਧੀਆ ਸੁਨੇਹੇ ਦਿੱਤੇ ਆ ਜੀ ਸਮਾਜ ਨੂੰ। ਬੜੇ ਮੀਨਿੰਗਫੁਲ ਇਹਨਾਂ ਦਾ ਉਦਮ ਹੈ, ਬਹੁਤ ਬਹੁਤ ਮੀਨਿੰਗਫੁਲ। I think we should start है ना 6 Dr. Singla, Dr. BB Singla जी। सिंगला ही चाह पीन चले गए मैंने लगता है। नहीं डॉक्टर साहब स्क्रीन शेयर ऑफ कर दो रोहित जी। हाँ जी सर, कर दे करते यस सर। बस विदिन 1 मिनट प्लीज। करे ना पहला वाइस प्रेसिडेंट या जनरल सेक्रेटरी शुरू कर देना मुझे। Okay, Dr. Singla, you can start now the proceeding. Thank you sir, thank you very much. So ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਸਾਡੇ ਦੋਨੋਂ ਸਪੀਕਰਸ ਦਾ, ਸਾਰੇ ਪਾਰਟਿਸਪੈਂਟਸ ਦਾ, ਡਾਕਟਰ ਮਹੇਸ਼ ਜੋਸ਼ੀ ਜੀ ਦਾ ਜੋ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਹੋਏ ਨੇ, ਤੇ ਇਹਨਾਂ ਵਰਗੇ ਹੋਰ ਸਾਰੇ ਮਿੱਤਰਾਂ ਦਾ ਜਿਹੜੇ ਸਾਡੇ ਨਾਲ ਡਿਫਰੈਂਟ ਕੰਟਰੀਜ਼ ਤੋਂ, ਡਿਫਰੈਂਟ ਪਾਰਟਸ ਆਫ ਦਾ ਕੰਟਰੀ ਤੋਂ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇਹ ਸਾਡੀ PCMA ਵੱਲੋਂ ਜਿਹੜੀ ਸੀਰੀਜ਼ ਸਾਡੇ ਪ੍ਰੈਜ਼ੀਡੈਂਟ ਸਾਹਿਬ ਦੀ ਸੇਧ ਨਾਲ ਅਸੀਂ ਸ਼ੁਰੂ ਕੀਤੀ ਹੋਈ ਹੈ, ਐਜੂਕੇਸ਼ਨ ਫਾਰ ਮੀਨਿੰਗਫੁਲ ਲਾਈਫ, ਉਹਦਾ 5ਵਾਂ ਅੰਕ ਅਸੀਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸਾਡੇ ਦੋ ਬਹੁਤ ਹੀ ਸਾਡੇ ਹਰਮਨ ਪਿਆਰੇ ਸਪੀਕਰ ਸਰਦਾਰ ਨਿਰਮਲ ਸਿੰਘ ਜੀ ਜੋਰਾ, ਥੀਏਟਰ ਆਰਟਿਸਟ ਐਂਡ ਡਾਇਰੈਕਟਰ ਯੂਥ ਵੈਲਫੇਅਰ ਪੰਜਾਬ ਸਾਡੇ ਨਾਲ ਨੇ, ਤੇ ਸਾਥੀਓ ਸਾਡੇ ਨਾਲ ਨੇ ਦੂਸਰੇ ਸਪੀਕਰ ਡਾਕਟਰ ਸਤਿੰਦਰ ਸਿੰਘ, ਫਾਰਮਰ ਪ੍ਰੋ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ। ਇਹ ਸੀਰੀਜ਼ ਅਸੀਂ ਸ਼ੁਰੂ ਕੀਤੀ ਹੈ ਯੰਗ ਜਨਰੇਸ਼ਨ ਨੂੰ ਖਾਸ ਕਰਕੇ ਇਹ ਸੇਧ ਦੇਣ ਲਈ ਕਿ ਐਜੂਕੇਸ਼ਨ ਦਾ ਕੀ ਮੀਨਿੰਗ ਹੈ ਸਾਡੀ ਲਾਈਫ ਦੇ ਵਿੱਚ। ਐਜੂਕੇਸ਼ਨ ਸਿਰਫ ਡਿਗਰੀ ਪ੍ਰਾਪਤ ਕਰਨਾ ਹੀ ਨਹੀਂ ਹੈ, ਇਹ ਸਾਡੀ ਜ਼ਿੰਦਗੀ ਨੂੰ ਕੋਈ ਸੇਧ ਦੇ ਰਹੀ ਹੈ, ਸਾਡੀ ਜ਼ਿੰਦਗੀ ਦੇ ਵਿੱਚ ਇਹਦੀ ਕੀ ਮੁੱਲ ਹੈ, ਕੀ ਵਿਸ਼ੇਸ਼ਤਾ, ਤੇ ਕਿਵੇਂ ਅਸੀਂ ਇਹਦੇ ਨਾਲ ਅੱਗੇ ਵਧਦੇ ਜਾ ਰਹੇ ਹਾਂ, ਤੇ ਸਾਨੂੰ ਇਹ ਤੋਂ ਕੀ ਹੋਰ ਚੀਜ਼ਾਂ ਪ੍ਰਾਪਤ ਹੋ ਰਹੀਆਂ ਨੇ, ਮਟੀਰੀਅਲਿਸਟਿਕ ਚੀਜ਼ਾਂ ਨੂੰ ਛੱਡ ਕੇ ਹੋਰ ਜ਼ਿੰਦਗੀ ਦੀਆਂ ਕਿਹੜੀਆਂ ਅਲੱਗ-ਅਲੱਗ ਪ੍ਰਾਪਤੀਆਂ ਅਸੀਂ ਐਜੂਕੇਸ਼ਨ ਨਾਲ ਕਰ ਸਕਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਲਾਈਫ ਦੇ ਵਿੱਚ, ਰੋਜ਼ਾਨਾ ਸਾਡੇ ਬਿਹੇਵੀਅਰ ਦੇ ਵਿੱਚ। ਸੋ ਇਹ ਸਾਰਾ ਕੁਝ ਸਾਡੇ ਪ੍ਰੈਜ਼ੀਡੈਂਟ ਸਾਹਿਬ ਡਾਕਟਰ ਅਸ਼ਵਨੀ ਭੱਲਾ ਜੀ ਨੇ, ਉਹਨਾਂ ਨੇ ਇਹ ਜਿਹੜਾ ਸ਼ੁਰੂ ਕੀਤਾ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ। ਅਸੀਂ 4 ਅੰਕ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਚੁੱਕੇ ਹਾਂ, ਇਹ 5ਵਾਂ ਅੰਕ ਅੱਜ ਸ਼ੇਅਰ ਕਰ ਰਹੇ ਹਾਂ, ਤੇ ਮੈਂ ਹੁਣ ਡਾਕਟਰ ਅਸ਼ਵਨੀ ਭੱਲਾ ਜੀ ਨੂੰ, ਪ੍ਰੈਜ਼ੀਡੈਂਟ PCMA ਨੂੰ ਬੇਨਤੀ ਕਰਾਂਗਾ ਕਿ ਲੈਟ ਅਸ ਸਟਾਰਟ the proceeding. Dr. Palla, I invite Dr. Palla. बहुत शुक्रिया डॉक्टर भारतभूषण सिंगला जी, साडे एग्जीक्यूटिव वाइस प्रेसिडेंट पंजाब कॉमर्स एंड मैनेजमेंट एसोसीएशन दे, रोहित जी जिहड़े साडे ज्वाइंट सैकटरी ने। इस तो इलावा साडे अज दे जो वक्ता ने, मैं समझदा कि पंजाबी साहित्य दे विच इन्हां दोहां ही वक्तावां दा बहुत ही नुमाया रोल है। और अज दे जिहड़े 2 वक्ता एक मिश्रण है, एक पासे साडे कोल यंग जनरेशन है और जिस दे मन दे अंदर बहुत वड्डे वड्डे वलवले ने कि मैं अज दे यूथ नूं किवें सेध देवां,
और इस कोविड पीरियड के दौरान मैं जिक्र कर रहा डॉक्टर निर्मल जौड़ा जी जिहड़े कि साडे पंजाब यूनिवर्सिटी के डायरैक्टर यूथ वैलफेयर भी ने, थिएटर आर्टिस्ट भी ने, बहुत वधिया कलाकार ने, लिखारी बहुत वधिया, नाटक भी लिखे ने इन्होंने, और बहुत सारिया पुस्तकां पंजाबी साहित्य नूं इन्होंने दित्तियां। पंजाब खेतीबाड़ी यूनिवर्सिटी के नाल भी वाबस्ता ने, उत्थों अजकल डेपूटेशन ते है पंजाब यूनिवर्सिटी चंडीगढ़ दे विच। लेकिन मैं समझदा कि पंजाब साडा सुभागा है कि निर्मल जौड़ा वर्गा एक होनहार ते नौजवान साथी जिहड़ा है वो साडे नौजवानां नूं इहने कोविड पीरियड के दौरान भी एक्टिवेट करी रखिया। उन्हां दे लई बहुत सारे प्रोग्राम आयोजित कीते। सिक्ख्या का सही अर्थ की है वो समझाउण दी कोशिश की, क्योंकि सिक्ख्या जिहड़ा है वो केवल किताबां विच लिखिया होया ज्ञान ही नहीं सिक्ख्या है। सिक्ख्या वो है जदों असीं कार विहार दे विच विचरदियां होया, अपने समाज दे विच विचरदियां होया जो प्राप्तियां असीं करदे हां जां लोकां दे नाल जो संबंध पैदा करदे हां, उहदे तो भी बहुत कुछ सिक्ख्या जाता है, जिहदे विच साडी कला, साडा साहित्य, साडे बहुत ही साहित्य दीयां वणगियां वो सारा कुछ एक नुमाया रोल अदा करदियां। और मैं समझदा कि निर्मल जौड़ा जी ने पिछले 3 महीनों के दौरान जो उदाहरण साडे सामने सारियां दे पेश किया है, एक बहुत ही एक्टिव यूथ वैलफेयर के डायरैक्टर के तौर के उत्ते वो बिल्कुल ही शलाघायोग है। और इसे करके साडा बड़ा मन सी कि जिहड़ा प्लेटफॉर्म असीं शुरू किया है कि अजोके समय दे विच जिहड़ी साडी सिक्ख्या है वो किवें एक मीनिंगफुल लाइफ दे वास्ते सहाई हो सकती है, और सिक्ख्या के किहड़े-किहड़े आयाम हो सकते हैं, उन्हां सारियां गल्लां वास्ते निर्मल जौड़ा जी साडे पास आउण। मैं इन्हां दा स्वागत करदा इस मंच तो पंजाब कॉमर्स एंड मैनेजमेंट एसोसीएशन। दूजे पासे साडे पास एक तजर्बे वाली शख्सियत है जिन्हें गुरु नानक देव यूनिवर्सिटी दे विच बहुत सारे अहुदियां दे उत्ते काम किया। और मैनू पता है कि जो मैं भी यूनिवर्सिटी दे विच पढ़दा हुंदा सी ते डॉक्टर सतिंदर दा नाम जिहड़ा उत्थे बड़े अदब दे नाल लिया जाता सी गुरु नानक देव यूनिवर्सिटी दे विच, क्योंकि असीं देखदे हुंदे सी कदी ये साडे डीन स्टूडेंट्स वैलफेयर रहे, साडे डीन रिसर्च रहे, डीन लैंग्वेजेस रहे, डीन एकेडैमिक अफेयर्स रहे। इस तो इलावा होर बहुत सारिया यूनिवर्सिटी का किहड़ा काम सी गुरु नानक देव यूनिवर्सिटी का जिथे डॉक्टर सतिंदर जिहड़े है वो एक्टिव नहीं सी, और युवकां नूं सेध देण दे विच इन्हां ने एक नुमाया रोल अदा किया होया। नैक दे ये बहुत सारिया जिहड़ियां कमेटीज इंस्पैक्शन वास्ते जांदियां उन्हां दे चेयरपर्सन रहे, यूजीसी दे एमराइटिस फैलो रहे, और ये एक मुजस्मा है पंजाबी अते अंग्रेजी दोनों का। इन्हां ने MA पंजाबी भी की हुई है, MA अंग्रेजी भी की हुई है, और 1976 दे विच इन्हां ने PhD भी की, और लंबा समा लगभग 40 साल इन्होंने गुरु नानक देव यूनिवर्सिटी की बतौर अध्यापन के तौर पर सेवा भी की। सो अज एक मिश्रण है तजर्बे का ते एक जवानी का, नौजवान का। सो इस करके मैनू लगता कि अज की जिहड़ी वार्तालाप है कि सिक्ख्या नूं असीं मीनिंगफुल किवें बनाईए एजुकेशन के वास्ते, उहदे लई ये दोहें जिहड़े है बड़ी वड्डी सेध सानूं दे सकदे आ। इसे करके साडी इच्छा सी, मैं डॉक्टर सतिंदर जी नूं भी बेनती की कि तुसीं साडे मंच ते आओ। ते पहला थोड़े जे हैजिटेंट सीगे कि अपना किसी होर कोलों करवा लो, लेकिन इन्हां ने फिर साडी जिहड़ी बेनती है उस स्वीकार की। मैं इन्हां नूं पहला भी बहुत बार सुनिया होया, यूनिवर्सिटी दे विच रहिंदियां भी पढ़दियां होया भी। सो अज असीं सुभागे हां कि दोनों शख्सियतां दा सानूं जिहड़ा वो आशीर्वाद, एक तां साडा दोस्त ही है, साडी उम्र दा ही है, ਉਹਦੀ ਤਾਂ ਸਾਨੂੰ ਸੇਧ ਮਿਲਦੀ ਰਹਿੰਦੀ ਹੈ। ਲੇਕਿन डॉक्टर साहब ਤੁਹਾਡੀ ਸਤਿੰਦਰ जी ਤੁਹਾਡੀ ਸੇਧ ਜਿਹੜੀ ਹੈ ਉਹ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ। ਸੋ मैं ਤੁਹਾਡਾ ਦੋਹਾਂ ਦਾ ਸਵਾਗਤ ਕਰਦਾ। डॉक्टर बीबी सिंगला जी ने जिवें जिक्र किया कि अज दे जिहड़ा प्रोग्राम है, जिहड़ी असीं लड़ी चलाई हुई है एजुकेशन फॉर मीनिंगफुल लाइफ, बेसिकली इहदा मंतव यह है कि कुछ सवाल ने जिहड़े खड़े हो गए हैं जिन्हां दा जवाब लभना बहुत जरूरी है। कि पहला सवाल तो यही है कि सिक्ख्या मनुखी व्यवहार विच किन्नी कुछ सहाई है, की रोल अदा कर सकती है। असीं एक ऐसी सिचुएशन दे विच अजकल फसे हुए हैं कि साडा घरों बाहर निकलना औखा होया होया है, साडे मनुखी व्यवहार बदलते जा रहे हैं। ਅਸੀਂ ਅੱਜਕੱਲ सोशल डिस्टेंसिंग की गल कर रहे हैं, जिहड़ा कि गलत शब्द है। बेसिकली तो फिजिकल डिस्टेंसिंग होना चाहिए सी, लेकिन ਅਸੀਂ ਇਹਨੂੰ सोशल डिस्टेंसिंग कहन लग गए। लेकिन ਵੱਖਰੇ तौर पर ਰਹਿੰਦਿਆਂ ਹੋਇਆਂ ਵੀ ਇੱਕ ਦੂਜੇ ਦੇ ਨਾਲ फेस टू फेस ना मिलदिਆਂ ਹੋਇਆਂ ਵੀ ਅਸੀਂ ਆਪਣੇ ਵਿਵਹਾਰਾਂ ਨੂੰ ਕਿਵੇਂ ਰੈਗੂਲੇਟ ਕਰ ਸਕਦੇ ਹਾਂ ਤਾਂ ਕਿ ਅਸੀਂ ਇੱਕ ਚੰਗਾ ਜੀਵਨ ਜਿਹੜਾ ਉਹ ਸਾਰਥਕ ਜੀਵਨ ਜਿਉ ਸਕੀਏ। ਇਹ ਵੀ ਦੇਖਣ ਦੇ ਵਿੱਚ ਆਇਆ ਕਿ ਸਾਡੀਆਂ ਸਿੱਖਿਆ ਨੀਤੀਆਂ ਦੇ ਵਿੱਚ ਅੱਜਕੱਲ ਬੜੀ ਖਿੱਚੋਤਾਣ ਚੱਲ ਰਹੀ ਹੈ। ਸਾਡੀਆਂ ਸੰਸਥਾਵਾਂ
ਸਹੀ ਤਰੀਕੇ ਨਾਲ ਨਿਰਣਾ ਨਹੀਂ ਲੈ ਪਾ ਰਹੀਆਂ। ਸਾਡੇ ਜਿਹੜੇ ਸਿੱਖਿਆ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਰੋਜ਼ਗਾਰ ਦੇ ਨਾਂ ਤੇ, ਰੋਜ਼ਗਾਰ ਮੁਖੀ ਕੋਰਸਾਂ ਦੇ ਨਾਂ ਤੇ ਖਿੱਚੋਤਾਣ ਚੱਲ ਰਹੀ ਹੈ। ਉਹ ਦੁਕਾਨਾਂ ਬਣ ਕੇ ਰਹਿ ਗਈਆਂ। ਸਕਿੱਲ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸਿੱਖਿਆ ਦਾ ਵਪਾਰੀਕਰਨ ਹੁੰਦਾ ਜਾ ਰਿਹਾ ਹੈ। ਔਰ ਮੁੱਢਲੇ ਤੌਰ ਤੇ ਜੇ ਮੈਂ ਕਹਾਂ ਕਿ ਸਿੱਖਿਆ ਸਾਡੀ ਸੰਸਕ੍ਰਿਤੀ ਤੋਂ, ਸਾਡੇ ਸੱਭਿਆਚਾਰ ਤੋਂ ਕਿਤੇ ਨਾ ਕਿਤੇ ਨਿਖੜਦੀ ਜਾ ਰਹੀ ਹੈ। ਔਰ ਮੈਨੂੰ ਜੇਕਰ ਇਹ ਤੇ ਸੁਧਾਰ ਨਾ ਕੀਤਾ ਗਿਆ, ਜੇ ਸਾਡੇ ਵਰਗੀਆਂ ਸੰਸਥਾਵਾਂ ਜਾਂ ਜਿਹੜੇ ਲੋਕ ਅੱਜ ਸਾਡੇ ਨਾਲ ਜੁੜੇ ਹੈ, ਜੇ ਇਹਨਾਂ ਨੇ ਰਲ ਕੇ ਹੰਬਲਾ ਨਾ ਮਾਰਿਆ ਤਾਂ ਆਉਣ ਵਾਲੀ ਸਥਿਤੀ ਜਿਹੜੀ ਹੈ ਹੋਰ ਹੀ ਬਹੁਤ ਭਿਆਨਕ ਹੋ ਸਕਦੀ ਹੈ। ਸੋ ਇਹੀ ਜਿਹੀ ਸਥਿਤੀ ਨਾ ਆਵੇ, ਲੋਕ ਸਾਡੇ ਵਿਦਿਆਰਥੀਆਂ ਨੂੰ ਸੇਧ ਮਿਲਦੀ ਰਹੇ, ਸਿੱਖਿਆ ਦਾ ਹੋਰ ਪਸਾਰਾ ਹੋਵੇ ਔਰ ਐਸਾ ਪਸਾਰਾ ਹੋਵੇ ਕਿ ਅਸੀਂ ਸਿੱਖਿਆ ਨੂੰ ਜੀਵਨ ਦੇ ਲਈ ਇੱਕ ਸਾਰਥਕ ਬਣਾ ਸਕੀਏ। ਇਹਨਾਂ ਸਾਰੇ ਚੀਜ਼ਾਂ ਨੂੰ ਲੈ ਕੇ ਅਸੀਂ ਇਹ ਸੀਰੀਜ਼ ਸ਼ੁਰੂ ਕੀਤੀ ਸੀ। ਬਹੁਤ ਸਾਰੇ ਵਿਦਵਾਨ ਸਾਡੇ ਨਾਲ ਪਹਿਲਾਂ ਵੀ ਜੁੜ ਕੇ ਗਏ ਨੇ। ਅੱਜ ਪੰਜਵਾਂ ਪ੍ਰੋਗਰਾਮ ਅਸੀਂ ਅਜੇ ਕਰ ਰਹੇ ਹਾਂ। ਮੈਂ ਇੱਕ ਵਾਰ ਫੇਰ ਤੁਹਾਡਾ ਬਹੁਤ ਸਵਾਗਤ ਕਰਦਾ ਤੇ ਲੇਕਿਨ ਸਭ ਤੋਂ ਪਹਿਲਾਂ ਸਾਡੇ ਨੌਜਵਾਨ ਆਗੂ, ਸਾਡੇ ਨੌਜਵਾਨ ਦੋਸਤ ਡਾਕਟਰ ਨਿਰਮਲ ਜੌੜਾ ਜੀ, ਜਿਹੜੇ ਕਿ ਸਾਡੇ ਡਾਇਰੈਕਟਰ ਯੂਥ ਵੈਲਫੇਅਰ ਵੀ ਨੇ ਪੰਜਾਬ ਯੂਨੀਵਰਸਿਟੀ ਦੇ। ਵੱਡੀ ਗੱਲ ਇਹ ਹੈ ਕਿ ਇਹ ਦੋਸਤਾਂ ਦਾ ਦੋਸਤ ਹੈ ਔਰ ਹਮੇਸ਼ਾ ਖਿੜੇ ਮੱਥੇ ਰਹਿੰਦਾ ਹੈ। ਬਹੁਤ ਵਧੀਆ ਬੁਲਾਰਾ ਹੈ ਤੇ ਹਮੇਸ਼ਾ ਵਿਦਿਆਰਥੀਆਂ ਦੇ ਭਲੇ ਦੀ ਗੱਲ ਕਰਦਾ ਹੈ। ਮੈਂ ਉਹਨੂੰ ਬੇਨਤੀ ਕਰੂੰਗਾ ਡਾਕਟਰ ਜੌੜਾ ਜੀ ਨੂੰ ਕਿ ਉਹ ਆਪਣਾ ਵਕਤਵ ਦੇਣ। ਡਾਕਟਰ ਨਿਰਮਲ ਜੌੜਾ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਅਸ਼ਵਨੀ ਭੱਲਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਕਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੇਰੀ ਆਵਾਜ਼ ਆ ਰਹੀ ਹੈ ਅਸ਼ਵਨੀ ਜੀ ਤੁਹਾਡੇ ਤੱਕ? ਬਹੁਤ ਸੁੰਦਰ, ਬਹੁਤ ਸੁੰਦਰ। ਥੈਂਕ ਯੂ ਸਰ, ਥੈਂਕ ਯੂ। ਸੋ ਡਾਕਟਰ ਅਸ਼ਵਨੀ ਭੱਲਾ ਜੀ, ਡਾਕਟਰ ਬੀਬੀ ਸਿੰਗਲਾ ਜੀ ਔਰ ਇਸ ਵਿੱਚ ਜੁੜੇ ਮੇਰੇ ਦੋਸਤ ਡਾਕਟਰ ਮਹੇਸ਼ ਜੀ ਔਰ ਖਾਸ ਤੌਰ ਤੇ ਡਾਕਟਰ ਸਤਿੰਦਰ ਸਿੰਘ ਜੀ, ਜਿਹੜੇ ਪ੍ਰੋ ਵਾਈਸ ਚਾਂਸਲਰ ਰਹੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਤੇ ਸਾਰੇ ਦੇ ਸਾਰੇ ਪਾਰਟਿਸਪੇਟਸ ਨੂੰ ਮੈਂ ਆਪਣੇ ਵੱਲੋਂ ਗੁਰਫਤਿਹ ਬੁਲਾਉਣਾ, ਨਮਸਕਾਰ ਕਰਦਾ। ਔਰ ਮੈਂ ਧੰਨਵਾਦੀ ਹਾਂ ਡਾਕਟਰ ਅਸ਼ਵਨੀ ਭੱਲਾ, ਡਾਕਟਰ ਸਿੰਗਲਾ ਤੇ ਉਹਨਾਂ ਦੀ ਪੂਰੀ ਐਸੋਸੀਏਸ਼ਨ ਦਾ ਕਿ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਐਜੂਕੇਸ਼ਨ ਸੈਕਟਰ ਦੀਆਂ ਸ਼ਖਸੀਅਤਾਂ ਦੇ ਰੂਬਰੂ ਹੋ ਸਕਾਂ, ਆਪਣੇ ਦਿਲ ਦੀ ਗੱਲ ਕਰ ਸਕਾਂ ਇਸ ਸਬਜੈਕਟ ਦੇ ਬਹਾਨੇ ਕਿ ਜਿਹੜਾ ਅਸੀਂ ਸਾਰਥਕ ਜੀਵਨ ਦੇ ਵਿੱਚ ਸਿੱਖਿਆ ਦਾ ਕੀ ਯੋਗਦਾਨ ਹੈ। ਸਭ ਤੋਂ ਪਹਿਲਾਂ ਤਾਂ ਭੱਲਾ ਸਾਹਿਬ, ਮੈਂ ਇਸ ਕਰਕੇ ਵੀ ਤੁਹਾਡਾ ਧੰਨਵਾਦੀ ਹਾਂ ਕਿ ਮੈਨੂੰ ਤੁਸੀਂ ਡਾਕਟਰ ਸਤਿੰਦਰ ਸਿੰਘ ਹੋਰਾਂ ਦੇ ਇਸ ਪੈਨਲ ਦੇ ਵਿੱਚ ਪਾਇਆ। ਜਦੋਂ ਤੁਸੀਂ ਕਿਸੇ ਵੱਡੀ ਸ਼ਖਸੀਅਤ ਦੇ ਨਾਲ ਜੁੜ ਕੇ ਬਹਿੰਦੇ ਆ, ਮਤਲਬ ਡਾਕਟਰ ਸਤਿੰਦਰ ਸਿੰਘ ਹੋਰਾਂ ਦਾ ਕੱਦ ਮੈਂ ਜਾਣਦਾ ਕਿ ਮੈਂ ਜਦੋਂ MSc ਕਰਦਾ ਸੀ ਤਾਂ ਉਦੋਂ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ ਵਾਈਸ ਚਾਂਸਲਰ ਸੀ। ਮੈਂ ਇਹਨਾਂ ਨੂੰ ਸੁਣਿਆ, ਇਹਨਾਂ ਦੀ ਸ਼ਖਸੀਅਤ ਤੋਂ, ਇਹਨਾਂ ਦੇ ਬੋਲਾਂ ਤੋਂ ਮੈਂ ਹਮੇਸ਼ਾ ਹੀ ਪ੍ਰਭਾਵਿਤ ਰਿਹਾ। ਔਰ ਇਹ ਗੱਲ ਕਿਸੇ ਕਨਵੋਕੇਸ਼ਨ ਦੇ ਮੌਕੇ ਹੀ ਮੈਂ ਸੁਣੀ ਕਿ ਇਹਨਾਂ ਨੇ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਦੇ ਵਿੱਚ ਮੁਹਾਰਤ ਹਾਸਲ ਕੀਤੀ। ਤੇ ਮੈਂ ਡਾਕਟਰ ਸਾਹਿਬ ਤੁਹਾਨੂੰ ਅੱਜ ਇਹ ਦੱਸਣਾ ਚਾਹੁੰਦਾ ਕਿ ਉਸੇ ਵੇਲੇ ਉਦੋਂ ਮੈਂ MSc ਕਰਦਾ ਸੀ ਤੇ ਮੈਂ ਸੋਚਿਆ ਵੀ ਜੇ ਡਾਕਟਰ ਸਾਹਿਬ ਅੰਗਰੇਜ਼ੀ ਦੇ ਨਾਲ ਪੰਜਾਬੀ ਦੀ ਮੁਹਾਰਤ ਕਰ ਸਕਦੇ ਆ ਤਾਂ ਮੈਂ ਸਾਇੰਸ ਸਟੂਡੈਂਟ ਹਾਂ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ MSc ਕਰਦਾ ਸੀ। ਫਿਰ ਮੈਂ ਪਰਮਿਸ਼ਨ ਲੈ ਕੇ ਨਾਲ ਦੀ ਨਾਲ MA ਪੰਜਾਬੀ ਯੂਨੀਵਰਸਿਟੀ ਤੋਂ ਕੀਤੀ। ਸੋ ਮਤਲਬ ਮੈਂ ਆਪਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਦੇ ਵਿੱਚ ਅੱਜ ਦੇ ਦਿਨ ਦੀ ਪ੍ਰਾਪਤੀ ਮੇਰੀ ਇੱਕ ਵਰਕਾ ਇਹ ਹੈ ਕਿ ਮੈਂ ਡਾਕਟਰ ਸਤਿੰਦਰ ਸਿੰਘ ਹੋਰਾਂ ਦੇ ਨਾਲ ਇੱਕ ਮੰਚ ਸਾਂਝਾ ਕੀਤਾ, ਐਡੀ ਵੱਡੀ ਸ਼ਖਸੀਅਤ ਦੇ ਨਾਲ, ਐਡੇ ਵੱਡੇ ਵਿਚਾਰਾਂ ਵਾਲੇ ਸ਼ਖਸ ਦੇ ਨਾਲ। ਸੋ ਅੱਜ ਦਾ ਜਿਹੜਾ ਵਿਸ਼ਾ ਹੈ, ਕਿਉਂਕਿ ਮੈਂ ਜਿਹੜੇ 10-15-20 ਮਿੰਟ ਤੁਹਾਡੇ ਨਾਲ ਸਾਂਝੇ ਕਰਨੇ ਆ ਦੋਸਤੋ, ਕਿਉਂਕਿ ਤੁਸੀਂ ਸਾਰੇ ਐਜੂਕੇਸ਼ਨ ਸੈਕਟਰ ਦੇ ਨਾਲ ਜੁੜੇ ਆ ਔਰ ਮੈਂ ਖੁਦ ਇੱਕ ਟੀਚਰ ਹਾਂ। ਮੈਂ ਲਗਾਤਾਰ 20 ਸਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੜ੍ਹਾਇਆ। 2012 ਤੋਂ ਲੈ ਕੇ ਮੈਂ ਨਰੋਲ ਜਿਹੜੀ ਯੂਥ ਐਕਟੀਵਿਟੀ ਆ ਉਹਦੇ ਨਾਲ ਜੁੜਿਆ। ਜਿਹੜਾ ਅੱਜ ਦਾ ਸਬਜੈਕਟ ਆ ਸਾਡਾ ਕਿ ਸਿੱਖਿਆ ਦਾ ਮੀਨਿੰਗਫੁਲ ਲਾਈਫ ਦੇ ਵਿੱਚ ਕੀ ਯੋਗਦਾਨ ਹੈ ਜਾਂ ਸਾਰਥਕ ਜੀਵਨ ਦੇ ਵਿੱਚ ਕੀ ਯੋਗਦਾਨ ਹੈ। ਤੇ ਮੈਂ ਸ਼ੁਰੂ ਤੋਂ ਇਹ ਸਬਜੈਕਟ ਤੁਸੀਂ ਅੱਜ ਦਿੱਤਾ, ਲੇਕਿਨ ਮੈਂ ਕਈ ਵਾਰ ਜਦੋਂ ਡਾਕਟਰ ਅਸ਼ਵਨੀ ਭੱਲਾ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਤਾਂ ਅਸੀਂ ਮੀਨਿੰਗਫੁਲ ਲਾਈਫ ਕਹਿੰਦੇ ਕਿਹਨੂੰ, ਕਿ ਅਸੀਂ ਇਸ ਵੇਲੇ ਮੀਨਿੰਗਫੁਲ ਲਾਈਫ ਜਿਉ ਰਹੇ ਹਾਂ, ਕੀ ਸਾਰਥਕ ਜ਼ਿੰਦਗੀ ਇਸ ਵੇਲੇ ਜਿਉ ਰਹੇ ਹਾਂ। ਤਾਂ ਮੀਨਿੰਗਫੁਲ ਲਾਈਫ ਉਹ ਬੰਦਾ ਜਿਉਂਦਾ ਜਿਹਦੀ ਪਰਸਨੈਲਿਟੀ, ਜਿਹਦੀ ਸ਼ਖਸੀਅਤ ਪੂਰੀ ਤਰ੍ਹਾਂ ਡਿਵੈਲਪ ਹੋ ਗਈ, ਜਿਹਦੇ ਵਿੱਚ 1% ਚਾਂਸ ਨਹੀਂ ਕਿ ਉਹਦੇ ਵਿੱਚ ਹੋਰ ਕਿਸੇ ਕਿਸਮ ਦਾ ਵਾਧਾ ਕੀਤਾ ਜਾ ਸਕੇ। ਤੇ ਸ਼ਖਸੀਅਤ ਵਿਕਾਸ ਬਾਰੇ ਜਦੋਂ ਅਸੀਂ ਇਹਦੀ ਡੈਫੀਨੇਸ਼ਨ ਦਿੰਦੇ ਹਾਂ ਤਾਂ ਸਾਡੇ ਲਈ ਬਹੁਤ ਔਖਾ ਹੋ ਜਾਂਦਾ ਕਿਸੇ ਵਿਦਿਆਰਥੀਆਂ ਦੇ ਗਰੁੱਪ ਨਾਲ ਗੱਲ ਕਰਨੀ ਕਿ ਤੁਹਾਡੀ ਪਰਸਨੈਲਿਟੀ ਡਿਵੈਲਪ ਹੋਈ ਜਾਂ ਨਹੀਂ ਹੋਈ। ਤਾਂ ਮੈਂ ਆਪਣੇ ਤੌਰ ਤੇ ਇਸ ਨਤੀਜੇ ਤੇ ਪਹੁੰਚਿਆ ਕਿ ਸ਼ਖਸੀਅਤ ਵਿਕਾਸ ਦਾ ਸਭ ਤੋਂ ਵੱਡਾ ਮਾਪਦੰਡ ਇਹ ਆ ਕਿ ਉਹ ਬੰਦਾ ਸ਼ਖਸੀਅਤ ਦੇ ਤੌਰ ਤੇ ਪੂਰੀ ਤਰ੍ਹਾਂ ਵਿਕਾਸ ਹੋ ਚੁੱਕਿਆ ਹੁੰਦਾ ਜਿਹੜਾ ਬੰਦਾ ਆਪਣੇ ਰਾਜ ਭਾਗ ਦੇ ਵੇਲੇ, ਆਪਣੇ ਉੱਚੇ ਰੁਤਬੇ ਦੇ ਵੇਲੇ, ਆਪਣੇ ਉਸ ਅਮੀਰੀਪਨ ਦੇ ਵੇਲੇ ਚਿਹਰੇ ਤੇ ਹੰਕਾਰ ਦਾ ਕੋਈ ਵੀ ਚਿੰਨ੍ਹ ਨਾ ਲੈ ਕੇ ਆਵੇ। ਤੇ ਉਹੀ ਬੰਦਾ ਜਦੋਂ ਸੜਕ ਤੇ ਆ ਜੇ
ਭਿਖਾਰੀ ਬਣ ਜੇ ਤੇ ਉਹਦੇ ਚਿਹਰੇ ਤੇ ਕਿਸੇ ਵੀ ਕਿਸਮ ਦਾ ਹਉਮੈ ਜਾਂ ਉਹਦੇ ਚਿਹਰੇ ਤੇ ਕਿਸੇ ਵੀ ਕਿਸਮ ਦਾ ਡਰ, ਸ਼ਿਕਵਾ ਜਾਂ ਇਸ ਤਰ੍ਹਾਂ ਦਾ ਕੋਈ ਭੈ ਨਹੀਂ ਹੋਣਾ ਚਾਹੀਦਾ ਕਿ ਮੇਰੇ ਕੋਲੋਂ ਸਾਰਾ ਕੁਝ ਖਿਸ ਗਿਆ। ਮੈਂ ਸਾਡੇ ਇਤਿਹਾਸ ਦੇ ਵਿੱਚੋਂ, ਮੈਂ ਕਈ ਵਾਰੀ ਵਿਦਿਆਰਥੀਆਂ ਨੂੰ ਉਦਾਹਰਨ ਦਿੰਦਾ ਹੁੰਦਾ ਕਿ ਸਾਡੇ ਇਤਿਹਾਸ ਦੇ ਵਿੱਚੋਂ, ਜਿਹੜਾ ਭਾਰਤ ਦਾ ਇਤਿਹਾਸ ਆ, ਉਹਦੇ ਵਿੱਚੋਂ ਤੁਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ, ਸਾਹਿਬ ਗੁਰੂ ਨਾਨਕ ਦੇਵ ਜੀ ਨੂੰ, ਔਰ ਜਦੋਂ ਤੁਸੀਂ ਰਾਮਾਇਣ ਦੇਖਦੇ ਆ ਤਾਂ ਤੁਸੀਂ ਰਾਮਾਇਣ ਦਾ ਉਹ ਪਾਠ ਜਦੋਂ ਦੇਖਦੇ ਆ ਕਿ ਜਿਹਦੇ ਵਿੱਚ ਰਾਮ ਜੀ ਨੂੰ ਜਦੋਂ ਬਨਵਾਸ ਹੁੰਦਾ ਤਾਂ ਜਦੋਂ ਉਹ ਜਾਂਦੇ ਆ ਤੇ ਇੱਕ ਰਾਜ ਘਰਾਣੇ ਦਾ ਜਦੋਂ ਮਤਲਬ ਸ਼ਾਹ ਸਵਾਰ ਬੰਦਾ ਸਾਰਾ ਕੁਝ ਛੱਡ ਕੇ ਉਹਨੂੰ ਮਤਲਬ ਜਾਣਾ ਪਵੇ ਬਨਵਾਸ ਦੇ ਉੱਪਰ, ਸਾਰਾ ਫਕੀਰ ਬਣ ਜੇ, ਤਾਂ ਉਹਦੇ ਚਿਹਰੇ ਤੇ ਕੋਈ ਸ਼ਿਕਵਾ ਦੇਖਿਆ, ਉਹਦੇ ਚਿਹਰੇ ਤੇ ਉਦਾਸੀ ਦੇਖੀ? ਜੇ ਨਹੀਂ ਦੇਖੀ ਤਾਂ ਇਹਦਾ ਮਤਲਬ ਉਹ ਸ਼ਖਸ ਦੀ ਜਿਹੜੀ ਸ਼ਖਸੀਅਤ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਉਹ ਵਿਕਾਸ ਹੋ ਚੁੱਕੀ ਆ। ਸਾਨੂੰ ਉਹਨਾਂ ਦੀਆਂ ਉਦਾਹਰਨਾਂ ਮਿਲਦੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਸ਼ਖਸੀਅਤਾਂ ਕਿਸੇ ਉਸ ਸਕੂਲ 'ਚ ਪੜ੍ਹੀਆਂ, ਕਿਸੇ ਉਸ ਕਾਲਜ 'ਚ ਪੜ੍ਹੀਆਂ, ਕਿਸੇ ਉਸ ਯੂਨੀਵਰਸਿਟੀ 'ਚ ਪੜ੍ਹੀਆਂ ਜਿਹਦੀ ਕੋਈ ਚਾਰ ਦੀਵਾਰੀ ਸੀ? ਨਹੀਂ। ਸਮਾਜ ਦੇ ਵਿੱਚ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਤੋਂ ਬਿਨਾਂ ਚਾਰ ਦੀਵਾਰੀਆਂ ਤੋਂ ਜਿਹੜੀ ਸਿੱਖਿਆ ਉਹ ਮਿਲਦੀ ਆ, ਸਾਨੂੰ ਉਹਦੇ ਵੱਲ ਵੀ ਧਿਆਨ ਦੇਣਾ ਪਊਗਾ। ਸੋ ਹੁਣ ਸਾਡਾ ਜਿਹੜਾ ਸੰਬੰਧ ਹੈ ਉਹ ਵਿਦਿਆਰਥੀਆਂ ਦੇ ਨਾਲ ਹੈ। ਵਿਦਿਆਰਥੀਆਂ ਦੇ ਵਿੱਚ ਸ਼ਖਸੀਅਤ ਉਸਾਰੀ ਦੇ ਲਈ ਜਾਂ ਜ਼ਿੰਦਗੀ ਦੇ ਸ਼ਾਹ ਸਵਾਰ ਬਣਾਉਣ ਦੇ ਲਈ ਉਹਨਾਂ ਨੂੰ, ਜਿਵੇਂ ਡਾਕਟਰ ਅਸ਼ਵਨੀ ਭੱਲਾ ਨੇ ਕਿਹਾ ਕਿ ਸਾਨੂੰ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ ਥੋੜਾ ਜਿਹਾ ਸਿਲੇਬਸ ਦੀਆਂ ਕਿਤਾਬਾਂ ਤੋਂ ਹਟ ਕੇ ਵੀ ਜਿਹੜੀ ਵਿਹਾਰੀ ਸਿੱਖਿਆ ਉਹ ਜ਼ਰੂਰ ਦੇਣੀ ਪਊਗੀ। ਜਿੰਨਾ ਚਿਰ ਉਹਨਾਂ ਨੂੰ ਅਸੀਂ ਵਿਹਾਰੀ ਸਿੱਖਿਆ ਨਹੀਂ ਦਿੰਦੇ, ਔਰ ਤੁਸੀਂ ਇੱਕ ਗੱਲ ਨੋਟ ਕਰਿਓ, ਤੁਸੀਂ ਕੋਈ ਫਿਜ਼ਿਕਸ ਪੜ੍ਹਾਉਂਦਾ ਤੁਹਾਡੇ ਚੋਂ, ਕੋਈ ਕੈਮਿਸਟਰੀ ਪੜ੍ਹਾਉਂਦਾ, ਕੋਈ ਜਿਓਗ੍ਰਾਫੀ ਪੜ੍ਹਾਉਂਦਾ, ਕੋਈ ਮੈਥ ਪੜ੍ਹਾਉਂਦਾ, ਕੋਈ ਹਿਸਟਰੀ ਪੜ੍ਹਾਉਂਦਾ, ਔਰ ਇੱਕ ਉਹੀ ਕਲਾਸ ਵਿਦਿਆਰਥੀ ਲਾਉਂਦੇ ਆ ਕਿ ਉਹ ਭੰਗੜਾ ਸਿੱਖਦੇ ਆ, ਉਹੀ ਕਲਾਸ ਵਿਦਿਆਰਥੀ ਲਾਉਂਦੇ ਆ ਕਿ ਉਹ ਡਰਾਮਾ ਸਿੱਖਦੇ ਆ, ਉਹੀ 9 ਦੇ 9 ਵਿਦਿਆਰਥੀ ਜਦੋਂ ਡਰਾਮੇ ਵਾਲੇ ਟੀਚਰ ਦੇ ਕੋਲੇ ਜਾਂਦੇ ਆ ਉਹਦੇ ਜਾ ਕੇ ਪੈਰੀ ਹੱਥ ਲਾਉਂਦੇ ਆ, ਸਟੇਜ ਤੇ ਚੜ੍ਹਦੇ ਆ ਤਾਂ ਸਟੇਜ ਨੂੰ ਮੱਥਾ ਟੇਕ ਕੇ ਚੜ੍ਹਦੇ ਆ। ਉਹੀ ਵਿਦਿਆਰਥੀ ਜਦੋਂ ਮੈਥ ਦੀ ਕਲਾਸ ਜਾਂਦੇ ਆ, ਜੀਓਲੋਜੀ ਦੀ ਕਲਾਸ ਜਾਂਦੇ ਆ, ਉਹ ਬੜੀ ਬੇਪਰਵਾਹੀ ਨਾਲ, ਲਾਪਰਵਾਹੀ ਨਾਲ ਅੰਦਰ ਜਾਂਦੇ ਆ। ਤਾਂ ਇਹ ਜਿਹੜਾ ਫਰਕ ਹੈ ਇਹ ਕੱਢਣ ਦੀ ਲੋੜ ਪੈਣੀ ਹੈ ਕਿ ਵਿਦਿਆਰਥੀਆਂ ਦੇ ਅੰਦਰ ਇਹੋ ਜਿਹੇ ਗੁਣ ਭਰੇ ਜਾਣ ਕਿ ਉਹ ਕਲਾਸਰੂਮ ਨੂੰ ਵੀ ਉਸੇ ਤਰੀਕੇ ਨਾਲ ਸਮਝੇ। ਜਿਹੜੀਆਂ ਸਹਿ ਵਿਦਿਅਕ ਗਤੀਵਿਧੀਆਂ ਇਹ ਵਿਦਿਆਰਥੀ ਦੀ ਸ਼ਖਸੀਅਤ ਉਸਾਰੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ। ਇੱਕ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਜੇ ਉਹ ਆਪਣੇ ਵਿਦਿਆਰਥੀ ਨੂੰ ਇਹਨਾਂ ਗਤੀਵਿਧੀਆਂ ਦੇ ਨਾਲ ਜੋੜੇ, ਕਿਉਂਕਿ ਮੈਂ ਬਹੁਤ ਵਾਰ ਵੇਖਿਆ ਕਿ ਸਾਡੇ ਅਧਿਆਪਕਾਂ ਦੇ ਕੋਲ ਵੀ ਬਹੁਤ ਸਾਰਾ ਗਿਆਨ ਹੁੰਦਾ, ਸਾਡੇ ਜਿਹੜੇ ਵਿਦਿਆਰਥੀ ਆ ਉਹਨਾਂ ਕੋਲ ਵੀ ਬਹੁਤ ਸਾਰਾ ਗਿਆਨ ਹੁੰਦਾ, ਲੇਕਿਨ ਜਦੋਂ ਦੱਸਣ ਲੱਗਦੇ ਆ ਉਦੋਂ ਉਹਨਾਂ ਦੇ ਕੋਲੇ ਸ਼ਬਦ ਨਹੀਂ ਹੁੰਦੇ, ਉਦੋਂ ਉਹਨਾਂ ਨੂੰ ਕਹਿਣ ਦੇ ਸਮਰੱਥ ਨਹੀਂ ਹੁੰਦੇ। ਅੰਦਰ ਹੁੰਦੀ ਆ ਗੱਲ, ਪਰ ਉਹ ਇਹ ਸੋਚਦੇ ਵੀ ਇਹ ਗੱਲ ਨੂੰ ਕਹਾਂ ਕਿਵੇਂ। ਇਹਦਾ ਮਤਲਬ ਉਹਨਾਂ ਦਾ ਕਮਿਊਨੀਕੇਸ਼ਨ ਸਕਿੱਲਸ ਵੀਕ ਹੈ। ਜਿਹੜੇ ਬੰਦੇ ਦਾ ਕਮਿਊਨੀਕੇਸ਼ਨ ਸਕਿੱਲਸ ਵੀਕ ਹੈ ਉਹਦਾ ਜਿਹੜਾ ਜੀਵਨ ਹੈ ਉਹਨੂੰ ਅਸੀਂ ਸਾਰਥਕ ਪਾਸੇ ਜਾਂ ਮੀਨਿੰਗਫੁਲ ਲਾਈਫ ਦੇ ਨਾਲ ਉਹਨੂੰ ਨਹੀਂ ਜੋੜ ਸਕਦੇ। ਗਿਆਨ ਜਿੰਨਾ ਮਰਜ਼ੀ, ਗਿਆਨ ਨੂੰ ਜਿੰਨਾ ਚਿਰ ਐਕਸਪ੍ਰੈਸ ਕਰਨ ਦਾ ਢੰਗ ਕਿਸੇ ਵਿਅਕਤੀ ਕੋਲੇ ਨਹੀਂਗਾ, ਆਪਣੀ ਗੱਲ ਕਰਨ ਦਾ, ਯਾਨੀ ਇੰਟਰਵਿਊ ਲੈਣ ਦਾ ਮਤਲਬ ਵੀ ਇਹ ਹੁੰਦਾ ਕਿ ਕਈ ਵਾਰੀ ਤੁਸੀਂ ਜ਼ਰੂਰੀ ਨਹੀਂ ਕਿ 2 ਦੂਣੀ 4 ਕਹਿ ਕੇ ਹੀ ਪਾਸ ਹੁੰਦੇ ਆ, ਤੁਸੀਂ 4 ਕਹਿਣਾ ਕਿਵੇਂ ਆ, ਤੁਸੀਂ ਕਿਸੇ ਦੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰ ਰਹੇ ਆ, ਤੁਸੀਂ ਜਿਹੜਾ ਤੁਹਾਡਾ ਪ੍ਰਭਾਵ ਕਿਸ ਤਰੀਕੇ ਨਾਲ ਪੈ ਰਿਹਾ, ਇਹ ਬਹੁਤ ਜ਼ਰੂਰੀ ਹੈ ਕਿ ਸੱਚ ਤੇ ਝੂਠ ਦੇ ਵਿੱਚ ਮਤਲਬ ਮੰਨ ਲਓ ਤੁਸੀਂ ਜਵਾਬ ਹੈ ਜਿਹੜਾ ਉਹ ਸਹੀ ਨਹੀਂ ਦਿੰਦੇ, ਲੇਕਿਨ ਤੁਹਾਡੇ ਕਹਿਣ, ਮੈਂ ਕਈ ਵਾਰੀ ਮੈਂ ਬਹੁਤ ਸਾਰੇ ਬੰਦੇ, ਮੈਨੂੰ ਟੀਚਰਾਂ ਨੇ ਮੇਰੇ ਨਾਲ ਗੱਲ ਕੀਤੀ, ਯਾਰ ਤੇਰੀ ਗੱਲ ਤਾਂ ਇਹ ਸਹੀ ਨਹੀਂ ਗੀ, ਤੂੰ ਜਵਾਬ ਤਾਂ ਨਹੀਂ ਸਹੀ ਦਿੱਤਾ, ਪਰ ਜਿਹੜੇ ਢੰਗ ਨਾਲ ਦਿੱਤਾ, ਜਿਹੜੇ ਕਮਿਊਨੀਕੇਸ਼ਨ ਸਕਿੱਲ ਨਾਲ ਦਿੱਤਾ, ਇਸ ਕਰਕੇ ਇਹਦੇ ਨੰਬਰ ਬਣਦੇ ਆ। ਮਤਲਬ ਹੱਸਦੇ ਹੱਸਦੇ ਕਹਿੰਦੇ। ਤੇ ਇਹਦਾ ਮਤਲਬ ਜਦੋਂ ਅਧਿਆਪਕ ਵੀ, ਟੀਚਰ ਹੈ ਜਿਹੜਾ, ਉਹ ਸਟੂਡੈਂਟ ਨੂੰ ਚੈੱਕ ਕਰਦਾ ਤਾਂ ਉਹ ਜਿਹੜਾ ਗੁਣ ਹੈ ਕਮਿਊਨੀਕੇਸ਼ਨ ਸਕਿੱਲਸ ਦਾ ਉਹ ਬਹੁਤ ਜ਼ਰੂਰੀ, ਉਹ ਇਹਨਾਂ ਗਤੀਵਿਧੀਆਂ ਨਾਲ ਹੀ ਆ ਸਕਦਾ। ਤੁਸੀਂ ਵਿਦਿਆਰਥੀਆਂ ਨੂੰ ਉਹਦੇ ਨਾਲ ਜੋੜੋ। ਦੂਸਰਾ ਜਿਹੜਾ ਸੈਲਫ ਕੌਨਫੀਡੈਂਸ ਹੈ ਉਹ ਉਹਨਾਂ ਚਿਰ ਨਹੀਂ ਆ ਸਕਦਾ ਜਿੰਨਾ ਚਿਰ ਤੁਸੀਂ ਕਿਸੇ ਵਿਦਿਆਰਥੀ ਨੂੰ 40 ਜਣਿਆਂ ਦੀ ਕਲਾਸ ਦੇ ਵਿੱਚ ਇੱਕ ਵਿਦਿਆਰਥੀ ਨੂੰ ਕਹੋ ਕਿ ਤੂੰ 10 ਮਿੰਟ ਬੋਲੀ, ਉਹ 10 ਮਿੰਟ ਬੋਲਣ ਤੋਂ ਬਾਅਦ ਜੇ ਉਹਦੀ ਪਰਸਨੈਲਿਟੀ ਆਪਦੇ ਆਪ ਹੀ ਲੱਗੂਗੀ ਤੁਹਾਨੂੰ ਕਿ ਇਹ ਬੰਦਾ ਯਾਰ ਉਹਨਾਂ ਨਾਲੋਂ ਵੱਖਰਾ ਹੈ, ਉਹਨੂੰ ਆਪਦੇ ਆਪ ਨੂੰ ਵੀ ਲੱਗੂਗਾ ਕਿ ਮੈਂ ਇਹਨਾਂ 40 ਨਾਲੋਂ ਵੱਖਰਾ, ਮੈਂ 10 ਮਿੰਟ ਬੋਲਿਆ। ਜੇ 10 ਮਿੰਟ ਬੋਲਣ ਨਾਲ ਫਰਕ ਪੈਂਦਾ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਵਿਦਿਆਰਥੀ ਲਗਾਤਾਰ ਜਦੋਂ ਇਸ ਮੰਚ ਦੇ ਉੱਪਰ ਆਉਂਦਾ ਤਾਂ ਉਹਦੇ 'ਚ ਇੱਕ ਵੱਖਰਾ ਜਿਹੜਾ ਕੌਨਫੀਡੈਂਸ ਆ ਉਹ ਆਉਂਦਾ। ਤੀਸਰਾ ਸਹਿ ਵਿਦਿਅਕ ਗਤੀਵਿਧੀਆਂ ਦਾ, ਕਿਉਂਕਿ ਮੈਂ ਗੱਲ ਸਹਿ ਵਿਦਿਅਕ ਗਤੀਵਿਧੀਆਂ ਨਾਲ ਯੂਥ ਐਕਟੀਵਿਟੀ ਨਾਲ ਜੋੜ ਕੇ ਕਰ ਰਿਹਾ, ਉਹ ਸਭ ਤੋਂ ਵੱਡਾ ਹੈਗਾ ਜਿੱਤ। ਕਿ ਜਿਸ ਤਰ੍ਹਾਂ ਪਰਸੋਂ ਮੈਂ ਲੈਕਚਰ ਸੁਣ ਰਿਹਾ ਸੀ ਡਾਕਟਰ ਉੱਭਾ ਹੋਰਾਂ ਦਾ, ਤਾਂ ਇਬਰਾਹਿਮ ਲਿੰਕਨ ਨੇ ਜਿਹੜੀਆਂ ਗੱਲਾਂ ਉਹਦੇ ਆਪਣੇ ਉਹਦੇ ਪੁੱਤਰ ਦੇ ਟੀਚਰ ਨੂੰ ਲਿਖ ਕੇ ਭੇਜੀਆਂ ਸੀਗੀਆਂ ਕਿ ਉਹਦਾ ਖਿਆਲ ਰੱਖਿਓ, ਉਹਦੇ ਵਿੱਚ ਇੱਕ ਨੁਕਤਾ ਉਹਨਾਂ ਨੇ ਸਾਂਝਾ ਕੀਤਾ ਸੀ ਕਿ ਇਹਨੂੰ ਇਹ ਦੱਸਿਓ ਕਿ ਜ਼ਿੰਦਗੀ ਦੇ ਵਿੱਚ ਜੇ ਜਿੱਤ ਪ੍ਰਾਪਤ ਕਰੂਗਾ, ਜ਼ਿੰਦਗੀ ਦੇ ਵਿੱਚ ਇਹਨੂੰ ਬਹੁਤ ਸਾਰੀਆਂ ਪ੍ਰਾਪਤੀਆਂ ਹੋਣਗੀਆਂ, ਤਾਂ ਉਹਦਾ ਹੰਕਾਰ ਇਹਦੇ ਚਿਹਰੇ ਤੇ ਨਾ ਆਵੇ, ਤੇ ਜੇ ਸਾਰਾ ਕੁਝ ਹਾਰ ਜੇ ਜ਼ਿੰਦਗੀ ਦੇ ਵਿੱਚ, ਫਕੀਰ ਬਣ ਜੇ, ਤਾਂ ਉਹਦੀ ਉਦਾਸੀ ਇਹਦੇ ਚਿਹਰੇ ਤੇ ਨਾ ਆਵੇ। ਇਬਰਾਹਿਮ ਲਿੰਕਨ ਨੇ ਆਪਣੇ ਬੇਟੇ ਰਾਬਰਟ
ਦੇ ਟੀਚਰ ਨੂੰ ਖਤ ਲਿਖਿਆ ਸੀ। ਸੋ ਇਹ ਗੱਲਾਂ ਜਿਹੜੀਆਂ ਸਾਨੂੰ ਜਦੋਂ ਜ਼ਿੰਦਗੀ ਦੇ ਵਿੱਚ ਵਿਦਿਆਰਥੀ ਹਾਰਦੇ ਆ, ਜਦੋਂ ਵਿਦਿਆਰਥੀ ਜਿੱਤਦੇ ਆ, ਉਦੋਂ ਉਹਨਾਂ ਦੇ ਵਿੱਚ ਹੌਲੀ ਹੌਲੀ ਭਾਵਨਾ ਆਉਂਦੀ ਹੈ ਕਿ ਜਿੱਤ ਹਾਰ ਅਸਲੀ ਕੀ ਹੁੰਦੀ ਆ। ਕਿਉਂਕਿ ਇਹਨਾਂ ਯੋਗ ਮੇਲਿਆਂ ਦੇ ਵਿੱਚ ਵਿਦਿਆਰਥੀ ਸਿੱਖਣ ਜਾਂਦੇ ਆ, ਨਾ ਜਿੱਤਣ ਜਾਂਦੇ ਆ ਨਾ ਹਾਰਨ ਜਾਂਦੇ ਆ। ਤੇ ਉਹਨਾਂ ਨੂੰ ਨਾ ਅਸੀਂ ਹਾਰਨਾ ਸਿਖਾਉਣਾ, ਨਾ ਅਸੀਂ ਜਿੱਤਣਾ ਸਿਖਾਉਣਾ, ਅਸੀਂ ਉਹਨਾਂ ਨੂੰ ਸਿੱਖਣਾ ਸਿਖਾਉਣਾ ਤਾਂ ਕਿ ਉਹ ਮੀਨਿੰਗਫੁਲ ਲਾਈਫ ਦੇ ਨਾਲ ਜੁੜ ਸਕਣ। ਇੱਕ ਅਧਿਆਪਕ ਹੈ, ਮੈਂ ਇੱਕ ਥਾਂ ਤੇ ਮੈਂ ਹਰਿਆਣੇ ਇੱਕ ਕਾਲਜ ਦੇ ਵਿੱਚ ਗਿਆ ਤਾਂ ਉਹਨਾਂ ਵਿਦਿਆਰਥੀਆਂ ਨੇ ਇੱਕ ਸਕੈਚ ਪੇਸ਼ ਕੀਤੀ, ਨਾਟਕ ਪੇਸ਼ ਕੀਤਾ ਜਿਹੜਾ ਹੀਰ ਰਾਂਝੇ ਦੀ ਸਟੋਰੀ ਦੇ ਨਾਲ ਰਿਲੇਟਡ ਸੀਗਾ। ਵਾਰਿਸ ਸ਼ਾਹ ਤੋਂ ਥੋੜਾ ਹਟਵਾ ਸੀਗਾ। ਉਹਦੇ ਵਿੱਚ ਇੱਕ ਐਕਟ ਸੀ ਡਾਕਟਰ ਸਤਿੰਦਰ ਸਿੰਘ ਜੀ, ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਐਕਟ ਇਹ ਸੀਗਾ ਕਿ ਜਦੋਂ ਰਾਂਝਾ, ਕਿਉਂਕਿ ਉਹਨਾਂ ਨੇ ਦੱਸਿਆ ਕਿ ਜਿਹੜਾ ਰਾਂਝਾ ਉਹ ਸਟੂਡੈਂਟ ਹੈ, ਜਿਹੜਾ ਗੋਰਖਨਾਥ ਹੈ ਉਹ ਟੀਚਰ ਹੈ, ਤੇ ਟੀਚਰ ਦਾ ਤੇ ਸਟੂਡੈਂਟ ਦਾ ਰਿਲੇਸ਼ਨ ਹੈ ਜਿਹੜਾ ਕੀ ਆ, ਮਤਲਬ ਦੱਸਣਾ ਚਾਹੁੰਦੇ ਸੀ ਫੋਕ ਰਾਹੀਂ ਕਿ ਸਾਡੇ ਜਿਹੜੇ ਕਾਲਜਾਂ ਦੇ ਟੀਚਰ ਹੈ ਉਹ ਸਟੂਡੈਂਟ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨ, ਕਿਸ ਤਰ੍ਹਾਂ ਦਾ ਉਹਦੇ ਨਾਲ ਰਿਲੇਸ਼ਨ ਰੱਖਣ। ਤਾਂ ਉਹਦੇ ਚ ਰਾਂਝਾ ਜਿਹੜਾ ਸੀਗਾ ਉਹ ਸਟੂਡੈਂਟ ਸੀ, ਤੇ ਜਿਹੜਾ ਟੀਚਰ ਸੀਗਾ ਉਹ ਗੋਰਖਨਾਥ ਜਿਹੜਾ ਉਹ ਟੀਚਰ ਦੇ ਰੂਪ ਚ ਬਣਦਾ ਸੀ। ਤੇ ਗੋਰਖਨਾਥ ਨੂੰ ਪਤਾ ਹੈ ਕਿ ਇਹ ਜਿਹੜਾ ਰਾਂਝਾ ਮੇਰੇ ਕੋਲੇ ਆਇਆ ਇਹ ਹੀਰ ਦੀ ਪ੍ਰਾਪਤੀ ਵਾਸਤੇ ਆਇਆ, ਇਸ ਕਰਕੇ ਮੇਰਾ ਚੇਲਾ ਬਣਿਆ, ਮੇਰੀ ਹਰ ਗੱਲ ਮੰਨਦਾ। ਤੇ ਟੀਚਰ ਨੂੰ ਵੀ ਪਤਾ ਹੁੰਦਾ ਕਿ ਜਿਹੜਾ ਮੇਰੇ ਕੋਲੇ ਸਟੂਡੈਂਟ ਆਇਆ ਇਹ ਡਿਗਰੀ ਲੈਣ ਵਾਸਤੇ ਆਇਆ, ਤੇ ਡਿਗਰੀ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਐਡਮਨ ਬਲਾਕ ਆ ਉਹਦੇ ਵਿੱਚ ਛਪਦੀ ਆ, ਉਹਨੂੰ ਪਤਾ ਕਿ ਉਹ ਜਾ ਕੇ ਚੰਡੀਗੜ੍ਹੋਂ ਸਿੱਧੀ ਵੀ ਲਿਆ ਸਕਦਾ। ਪਰ ਨਹੀਂ, ਇਹ ਪ੍ਰੋਸੈਸ ਹੈ ਕਿ ਪਹਿਲਾਂ ਉਹ ਟੀਚਰ ਤੋਂ ਪੜ੍ਹੂਗਾ, ਫਿਰ ਉਹ ਪੇਪਰ ਦੇਊਗਾ, ਫਿਰ ਉਹ ਪੇਪਰ ਯੂਨੀਵਰਸਿਟੀ ਜਾਣਗੇ, ਯੂਨੀਵਰਸਿਟੀ ਚ ਇਮਤਿਹਾਨ ਦਾ ਜਿਹੜਾ ਉਹ ਚੈੱਕ ਹੋਊਗਾ, ਉਹਦੇ ਮਾਰਕ ਲੱਗਣਗੇ, ਪਾਸ ਹੋਣਗੇ, ਉਹਨੂੰ ਡਿਗਰੀ ਮਿਲੂਗੀ। ਤੇ ਗੋਰਖਨਾਥ ਵੀ ਉਹਨੂੰ ਉਸ ਪ੍ਰੋਸੈਸ ਦੇ ਵਿੱਚੋਂ ਕੱਢਣਾ ਚਾਹੁੰਦਾ ਸੀ। ਸਿੱਧਾ ਤਾਂ ਦੱਸ ਸਕਦਾ ਸੀ ਕਿ ਉਹ ਸੈਦਿਆ ਦੇ ਘਰੇ ਗਈ ਆ, ਤੂੰ ਜਾ ਕੇ ਉਹਨੂੰ ਲੈ ਆ, ਪਰ ਨਹੀਂ। ਜਦੋਂ ਗੋਰਖਨਾਥ ਨੇ ਦੇਖਿਆ ਕਿ ਜਿਹੜਾ ਰਾਂਝਾ ਹੈ ਉਹ 2-3 ਮਹੀਨੇ ਉਹਨੇ ਸਹੀ ਕੰਮ ਕੀਤਾ, ਤਾਂ ਉਹ ਕਹਿੰਦਾ ਚੱਲ ਰਾਂਝਾ ਤੇਰੀ ਹੀਰ ਨੂੰ ਬੁਲਾ ਕੇ ਲਿਆਈਏ। ਤਾਂ ਰਾਂਝਾ ਕਾਹਲੀ ਦੇ ਵਿੱਚ ਹੀਰ ਨੂੰ ਮਿਲਣ ਦੀ ਕੋਸ਼ਿਸ਼ ਦੇ ਵਿੱਚ ਗੋਰਖਨਾਥ ਦੇ ਮੂਹਰੇ ਲੱਗ ਗਿਆ, ਕਹਿੰਦਾ ਆਓ ਜੀ, ਗੁਰੂ ਜੀ ਕਹਿੰਦਾ ਚੱਲੀਏ ਹੀਰ ਦੇ ਘਰੇ। ਗੋਰਖਨਾਥ ਕਹਿੰਦਾ ਰਾਂਝਾ ਉਹ ਗੁਰੂ ਕਾਹਦਾ ਜਿਹੜਾ ਚੇਲੇ ਦੇ ਪਿੱਛੇ ਲੱਗ ਕੇ ਤੁਰ ਪਿਆ, ਤੇਰਾ ਖਿਆਲ ਹੈ ਮੈਂ ਤੇਰੇ ਪਿੱਛੇ ਲੱਗ ਕੇ ਤੁਰ ਪੂੰਗਾ? ਤਾਂ ਗੋਰਖਨਾਥ ਰਾਂਝਾ ਪਜਲ ਹੋ ਗਿਆ ਇਸ ਗੱਲ ਪਿੱਛੇ, ਵੀ ਮੇਥੋਂ ਯਾਰ ਗਲਤੀ ਹੋ ਗਈ ਇਸ ਗੱਲ ਦੀ। ਤਾਂ ਉਹਨੇ ਕਿਹਾ 2 ਮਹੀਨੇ ਹੋਰ ਕੰਮ ਕਰ। 2 ਮਹੀਨਿਆਂ ਬਾਅਦ ਫਿਰ ਗੋਰਖਨਾਥ ਨੇ ਉਹਨੂੰ ਕਿਹਾ, ਕਹਿੰਦਾ ਚੱਲ ਬਈ ਰਾਂਝਾ ਚੱਲੀਏ, ਤੇਰੀ ਹੀਰ ਨੂੰ ਮਿਲਾ ਕੇ ਲਿਆਈਏ। ਤਾਂ ਰਾਂਝਾ ਪਿੱਛੇ ਹੋ ਕੇ ਖੜ ਗਿਆ, ਉਹਨੂੰ ਪਤਾ ਸੀਗਾ ਇਸ ਗੱਲ ਦਾ ਵੀ ਇਹ ਮੇਰਾ ਗੁਰੂ ਹੈ, ਮੇਰਾ ਟੀਚਰ ਹੈ। ਕਹਿੰਦਾ ਚਲੋ ਜੀ ਗੁਰੂ ਜੀ ਤੁਸੀਂ ਲੱਗੋ ਮੂਹਰੇ ਤੇ ਮੈਂ ਤੁਹਾਡੇ ਪਿੱਛੇ ਤੁਰਦਾ। ਉਹ ਕਹਿੰਦਾ ਰਾਂਝਾ ਉਹ ਗੁਰੂ ਕਾਹਦਾ ਜਿਹੜਾ ਚੇਲੇ ਨੂੰ ਕਹੇ ਤੂੰ ਮੇਰੇ ਪਿੱਛੇ ਤੁਰ, ਮੈਂ ਮੂਹਰੇ ਲੱਗਦਾ? ਉਹ ਫੇਰ ਪਜਲ ਹੋ ਗਿਆ। ਤੀਜੀ ਵਾਰੀ ਜਦੋਂ 2 ਮਹੀਨਿਆਂ ਬਾਅਦ ਫੇਰ ਉਹਨੇ ਕਿਹਾ ਤਾਂ ਬਈ ਚੱਲ ਚੱਲੀਏ ਰਾਂਝਾ, ਤੇਰੀ ਹੀਰ ਨੂੰ ਮਿਲਾ ਕੇ ਲਿਆਵਾਂ ਮੈਂ ਹੁਣ। ਤਾਂ ਰਾਂਝਾ ਖੜਾ ਹੀ ਰਿਹਾ, ਕਹਿੰਦਾ ਗੁਰੂ ਜੀ ਨਾ ਮੈਂ ਪਿੱਛੇ ਲੱਗਣਾ ਚਾਹੁੰਦਾ ਨਾ ਪਿੱਛੇ, ਤੁਸੀਂ ਦੱਸੋ ਕਰਾਂ। ਉਹ ਕਹਿੰਦਾ ਇਹੀ ਮੇਰਾ ਮਤਲਬ ਸੀ ਗੋਰਖਨਾਥ, ਕਿ ਗੁਰੂ ਨਾ ਕਦੇ ਪਿੱਛੇ ਲੱਗਦਾ ਨਾ ਕਦੇ ਮੂਹਰੇ ਲੱਗਦਾ। ਤੂੰ ਗੁਰੂ ਤੇ ਚੇਲੇ ਦੀ ਸ਼ਕਤੀ ਇਹ ਹੁੰਦੀ ਹੈ ਕਿ ਤੂੰ ਮੇਰੀ ਬਾਹ ਦੇ ਵਿੱਚ ਬਾਹ ਪਾ, ਆਪਾਂ ਦੋਨੇ ਜਾਣੇ ਚੱਲਦੇ ਆ ਤਾਂ ਕਿ ਸਾਡੀ ਸ਼ਕਤੀ ਦੁੱਗਣੀ ਬਣੂਗੀ, ਤਾਂ ਜੇ ਅਸੀਂ ਬਰਾਬਰ ਤੁਰਾਂਗੇ। ਸੋ ਅਧਿਆਪਕ ਜਿੰਨਾ ਚਿਰ ਆਪਦੇ ਟੀਚਰ ਆਪਦੇ ਸਟੂਡੈਂਟ ਦੀ ਬਾਹ 'ਚ ਬਾਹ ਪਾ ਕੇ ਨਹੀਂ ਤੁਰਦਾ, ਜੇ ਲਾਇਬ੍ਰੇਰੀ ਦੇ ਵਿੱਚ ਜਾਣਾ, ਜੇ ਲਾਇਬ੍ਰੇਰੀ ਦੇ ਵਿੱਚ ਜਾਣ ਲਈ ਜੇ ਟੀਚਰ ਕਹਿ ਦੇਵੇ ਆਪਣੇ ਵਿਦਿਆਰਥੀ ਨੂੰ ਕਿ ਜਾ ਕੇ ਰੈਫਰੈਂਸ ਲੱਭ ਲਿਆ, ਤਾਂ ਉਹ ਵੀ ਪ੍ਰੋਸੈਸ ਬਹੁਤਾ ਠੀਕ ਨਹੀਂ। ਤੇ ਜੇ ਕਹੇ ਮੈਂ ਤੈਨੂੰ ਲੱਭ ਕੇ ਲਿਆ ਦਿੰਦਾ ਯਾਰ ਕੋਈ ਨਹੀਂ ਸਵੇਰੇ ਤੂੰ ਲੈ ਲਈ ਮੈਥੋਂ, ਉਹ ਵੀ ਪ੍ਰੋਸੈਸ ਠੀਕ ਨਹੀਂ। ਪਰ ਜਦੋਂ ਦੋਨੇ ਜਾਣੇ ਇਕੱਠੇ ਇੱਕ ਟੇਬਲ ਤੇ ਬਹਿ ਜਾਂਦੇ ਆ ਟੀਚਰ ਤੇ ਸਟੂਡੈਂਟ, ਤਾਂ ਫਿਰ ਉਹ ਇੱਕ ਦੂਜੇ ਦੀ ਸ਼ਕਤੀ ਬਣ ਜਾਂਦੇ ਆ। ਸੋ ਉਸ ਡਰਾਮੇ ਦੇ ਰਾਹੀਂ ਮੈਨੂੰ ਬਹੁਤ ਮਤਲਬ ਇਸ ਤਰ੍ਹਾਂ ਦਾ ਲੱਗਿਆ ਕਿ ਟੀਚਰ ਤੇ ਸਟੂਡੈਂਟ ਦਾ ਜਿਹੜਾ ਰਿਸ਼ਤਾ ਹੈ ਉਹ ਦੋਸਤੀ ਵਾਲਾ ਰਿਸ਼ਤਾ ਹੈ, ਇੱਕ ਵਧੀਆ ਦੋਸਤੀ ਵਾਲਾ ਰਿਸ਼ਤਾ ਹੈ ਕਿ ਇੱਕ ਦੂਜੇ ਦੇ ਬਾਹਾਂ 'ਚ ਬਾਹਾਂ ਪਾ ਕੇ ਤੁਰਨਗੇ, ਬਰਾਬਰ ਤੁਰਨਗੇ ਤਾਂ ਇੱਕ ਦੂਜੇ ਦੀ ਸ਼ਕਤੀ ਬਣਨਗੇ। ਸੋ ਇਸੇ ਤਰ੍ਹਾਂ ਉਹਨਾਂ ਨੂੰ ਜਿੱਤਣ ਹਾਰਨ ਦੇ ਗੁਣ ਆ। ਮੈਂ ਬਹੁਤ ਸਾਰੇ ਸਾਡੇ ਵਿਦਿਆਰਥੀਆਂ ਨੂੰ ਇਹ ਦੇਖਦਾ ਕਿ ਜਦੋਂ ਉਹ ਹਾਰ ਜਾਂਦੇ ਆ ਤਾਂ ਉਹ ਉਦਾਸ ਹੋ ਜਾਂਦੇ ਆ, ਪਿਛਲੇ ਪਾਸੇ ਜਾ ਕੇ ਸਟੇਜ ਤੇ ਜਾ ਕੇ ਉਹ ਰੋਣ ਲੱਗ ਜਾਂਦੇ ਆ। ਤਾਂ ਕਈ ਵਾਰੀ ਟੀਚਰ ਉਹਨਾਂ ਨੂੰ ਹੌਸਲਾ ਦਿੰਦਾ, ਇਹ ਬਹੁਤ ਵਧੀਆ ਗੱਲ ਆ। ਪਰ ਕਈ ਟੀਚਰ ਵੀ ਜਦੋਂ ਨਾਲ ਉਹਨਾਂ ਦੇ ਢਹਿ ਢੇਰੀ ਹੋ ਜਾਣ ਤਾਂ ਫਿਰ ਠੀਕ ਨਹੀਂ ਲੱਗਦਾ, ਕਿਉਂਕਿ ਅਸੀਂ ਉਹਨਾਂ ਨੂੰ ਦੱਸਣਾ। ਮੈਨੂੰ ਹਸਨਪੁਰੀ ਸਾਹਿਬ ਦਾ ਇੱਕ ਜਿਹੜਾ ਸ਼ੇਅਰ ਆ ਉਹ ਬਹੁਤ ਮੈਂ ਸਾਂਝਾ ਕਰਦਾ ਹਮੇਸ਼ਾ ਆਪਣੀ ਟਾਕ ਦੇ ਵਿੱਚ, ਕਿਉਂਕਿ ਮੈਨੂੰ ਉਹ ਬਹੁਤ ਪ੍ਰਭਾਵਿਤ ਕਰਦਾ ਹੈ ਕਿ ਉਹਨਾਂ ਨੇ ਲਿਖਿਆ ਕਿ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ। ਜਿਹੜੀ ਗੱਲ ਅਸੀਂ ਟੀਚਰ ਜਿਹਨੇ ਆਪਦੇ ਵਿਦਿਆਰਥੀਆਂ ਨੂੰ ਸਿਖਾਉਣੀ ਆ ਉਹਨਾਂ ਦੀ ਲਾਈਫ ਨੂੰ ਮੀਨਿੰਗਫੁਲ ਬਣਾਉਣ ਦੇ ਲਈ, ਉਹ ਇਹਨਾਂ 6 ਲਾਈਨਾਂ ਦੇ ਵਿੱਚ ਛੁਪੀ ਆ ਕਿ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ, ਅਥਰੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ, ਠੋਕਰ ਨੂੰ ਠੋਕਰ ਮਾਰੀ ਜਿਨ੍ਹਾਂ ਨੇ ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ, ਨੁਕਤਾ ਚੀਨੀ ਹੋਵੇ ਤਾਂ ਤੂੰ ਜਰਿਆ ਕਰ, ਤੈਨੂੰ ਲੈ ਕੇ ਬਹਿ ਜਾਣਾ ਵਡਿਆਈਆਂ ਨੇ। ਜਿੰਨਾ ਚਿਰ ਅਸੀਂ ਵਿਦਿਆਰਥੀ ਨੂੰ ਵਡਿਆਈਆਂ ਤੋਂ ਦੂਰ ਨਹੀਂ ਕਰਦੇ ਕਿ ਤੂੰ ਵਡਿਆਈਆਂ ਸੁਣ ਕੇ ਵੱਡਾ ਨਹੀਂ ਬਣ ਸਕਦਾ, ਤੂੰ ਆਪਣੀ ਨੁਕਤਾ ਚੀਨੀ ਵੱਡਾ ਹੋ ਕੇ ਵੱਡਾ ਬਣ ਸਕਦਾ, ਉਹਨਾਂ ਚਿਰ ਅਸੀਂ ਵਿਦਿਆਰਥੀ ਨੂੰ ਸਹੀ ਰਾਹ ਨਹੀਂ ਪਾ ਸਕਦੇ। ਔਰ ਇਸੇ ਗਜ਼ਲ ਦਾ ਉਹਨਾਂ ਦਾ ਇੱਕ ਸ਼ੇਅਰ ਅਗਲਾ ਕਿ
ਉੱਠ ਖੜਦਾ, ਡਿੱਗ ਪੈਣਾ, ਫਿਰ ਉੱਠ ਖੜਦਾ, ਮੇਰੇ ਵੱਲੋਂ ਤੈਨੂੰ ਮਨਾ ਵਧਾਈਆਂ। ਆਪਣੇ ਮਨ ਨੂੰ ਵਧਾਈ ਦੇਣਾ, ਆਪਣੇ ਮਨ ਨੂੰ ਢਾਰਸ ਦੇਣਾ, ਆਪਣੇ ਮਨ ਨੂੰ ਧਰਵਾਸ ਦੇਣਾ ਸਭ ਤੋਂ ਵੱਡਾ ਜਿਹੜਾ ਹੈਗਾ ਗੁਣ ਹੈ ਕਿਸੇ ਬੰਦੇ ਦਾ। ਜਦੋਂ ਆਪਣੇ ਮਨ, ਜਦੋਂ ਅਸੀਂ ਵਿਦਿਆਰਥੀ ਨੂੰ ਇਹ ਸਿਖਾ ਦਿਆਂਗੇ ਕਿ ਤੂੰ ਆਪਣੇ ਮਨ ਨੂੰ ਢਾਰਸ ਦਿਆ ਕਰ, ਆਪਣੇ ਮਨ ਨੂੰ ਕਰੜਾ ਕਰ, ਮਨ ਜੀਤੇ ਜਗ ਜੀਤ, ਤਾਂ ਮੇਰਾ ਖਿਆਲ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਜਗ ਜਿੱਤਣ ਵਾਲੇ ਰਸਤੇ ਪਾ ਦਿਆਂਗੇ। ਕਦੇ ਵੀ ਉਹਨਾਂ ਨੂੰ ਜਿੱਤਣਾ ਹਾਰਨਾ ਤੁਹਾਡੇ ਵਿੱਚੋਂ, ਅੱਜ ਸਾਡੇ ਵਿੱਚ ਜੇ ਸਭ ਤੋਂ ਵੱਡੀ ਪਰਸਨੈਲਿਟੀ ਇਸ ਵੇਲੇ ਬੈਠੀ ਆ ਤਾਂ ਡਾਕਟਰ ਸਤਿੰਦਰ ਸਿੰਘ ਬੈਠੇ ਨੇ। ਡਾਕਟਰ ਸਤਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ 50, 100, 200 ਮੁਕਾਬਲੇ ਲੜੇ ਹੋਣਗੇ, ਡਿਬੇਟ ਦੇ ਵੀ, ਐਲੋਕੇਸ਼ਨ ਦੇ ਵੀ, ਅਕੈਡਮਿਕ ਵੀ। ਉਹਨਾਂ ਚੋਂ ਕਿੰਨੇ ਹਾਰੇ ਕਿੰਨੇ ਜਿੱਤੇ ਉਹ ਤਾਂ ਅੱਜ ਮੈਂ ਨਹੀਂ ਰੱਖਦਾ। ਅੱਜ ਮੈਂ ਰੱਖਦਾ ਕਿ ਅੱਜ ਕਿਸ ਪਰਸਨੈਲਿਟੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਓਵਰਆਲ ਹੈ। ਓਵਰਆਲ ਬੰਦਾ ਜਿਹੜਾ ਉਹ ਜਿੱਤ ਹਾਰ ਕੇ ਹੀ ਆਉਂਦਾ, ਜਿੱਤ ਕੇ ਵੀ ਆਉਂਦਾ, ਹਾਰ ਕੇ ਵੀ ਆਉਂਦਾ। ਕਿਉਂਕਿ ਹਾਰ ਆ ਜਿਹੜਾ ਮੈਂ ਹਾਰ ਆ ਜਿਹੜਾ ਉਹਨੂੰ ਹਾਰ ਨਾਲ ਜੋੜਨਾ, ਫੁੱਲਾਂ ਦੇ ਹਾਰ ਨਾਲ ਹਮੇਸ਼ਾ ਜੋੜਨਾ ਕਿ ਜਦੋਂ ਹਾਰ ਤੁਹਾਡੇ ਗਲ ਦੇ ਵਿੱਚ ਹਾਰ ਪੈਂਦੀ ਆ ਤਾਂ ਹੌਲੀ ਹੌਲੀ ਤੁਹਾਡੇ ਆਭਾਰ ਨੂੰ ਹੋਰ ਜਿਹੜੇ ਪਾਸੇ ਲੈ ਕੇ ਜਾਂਦੇ ਆ, ਪਰਸਨੈਲਿਟੀ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਂਦੇ ਆ। ਵਿਦਿਆਰਥੀਆਂ ਨੂੰ ਅਸੀਂ ਮੈਂ ਇੱਕ 2-3 ਗੱਲਾਂ ਇੱਕ ਨੋਟ ਕੀਤੀਆਂ ਖਾਸ ਤੌਰ ਤੇ ਕਿ ਕਈ ਵਾਰੀ ਕੀ ਹੁੰਦਾ ਕਿ ਵਿਦਿਆਰਥੀ ਇਸ ਗੱਲ ਦਾ ਬਹਾਨਾ ਵੀ ਬਣਾ ਲੈਂਦੇ ਆ। ਅੱਜ ਦੀ ਜਿਹੜੀ ਸਾਡੀ ਲੈਕਚਰ ਆ ਜਾਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਅਸੀਂ ਮੀਨਿੰਗਫੁਲ ਲਾਈਫ ਨੂੰ ਫਾਰਮਲ ਐਜੂਕੇਸ਼ਨ ਦੇ ਨਾਲ ਜੋੜ ਕੇ ਦੇਖ ਰਹੇ ਹਾਂ। ਬੇਸ਼ੱਕ ਸਵਾਲ ਇਹ ਤੁਹਾਡੇ ਮਨ ਦੇ ਵਿੱਚ ਹੋਵੇ ਕਿ ਕੀ ਇਕੱਲੀ ਫਾਰਮਲ ਐਜੂਕੇਸ਼ਨ ਹੈ ਜਿਹੜੀ ਮੀਨਿੰਗਫੁਲ ਲਾਈਫ ਬਣਾਉਂਦੀ ਆ। ਇਹਦੇ ਜਵਾਬ ਵਿੱਚ ਹੈ ਕਿ ਮੀਨਿੰਗਫੁਲ ਲਾਈਫ ਲਈ ਇਨਫਾਰਮਲ ਐਜੂਕੇਸ਼ਨ ਵੀ ਉਨੂੰ ਹੀ ਇੰਪੋਰਟੈਂਟ ਹੈ। ਪਰ ਜਿਹੜੀ ਫਾਰਮਲ ਐਜੂਕੇਸ਼ਨ ਹੈ ਉਹ ਅੱਜ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੋ ਗਈ ਆ। ਮੈਂ ਬਹੁਤ ਸਾਰੇ ਆਰਟਿਸਟਾਂ ਦੇ ਨਾਲ ਵਿਚਰਦਾ, ਉਹਨਾਂ ਦੇ ਵਿੱਚੋਂ ਜਿਹੜੇ ਆਰਟਿਸਟ ਫਾਰਮਲ ਐਜੂਕੇਸ਼ਨ ਦੇ ਵਿੱਚੋਂ ਗੁਜ਼ਰੇ ਵੇ ਆ, ਇਸ ਪ੍ਰੋਸੈਸ ਦੇ ਵਿੱਚੋਂ ਗਏ ਵੇ ਆ, ਉਹਨਾਂ ਦੀ ਕਲਾ ਦਾ ਨਿਖਾਰ ਬਿਲਕੁਲ ਵੱਖਰਾ, ਉਹਨਾਂ ਦਾ ਮੈਸੇਜ ਬਿਲਕੁਲ ਵੱਖਰਾ। ਅੱਜ ਤੁਸੀਂ ਕਈ ਵਾਰੀ ਕਹਿ ਦਿੰਦੇ ਆ ਕਿ ਯਾਰ ਗਾਉਣ ਵਾਲੇ ਬਹੁਤ ਜ਼ਿਆਦਾ ਗੰਦ ਪਾਉਣ ਲੱਗ ਗਏ ਆ, ਗਾਉਣ ਵਾਲੇ ਐਂ ਕਰਨ ਲੱਗ ਗਏ ਆ। ਉਹਦੇ 'ਚ ਤੁਸੀਂ ਉਹ ਗਾਉਣ ਵਾਲਿਆਂ ਨੂੰ ਸੁਣੋ ਜਿਹੜੇ ਗਾਉਣ ਵਾਲੇ ਇਸ ਪ੍ਰੋਸੈਸ ਦੇ ਵਿੱਚੋਂ ਨਿਕਲੇ ਆ। ਮੈਂ ਸਾਡੇ ਯੁਵਕ ਮੇਲਿਆਂ ਦੇ ਵਿੱਚੋਂ ਨਿਕਲੇ ਹੋਏ ਉਹਨਾਂ ਕਲਾਕਾਰਾਂ ਦਾ ਜਦੋਂ ਬਹੁਤ ਮਾਣ ਨਾਲ ਨਾਂ ਲੈਂਦਾ, ਜਿਹਦੇ ਵਿੱਚ ਦਿਵਿਆ ਦੱਤਾ ਵੀ ਸ਼ਾਮਲ ਹੈ, ਜਿਹਦੇ 'ਚ ਪੰਮੀ ਬਾਈ ਵੀ ਸ਼ਾਮਲ ਹੈ, ਜਿਹਦੇ 'ਚ ਹਰਭਜਨ ਮਾਨ ਵੀ ਸ਼ਾਮਲ ਹੈ, ਜਿਹਦੇ 'ਚ ਸਰਬਜੀਤ ਚੀਮਾ ਵੀ ਸ਼ਾਮਲ ਹੈ। ਇਸ ਤਰ੍ਹਾਂ ਜਸਵਿੰਦਰ ਭੱਲਾ, ਮਤਲਬ ਇਸ ਤਰ੍ਹਾਂ ਦੇ ਆਰਟਿਸਟ ਆ ਜਿਹੜੇ ਐਜੂਕੇਸ਼ਨ ਦੇ ਨਾਲ ਨਿਕਲੇ। ਤਾਂ ਵਿਦਿਆਰਥੀਆਂ ਦੇ ਲਈ ਐਜੂਕੇਸ਼ਨ ਹੈ ਜਿਹੜੀ ਉਹ ਉਹਨਾਂ ਦੇ ਜੀਵਨ ਦਾ ਆਧਾਰ ਹੈ, ਤੇ ਜਿਹੜੀਆਂ ਸਹਿ-ਵਿਦਿਅਕ ਗਤੀਵਿਧੀਆਂ ਉਹ ਉਹਨਾਂ ਦੀ ਜੀਵਨ ਦੇ ਇਸ ਆਧਾਰ ਨੂੰ ਹੋਰ ਡਿਵੈਲਪ ਕਰਦੀਆਂ। ਮਤਲਬ ਮੈਂ ਇੱਕ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸਦਾ ਕਿ ਜੇ ਛੱਡ ਪਾਈ ਆ ਤੁਹਾਡੇ, ਇਹ ਤੁਹਾਡੀ ਪਰਸਨੈਲਿਟੀ ਨੂੰ ਬਣਾ ਰਹੀ ਆ, ਪਰ ਜੇ ਇਹਦੇ ਉੱਪਰ ਟਾਈ ਲਾ ਲਓਗੇ ਤਾਂ ਉਹ ਤੁਹਾਡੀ ਪਰਸਨੈਲਿਟੀ ਨੂੰ ਹੋਰ ਦੇਖਣ ਦੇ ਵਿੱਚ ਡਿਵੈਲਪ ਕਰ ਦੇਗੀ, ਤੁਸੀਂ ਸੋਹਣੇ ਲੱਗਣ ਲੱਗ ਜਾਓਗੇ। ਇਹਦਾ ਮਤਲਬ ਜਿਹੜੀ ਐਜੂਕੇਸ਼ਨ ਹੈ ਉਹ ਸ਼ਰਟ ਹੈ, ਉਹ ਬਹੁਤ ਜ਼ਰੂਰੀ ਆ, ਤੇ ਜਿਹੜੀ ਸਹਿ-ਵਿਦਿਅਕ ਗਤੀਵਿਧੀਆਂ ਉਹ ਟਾਈ ਆ, ਤੇ ਉਹਨੂੰ ਹੋਰ ਵੀ ਸ਼ਰਟ ਨੂੰ ਸੋਹਣਾ ਲਾਉਣ ਦੇ ਲਈ ਉਹ ਟਾਈ ਕੰਮ ਕਰਦੀ ਆ। ਪਰ ਹੁਣ ਇੱਥੇ ਇੱਕ ਗੱਲ ਸੋਚ ਕੇ ਦੇਖੋ ਕਿ ਜੇ ਸ਼ਰਟ ਨਾ ਪਾਈ ਹੋਵੇ ਤੇ ਕੱਲੀ ਟਾਈ ਬੰਦਾ ਲਾ ਲੇ, ਫਿਰ ਉਹ ਟਾਈ ਫਾਹਾ ਬਣ ਜਾਂਦੀ, ਫਿਰ ਉਹ ਕਲਾ ਵੀ ਜਿਹੜੀ ਆ ਉਹ ਖਤਰਨਾਕ ਬਣ ਜਾਂਦੀ ਹੈ ਜੇ ਬੰਦੇ ਕੋਲੇ ਐਜੂਕੇਸ਼ਨ ਨਾ ਹੋਵੇ। ਸੋ ਪਹਿਲਾਂ ਵਿਦਿਆਰਥੀਆਂ ਨੂੰ ਐਜੂਕੇਸ਼ਨ ਦੇ ਨਾਲ ਜੋੜੋ। ਮੈਂ ਸਾਡੇ ਵਾਈਸ ਚਾਂਸਲਰ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਯਾਰ ਜਿਹੜੇ ਵਿਦਿਆਰਥੀ ਦੀ ਰੀਪੇਅਰ ਆਈ ਆ ਨਾ ਜਾਂ ਸਪਲੀ ਆਈ ਆ, ਉਹਨੂੰ ਉਸ ਸਾਲ ਯੁਵਕ ਮੇਲਿਆਂ 'ਚ ਪਾਰਟਿਸਿਪੇਟ ਨਾ ਕਰਾਓ। ਇਹ ਗੱਲ ਸਹੀ ਆ ਕਿ ਜੇ ਐਜੂਕੇਸ਼ਨ ਦੇ ਵਿੱਚ ਅਸੀਂ ਮਾਰ ਖਾ ਗਏ ਤਾਂ ਫਿਰ ਅਸੀਂ ਸਹਿ-ਵਿਦਿਅਕ ਤਾਂ ਵਿਦਿਆ ਦੇ ਨਾਲ ਜੁੜੀ ਹੋਈ ਗਤੀਵਿਧੀ ਆ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਦੱਸੋ ਕਿ ਅਸੀਂ ਪੜ੍ਹਾਈ ਦੇ ਵਿੱਚ ਵੀ ਹੁੰਦੇ। ਵੈਸੇ ਤਾਂ ਅੱਜ ਤੱਕ ਪੰਜਾਬ ਯੂਨੀਵਰਸਿਟੀ ਦਾ ਇੱਕ ਰਿਕਾਰਡ ਹੈ ਕਿ ਸਾਡੇ ਜਿਹੜੇ ਟੌਪਰ ਹੁਨਰਮੰਦ ਵਿਦਿਆਰਥੀ ਆ ਉਹ ਐਜੂਕੇਸ਼ਨ 'ਚ ਵੀ ਟੌਪਰ। ਜਿਹੜਾ ਵਿਦਿਆਰਥੀ ਇੱਕ ਪਾਸੇ ਕਾਮਯਾਬ ਆ ਉਹ ਦੂਜੇ ਪਾਸੇ ਵੀ ਕਾਮਯਾਬ ਹੁੰਦਾ ਹੈ। ਲੇਕਿਨ ਕਦੇ ਵੀ ਵਿਦਿਆਰਥੀ ਨੂੰ ਇਸ ਗੱਲ ਦੀ ਆਦਤ ਨਾ ਪਾਓ ਕਿ ਉਹ ਕਲਾਸਾਂ ਛੱਡ ਕੇ ਰੈਸਲ ਕਰੇ ਜਾਂ ਪੜ੍ਹਾਈ ਦੀ ਕਾਸਟ ਤੇ ਰੈਸਲ ਕਰੇ। ਮਤਲਬ ਇਸ ਪਾਸੇ ਆਉਣਾ ਤਾਂ ਤੁਹਾਨੂੰ ਆਪਣੇ ਟਾਈਮ ਨੂੰ ਤੁਸੀਂ ਵੀ ਡਿਵੋਟ ਕਰੋ। ਜਿਹੜਾ ਟੀਚਰ ਆਪਦੀ ਕਲਾਸ ਛੱਡ ਕੇ ਰੈਸਲ ਕਰਾਉਂਦਾ ਉਹ ਟੀਚਰ ਇਮਾਨਦਾਰੀ ਨਾਲ ਕੰਮ ਨਹੀਂ ਕਰ ਸਕਦਾ। ਕਲਾਸ ਬਿਲਕੁਲ, ਜਿਹੜਾ ਮੈਂ ਕਹਿੰਦਾ ਕਲਾਸਾਂ ਵੀ ਪੂਰੀਆਂ ਲਾਓ, ਉਹਨੂੰ ਕਹੋ ਸ਼ਾਮ ਨੂੰ 5 ਵਜੇ ਆ ਜਾ, ਉਦੋਂ ਤੁਸੀਂ ਪੂਰੀ ਤਸੱਲੀ ਨਾਲ, ਤੁਹਾਡੇ ਮਨ ਦੇ ਵਿੱਚ ਇੱਕ ਤਸੱਲੀ ਹੁੰਦੀ ਆ ਕਿ ਮੈਂ ਆਪਣੀਆਂ ਕਲਾਸਾਂ ਵੀ ਪੂਰੀਆਂ ਲਾਈਆਂ। ਪਰ ਹੁਣ ਸਾਡੇ ਅਧਿਆਪਕਾਂ ਦੇ ਉੱਪਰ ਮੈਂ ਜਦੋਂ ਪੜ੍ਹਦਾ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੈਂ ਪੜ੍ਹਿਆ, ਮੈਂ ਗਵਰਨਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਤੋਂ BSc ਕੀਤੀ ਆ। ਸਾਡੇ ਟੀਚਰ ਸਾਡੇ ਨਾਲ ਜੁੜੇ ਨੇ, ਅੱਜ ਤੱਕ ਵੀ ਮੈਨੂੰ ਟੀਚਰ ਯਾਦ ਹੈ। ਮੈਨੂੰ ਸਿਲੇਬਸ ਵਾਲਾ ਟੀਚਰ ਭਾਵੇਂ ਕੋਈ ਯਾਦ ਨਾ ਹੋਵੇ ਜਿੱਥੋਂ ਮੈਂ ਸਾਇੰਸ ਪੜ੍ਹਿਆ, ਪਰ ਜਿਨ੍ਹਾਂ ਤੋਂ ਮੈਂ ਇਹ ਸਿੱਖਿਆ, ਭਾਵੇਂ ਉਹ ਡਾਕਟਰ ਬ੍ਰਹਮ ਜਗਦੀਸ਼ ਹੋਣ, ਭਾਵੇਂ ਪ੍ਰੋਫੈਸਰ ਗੁਰਦਿਆਲ ਸਿੰਘ ਹੋਣ, ਭਾਵੇਂ ਪ੍ਰੋਫੈਸਰ ਜਲੌਰ ਸਿੰਘ ਖੀਵਾ ਹੋਣ, ਪ੍ਰੋਫੈਸਰ ਦਲਵੀਰ ਸਿੰਘ ਹੋਣ, ਡਾਕਟਰ ਕੇਸ਼ਵ ਰਾਮ ਸ਼ਰਮਾ ਹੋਣ, ਮਤਲਬ ਜਿਨ੍ਹਾਂ ਤੋਂ ਮੈਂ ਸਟੇਜੀ ਸਿੱਖਿਆ ਸਿੱਖੀ ਆ, ਉਹਨਾਂ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਿਆ ਕਿ ਉਹਨਾਂ ਨੇ ਕਿੰਨੀ ਇਮਾਨਦਾਰੀ ਦੇ ਨਾਲ ਸਾਨੂੰ ਇਹਨਾਂ ਗਤੀਵਿਧੀਆਂ ਦੇ ਨਾਲ ਜੋੜਿਆ। ਸੋ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਹੁਣ ਸਾਡੇ ਟੀਚਰਾਂ ਦੀ ਇੱਕ ਮਜਬੂਰੀ ਵੀ ਆ ਕਿ ਉਦੋਂ ਸਾਡੇ ਅਧਿਆਪਕਾਂ ਦੇ ਉੱਪਰ ਕਿਸੇ ਕਿਸਮ ਦੀ ਤਲਵਾਰ ਨਹੀਂ ਸੀ ਲੰਮਦੀ ਜਿਹੜੀ ਹੁਣ ਸਾਡੇ ਅਧਿਆਪਕ, ਕਿਉਂਕਿ ਮੈਂ ਅਧਿਆਪਕਾਂ ਦੇ ਵਿੱਚ ਵਿਚਰਦਾ, ਮੈਂ ਅਧਿਆਪਕਾਂ ਨੂੰ ਬਹੁਤ ਸਾਰੀਆਂ ਕਮੇਟੀਆਂ ਦੇ ਵਿੱਚ ਉਹਨਾਂ ਤੋਂ ਕੰਮ ਲੈਣਾ,
ਹੁਣ ਐਡਹੋਕਿਜ਼ਮ ਆ ਗਿਆ। ਐਡਹੋਕਿਜ਼ਮ ਕਰਕੇ ਅਧਿਆਪਕ ਹੈ ਜਿਹੜਾ ਉਹ ਖੁਦ ਇੱਕ ਦੁਵਿਧਾ ਦੇ ਵਿੱਚ ਹੈ ਕਿ ਉਹਨੂੰ ਪਤਾ ਨਹੀਂ ਕਿ ਮੈਂ ਇੱਥੇ ਕੰਟੀਨਿਊ ਕਰਨਾ ਹੈ ਕਿ ਨਹੀਂ ਕਰਨਾ, ਤਾਂ ਇਸ ਕਰਕੇ ਉਹ ਪੂਰੀ ਕੰਸਨਟ੍ਰੇਸ਼ਨ ਦੇ ਨਾਲ ਉਸ ਗਤੀਵਿਧੀ ਦੇ ਨਾਲ ਨਹੀਂ ਜੁੜ ਸਕਦਾ। ਪਰ ਮੈਂ ਉਹਨਾਂ ਅਧਿਆਪਕਾਂ ਨੂੰ ਇਹ ਬੇਨਤੀ ਕਰਦਾ ਕਿ ਉਸ ਗੱਲ ਨੂੰ ਪਾਸੇ ਰੱਖ ਕੇ ਜਦੋਂ ਤੁਸੀਂ ਆਪਣੇ ਵਿਦਿਆਰਥੀ ਨੂੰ ਕੁਝ ਸਿਖਾਉਣੇ ਆ ਤਾਂ ਤੁਸੀਂ ਆਪ ਬਹੁਤ ਕੁਝ ਸਿੱਖਦੇ। ਤੁਸੀਂ ਇਸ ਪਰਪਸ ਦੇ ਨਾਲ ਵਿਦਿਆਰਥੀਆਂ ਨੂੰ ਸਿਖਾਓ ਕਿ ਤੁਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਣਾ। ਮੈਂ ਜਦੋਂ ਵਿਦਿਆਰਥੀਆਂ ਨੂੰ ਰਿਹਰਸਲ ਕਰਾਉਣਾ ਤਾਂ ਉਹਨਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਬਿਨਾਂ ਹੀ ਮੈਂ ਬਹੁਤ ਕੁਝ ਸਿੱਖ ਜਾਂਦਾ। ਜਦੋਂ ਉਹ ਸਵਾਲ ਕਰਦੇ ਆ, ਜਦੋਂ ਉਹਨਾਂ ਨੂੰ ਕੁਝ ਸਿਖਾਉਣਾ, ਬਹੁਤ ਕੁਝ ਸਿਖਾ ਦਿੰਦੇ ਆ। ਸੋ ਤੁਸੀਂ ਇਸ ਕਰਕੇ ਕਿ ਯੂਥ ਨੋਬਲ ਕਾਜ ਜਿਹੜਾ ਹੈਗਾ ਯੂਥ ਵੈਲਫੇਅਰ ਦਾ, ਉਹਦੇ ਲਈ ਅੱਗੇ ਆਓ ਤਾਂ ਕਿ ਅਸੀਂ ਵਿਦਿਆਰਥੀਆਂ ਨੂੰ, ਕਿਉਂਕਿ ਉਹਨਾਂ ਨੂੰ ਅਸੀਂ ਇੱਕ ਗੱਲ ਜ਼ਰੂਰ ਸਿਖਾਉਣੀ ਆ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ। ਇਹ ਮੁਸੀਬਤਾਂ ਸਾਡੇ ਅਧਿਆਪਕ ਵੀ ਇਸ ਵੇਲੇ ਚੱਲ ਰਹੇ ਆ। ਕਰੋਨਾ ਵਾਇਰਸ ਕਰਕੇ ਜਾਂ ਲੋਕਡਾਊਨ ਕਰਕੇ ਬਹੁਤ ਸਾਰੇ ਕਾਲਜਾਂ ਦੀ, ਬਹੁਤ ਸਾਰੇ ਸਕੂਲਾਂ ਦੀ, ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀ ਇਹ ਸਮੱਸਿਆ ਆ ਗਈ ਆ ਕਿ ਬਹੁਤ ਸਾਰੇ ਅਧਿਆਪਕ ਤਾਂ ਹੋਰ ਗੱਲ ਸੋਚ ਹੀ ਨਹੀਂ ਸਕਦੇ। ਮੈਨੂੰ 2-3 ਮੇਰੇ ਯਾਰਾਂ ਦੋਸਤਾਂ ਵਰਗੇ ਟੀਚਰ ਆ, ਉਹ ਕਹਿੰਦੇ ਯਾਰ ਤੁਸੀਂ ਐਕਟੀਵਿਟੀ, ਮੈਂ ਉਹਨਾਂ ਨੂੰ ਕਿਹਾ ਯਾਰ ਕੰਪੀਟੀਸ਼ਨ ਕਰਾ ਲਓ। ਉਹ ਕਹਿੰਦੇ ਡਾਕਟਰ ਸਾਹਿਬ ਤੁਸੀਂ ਕੰਪੀਟੀਸ਼ਨ ਦੀ ਗੱਲ ਕਰਦੇ ਆ, ਸਾਡਾ ਰਿਸ਼ਤਾ ਉਧਰੋਂ ਜਵਾਬ ਦੇਣ ਨੂੰ ਫਿਰਦੇ ਆ। ਉਹ ਕਹਿੰਦੇ ਤੁਹਾਨੂੰ ਨੌਕਰੀ ਵੀ ਗਈ। ਮਤਲਬ ਇਸ ਤਰ੍ਹਾਂ ਦੀਆਂ ਫਿਊਚਰ ਉਹਨਾਂ ਦਾ ਸਾਰਾ ਜਿਹੜਾ ਸਾਹਮਣੇ ਆ ਉਹ ਖੜਾ। ਲੇਕਿਨ ਫਿਰ ਵੀ ਜ਼ਿੰਦਗੀ ਬਹੁਤ ਵੱਡੀ ਜਿਹੜੀ ਆ ਉਹ ਇਹ ਲੋਕਡਾਊਨ ਨੇ ਇੱਕ ਸਾਨੂੰ ਰਾਹ ਦਿਖਾਇਆ। ਜੇ ਡਾਕਟਰ ਅਸ਼ਵਨੀ ਭੱਲਾ ਵੀ ਇਸੇ ਕਰਕੇ ਡਰ ਕੇ ਬਹਿ ਜਾਂਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਅੱਜ 5ਵਾਂ ਜਿਹੜਾ ਚੱਲ ਰਿਹਾ ਹੈ ਇਹਨਾਂ ਦਾ ਜਿਹੜਾ ਸੀਰੀਜ਼ ਦਾ ਇਹ ਅੰਕ ਚੱਲ ਰਿਹਾ, ਹਰ ਰੋਜ਼ 2 ਇਹ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਆ ਔਰ ਹਜ਼ਾਰਾਂ ਟੀਚਰਾਂ ਨੂੰ ਇਹਨਾਂ ਨੇ ਇਹਦੇ ਰੂਬਰੂ ਕਰਕੇ ਜਿਹੜੀਆਂ ਗੱਲਾਂ ਉਹਦੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਵਾਇਆ। ਤਾਂ ਇਹਦਾ ਮਤਲਬ ਡਾਕਟਰ ਅਸ਼ਵਨੀ ਭੱਲਾ ਨੇ ਇਸ ਮਾੜੇ ਟਾਈਮ ਦੇ ਵਿੱਚੋਂ ਵੀ ਕੁਛ ਨਾ ਕੁਛ ਚੰਗਾ ਲੱਭ ਕੇ ਸਾਨੂੰ ਸਾਰਿਆਂ ਨੂੰ ਜੋੜ ਲਿਆ। ਸੋ ਇੱਕ ਵਿਦਿਆਰਥੀ ਨੇ ਮੈਨੂੰ ਸ਼ੇਅਰ ਭੇਜਿਆ ਕਿ ਜ਼ਿੰਦਗੀ 'ਚ ਔਖੇ ਮੋੜ ਆਉਣਗੇ, ਰਾਹਾਂ ਵਿੱਚ ਪੈਰਾਂ ਥੱਲੇ ਰੋੜ ਆਉਣਗੇ, ਧੁੱਪਾਂ ਕੋਲੋਂ ਡਰ ਕੇ ਨਾ ਬੈਠ ਜਾਇਓ ਮਿੱਤਰੋ, ਅੱਗੇ ਜਾ ਕੇ ਛਾਵਾਂ ਵਾਲੇ ਬੋੜ ਆਉਣਗੇ। ਸੋ ਜੇ ਆਹ ਧੁੱਪਾਂ ਜਿਹੜੀਆਂ ਇਹਨਾਂ ਨੂੰ ਅਸੀਂ ਕੱਢ ਲਈਏ, ਧੁੱਪਾਂ ਵਿੱਚ ਦੀ ਲੰਘ ਜਾਈਏ, ਜੇਠ ਠਾਠ ਦੀਆਂ ਧੁੱਪਾਂ 'ਚ ਲੰਘ ਜਾਈਏ, ਅਗਲੇ ਚੌਂਕਾਂ ਦੇ ਵਿੱਚ ਸਾਨੂੰ ਬੋੜ ਉਡੀਕ ਰਹੇ ਆ ਜਿਨ੍ਹਾਂ ਦੀ ਛਾਵਾਂ ਥੱਲੇ ਅਸੀਂ ਬੈਠਣਾ। ਸੋ ਉਹਨਾਂ ਬੋੜਾਂ ਦੀਆਂ, ਉਹਨਾਂ ਪਿੱਪਲਾਂ ਦੀਆਂ ਛਾਵਾਂ ਥੱਲੇ ਬੈਠਣਾ ਹੀ ਜਿਹੜਾ ਉਹ ਮੀਨਿੰਗਫੁਲ ਲਾਈਫ ਹੈ। ਉੱਥੋਂ ਤੱਕ ਅਸੀਂ ਪਹੁੰਚਣਾ, ਮਿਹਨਤ ਦੇ ਨਾਲ ਪਹੁੰਚਣਾ, ਆਪ ਮਿਹਨਤ ਕਰਨੀ ਆ, ਵਿਦਿਆਰਥੀਆਂ ਨੂੰ ਮਿਹਨਤ ਕਰਾਉਣੀ ਆ। ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਡਾਕਟਰ ਅਸ਼ਵਨੀ ਭੱਲਾ ਹੋਰਾਂ ਦਾ ਬਹੁਤ ਧੰਨਵਾਦੀ ਹਾਂ। ਡਾਕਟਰ ਸਤਿੰਦਰ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਮੈਨੂੰ ਮਤਲਬ ਸੁਣਿਆ ਇਸ ਮੌਕੇ। ਮੇਰੇ ਦੋਸਤ ਡਾਕਟਰ ਸਿੰਗਲਾ ਜੀ, ਡਾਕਟਰ ਮਹੇਸ਼ ਸਾਹਿਬ ਬੈਠੇ ਆ ਆਸਟ੍ਰੇਲੀਆ ਤੋਂ, ਜਿੰਨੇ ਵੀ ਦੋਸਤ ਟੀਚਰ ਮੇਰੇ ਜੁੜੇ ਆ। ਔਰ ਮੈਂ ਹਰ ਵਕਤ ਤੁਹਾਡੇ ਨਾਲ ਮੋਢਾ ਲਾ ਕੇ ਕੰਮ ਕਰਨ ਨੂੰ ਤਿਆਰ ਹਾਂ। ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੋਵੇ ਕਿ ਅਸੀਂ ਯੂਥ ਲਈ, ਸਟੂਡੈਂਟ ਵੈਲਫੇਅਰ ਲਈ ਇਹ ਕੰਮ ਕਰ ਸਕਦੇ ਹਾਂ ਪੰਜਾਬ ਯੂਨੀਵਰਸਿਟੀ ਦੇ, ਕਿਉਂਕਿ ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਜੀ ਵੱਲੋਂ ਵੀ, ਯੂਨੀਵਰਸਿਟੀ ਦੀ ਅਥਾਰਟੀ ਵੱਲੋਂ ਵੀ ਮੈਨੂੰ ਇਸ ਗੱਲ ਦੀ ਖੁੱਲੀ ਛੁੱਟੀ ਹੈ ਕਿ ਤੁਸੀਂ ਵਿਦਿਆਰਥੀਆਂ ਲਈ ਚੰਗਾ ਕੰਮ ਕਰੋ ਤਾਂ ਕਿ ਇਸ ਪੀਰੀਅਡ ਦੇ ਦੌਰਾਨ, ਇਸ ਵੇਲੇ ਜੇ ਸਭ ਤੋਂ ਵੱਧ ਕੋਈ ਸਮੱਸਿਆ ਦੇ ਵਿੱਚ ਹੈ, ਸਭ ਤੋਂ ਵੱਧ ਟਾਰਗੇਟ ਹੈ, ਸਭ ਤੋਂ ਵੱਧ ਜੇ ਕੋਈ ਬੰਦਾ ਇਸ ਵੇਲੇ ਕੋਈ ਪੀੜ੍ਹੀ ਸਾਡੀ ਹੈ ਤਾਂ ਉਹ ਨੌਜਵਾਨ ਪੀੜ੍ਹੀ ਹੈ। ਤੇ ਨੌਜਵਾਨ ਪੀੜ੍ਹੀ ਦੇ ਲਈ ਅਧਿਆਪਕਾਂ ਦੀ ਛਾਂ ਜਿਹੜੀ ਉਹ ਬੋੜਾਂ ਦੀਆਂ ਛਾਵਾਂ ਵਰਗੀ ਆ, ਪਿੱਪਲਾਂ ਦੀਆਂ ਛਾਵਾਂ ਵਰਗੀ ਆ। ਉਹ ਛਾਂ ਉਹਨਾਂ ਕੋਲੋਂ ਖੁਸਣੀ ਨਹੀਂ ਚਾਹੀਦੀ ਹੈ ਇਸ ਵੇਲੇ। ਇਹਨਾਂ ਸ਼ਬਦਾਂ ਨਾਲ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਭੱਲਾ ਸਾਹਿਬ ਬਹੁਤ ਮਿਹਰਬਾਨੀ। ਬਹੁਤ ਧੰਨਵਾਦ ਡਾਕਟਰ ਜੌੜਾ ਜੀ ਕਿ ਤੁਸੀਂ ਆਪਣੇ ਤਜਰਬੇ ਦੇ ਵਿੱਚੋਂ ਤੁਸੀਂ ਗੱਲ ਕੀਤੀ ਕਿ ਮੈਂ ਗਵਰਨਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਪੜ੍ਹਿਆ ਤੇ ਮੈਂ ਸਰ ਉਸ ਕਾਲਜ ਦੇ ਵਿੱਚ ਪੜ੍ਹਾਇਆ ਔਰ ਆਪਣੀ ਅਧਿਆਪਨ ਦਾ ਕਾਰਜ ਹੀ ਉਸ ਕਾਲਜ ਤੋਂ ਸ਼ੁਰੂ ਕੀਤਾ। ਤੁਸੀਂ ਜਿਨ੍ਹਾਂ ਸ਼ਖਸੀਅਤਾਂ ਦੇ ਨਾਂ ਲਏ, ਮੈਂ ਉਹਨਾਂ ਸ਼ਖਸੀਅਤਾਂ ਦੇ ਨਾਲ ਵਿਚਰਿਆ। ਪ੍ਰੋਫੈਸਰ ਬ੍ਰਹਮ ਜਗਦੀਸ਼, ਪ੍ਰੋਫੈਸਰ ਜਲੌਰ ਸਿੰਘ ਖੀਵਾ, ਪ੍ਰੋਫੈਸਰ ਸੁਖਜਿੰਦਰ ਸਿੰਘ, ਪ੍ਰੋਫੈਸਰ ਸਾਧੂ ਸਿੰਘ ਜਿਹੜੇ ਬਾਅਦ ਚ ਰਿਟਾਇਰ ਹੋ ਕੇ ਪਾਰਲੀਮੈਂਟ ਵੀ ਬਣੇ, ਪ੍ਰੋਫੈਸਰ ਗੁਰਦਿਆਲ ਸਿੰਘ ਜਿਹੜੇ ਕਿ ਉੱਥੋਂ ਦੇ ਇੱਕ ਮੁੱਢਲੇ ਅਧਿਆਪਕ ਰਹੇ ਔਰ ਜ਼ਿੰਦਗੀ ਦੇ ਵਿੱਚ ਪਦਮ ਸ਼੍ਰੀ ਦੇ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਮੈਂ ਇਹ ਮਹਿਸੂਸ ਕਰਦਾ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹਨਾਂ ਵਰਗੇ ਅਧਿਆਪਕਾਂ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ। ਕਿਉਂਕਿ ਮੈਂ ਜਦੋਂ ਜਲੌਰ ਸਿੰਘ ਖੀਵਾ ਜੀ ਨਾਲ ਗੱਲ ਕਰਦਾ ਸੀ, ਇੱਕ ਦਿਨ ਮੈਂ ਉਹਨਾਂ ਦੇ ਘਰ ਗਿਆ, ਉਹ ਪ੍ਰੋਫੈਸਰ ਸਨ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਘਰ ਕਦੋਂ ਬਣਾਇਆ? ਕਹਿੰਦੇ ਜੀ 4 ਸਾਲ ਲੱਗ ਗਏ ਮੈਨੂੰ ਘਰ ਬਣਾਉਣ 'ਚ। ਔਰ ਮੈਂ ਇਹ ਜਾਣ ਕੇ ਹੈਰਾਨ ਹੋਇਆ ਕਿ ਉਸ ਸ਼ਖਸੀਅਤ ਨੇ ਉਸ ਘਰ ਦੀ ਹਰ ਇੱਟ ਆਪਣੇ ਹੱਥ ਨਾਲ ਲਾਈ, ਉਹ ਸਾਰੀ ਆਪਣੇ ਹੱਥੀਂ ਕੀਤੀ ਔਰ ਉਹਨਾਂ ਦਾ ਲਗਾਵ ਜਿਹੜਾ ਸੀ ਸਾਹਿਤ ਦੇ ਨਾਲ ਔਰ ਜਿਸ ਤਰ੍ਹਾਂ ਦੀ ਉਹਨਾਂ ਦਾ ਆਪਣਤ ਸੀ ਆਪਣੇ ਘਰ ਦੇ ਨਾਲ, ਮੈਂ ਦੇਖ ਕੇ ਮਹਿਸੂਸ ਕਰਦਾ ਸਾਂ ਕਿ ਘਰ ਵਰਗੀ ਇੰਸਟੀਟਿਊਸ਼ਨ ਨੂੰ ਬਣਾਉਣ ਦੇ ਲਈ ਬਹੁਤ ਕੁਝ ਸਾਨੂੰ ਸਵੀਕਾਰ ਕਰਨਾ ਪੈਂਦਾ ਔਰ ਬਹੁਤ ਘਾਲਣੀ ਪੈਂਦੀ ਹੈ। ਪ੍ਰੋਫੈਸਰ ਬ੍ਰਹਮ ਜਗਦੀਸ਼ ਜੀ ਦਾ ਤੁਸੀਂ ਨਾਂ ਲਿਆ, ਬੋਰਡ ਥੱਲੇ ਅਸੀਂ ਬਹਿਆ ਕਰਦੇ ਸੀ, ਉਹਨਾਂ ਦੇ ਵਿਚਾਰ ਸੁਣਿਆ ਕਰਦੇ ਸੀ। ਜੋ ਬਿਲਡਿੰਗ, ਜੋ ਓਰੀਐਂਟੇਸ਼ਨ,
ਮੈਨੂੰ ਉੱਥੋਂ ਪ੍ਰਾਪਤ ਹੋਈ। ਮੈਨੂੰ ਲੱਗਦਾ ਕਿ ਸਾਡੀਆਂ ਯੂਨੀਵਰਸਿਟੀਆਂ ਤੇ ਸਾਡੀਆਂ ਕਲਾਸਰੂਮ ਉਹ ਓਰੀਐਂਟੇਸ਼ਨ ਨਹੀਂ ਕਰ ਸਕਦੀਆਂ। ਸੋ ਅਧਿਆਪਕ ਟੀਚਰ ਦਾ ਜਿਹੜਾ ਸੰਬੰਧ ਹੈ ਨਾ, ਉਹ ਥੋੜਾ ਜਿਹਾ ਨਿਖੜਦਾ ਜਾ ਰਿਹਾ। ਤੁਸੀਂ ਬਹੁਤ ਸਾਰਥਕ ਗੱਲਾਂ ਕੀਤੀਆਂ ਕਿ ਅਧਿਆਪਕ ਨੂੰ ਵੀ ਸੋਚਣਾ ਪੈਣਾ ਕਿ ਬਾਂਹ ਦੇ ਨਾਲ ਬਾਂਹ ਫੜ ਕੇ ਵਿਦਿਆਰਥੀ ਦੀ ਨਾਲ ਚੱਲਣਾ ਪੈਣਾ। ਮੈਂ ਕਦੇ ਨਹੀਂ ਦੇਖਿਆ ਕਿਸੇ ਅਧਿਆਪਕ ਨੂੰ ਕਿ ਲੈ ਕੇ ਬੈਠਾ ਹੋਵੇ ਲਾਇਬ੍ਰੇਰੀ ਦੇ ਵਿੱਚ ਤੇ ਉਹਨੂੰ ਕਿਤਾਬਾਂ ਸਮਝਾ ਰਿਹਾ ਹੋਵੇ ਕਿ ਆਹ ਕਿਤਾਬ ਤੈਨੂੰ ਲੋੜੀਂਦੀ ਹੈ। ਵਿਦਿਆਰਥੀ ਵਿਚਾਰੇ ਆਪ ਹੀ ਮੱਥਾ ਮਾਰਦੇ ਨੇ। ਇਹ ਚੀਜ਼ਾਂ ਸੋਚਣ ਦੀ ਲੋੜ ਹੈ। ਸਿਰਫ ਸਾਰਥਕ ਐਜੂਕੇਸ਼ਨ ਤਾਂ ਹੀ ਹੋਣੀ ਹੈ, ਮੀਨਿੰਗਫੁਲ ਤਾਂ ਹੀ ਹੋਣੀ ਹੈ ਜੇ ਅਧਿਆਪਕ ਤੇ ਵਿਦਿਆਰਥੀ ਦੋਹੇ ਮੋਢੇ ਨਾਲ ਮੋਢਾ ਜੋੜ ਕੇ ਬਿਲਕੁਲ ਨਾਲ ਹੋ ਕੇ ਚੱਲਣਗੇ। ਅਦਰਵਾਈਜ਼ ਜੋ ਸਮੱਸਿਆਵਾਂ ਸਾਨੂੰ ਆ ਰਹੀਆਂ ਨੇ ਅੱਗੇ ਵੀ ਆਉਂਦੀਆਂ ਰਹਿਣਗੀਆਂ। ਉਹਦਾ ਹੱਲ ਜਿਹੜਾ ਸਾਡੇ ਦੋਹਾਂ ਪਾਸ ਹੀ ਹੈ। ਬਹੁਤ ਬਹੁਤ ਸ਼ੁਕਰੀਆ ਸਰ। ਅੱਗੇ ਵੀ ਤੁਹਾਡੇ ਨਾਲ ਅਸੀਂ ਗੱਲ ਕਰਦੇ ਰਹਾਂਗੇ। ਤੁਸੀਂ ਜਾਣਾ ਨਹੀਂ, ਅਖੀਰ ਤੱਕ ਸਾਡੇ ਨਾਲ ਹੀ ਰਹਿਣਾ ਹੈ। ਕੁਝ ਗੱਲਾਂ ਮੈਂ ਡਾਕਟਰ ਸਾਹਿਬ ਨੂੰ ਸੁਣਨ ਲਈ ਬੈਠਾ ਜੀ। ਡਾਕਟਰ ਸਾਹਿਬ ਨੂੰ ਸੁਣਨ ਲਈ ਬੈਠਾ। ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਸਤਿੰਦਰ ਸਿੰਘ ਜੀ ਨੂੰ, ਜਿਨ੍ਹਾਂ ਨੂੰ ਮੈਂ ਯੂਨੀਵਰਸਿਟੀ ਲੈਵਲ ਦੇ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ, ਉੱਥੋਂ ਤੋਂ ਇਹ ਤਾਂ ਨਹੀਂ ਜਾਣਦੇ ਸੀ ਸਾਨੂੰ, ਲੇਕਿਨ ਅਸੀਂ ਇਹਨਾਂ ਦੀ ਸ਼ਖਸੀਅਤ ਨੂੰ ਹਮੇਸ਼ਾ ਦੇਖਦੇ ਰਹੇ। ਮੈਨੂੰ ਯਾਦ ਹੈ ਦਸ਼ਮੇਸ਼ ਆਡੀਟੋਰੀਅਮ ਦਾ ਉਹ ਵੱਡਾ ਹਾਲ ਜਿੱਥੇ ਇਹ ਭਾਸ਼ਣ ਦਿਆ ਕਰਦੇ ਸਨ ਤੇ ਅਸੀਂ ਸਰੋਤੇ ਬਣ ਕੇ, ਵਿਦਿਆਰਥੀ ਬਣ ਕੇ ਅੱਗੇ ਬੈਠੇ ਹੋਇਆ ਕਰਦੇ ਸਨ। ਤੇ ਮੈਨੂੰ ਮਾਣ ਉਦੋਂ ਹੋਇਆ ਜਦੋਂ ਮੈਂ BBK DAV ਕਾਲਜ ਦੇ ਵਿੱਚ ਇਹਨਾਂ ਨੂੰ ਪਹਿਲੀ ਵਾਰ ਉਹਨਾਂ ਦੇ ਜਿਹੜਾ ਹੌਸਟਲ ਹੈ ਉੱਥੇ ਮਿਲੇ। ਮੈਂ ਡਾਕਟਰ ਮੁਕੇਸ਼ ਅਰੋੜਾ ਜੀ, ਅਸੀਂ ਸਾਰੇ ਮਿੱਤਰ ਉੱਥੇ ਗਏ ਸਨ, ਡਾਕਟਰ ਗੁਰਪਾਲ ਜੀ, ਤੇ ਇਹਨਾਂ ਨੂੰ ਆਪਣੀ ਪਹਿਲੀ ਪੁਸਤਕ ਤੂੰ ਇੰਤਜ਼ਾਰ ਨਾ ਕਰ ਇਹਨਾਂ ਨੂੰ ਭੇਂਟ ਕੀਤੀ। ਔਰ ਜੋ ਹੌਸਲਾ ਅਫਜ਼ਾਈ ਇਹਨਾਂ ਨੇ ਮੈਨੂੰ ਕੀਤੀ, ਮੈਨੂੰ ਅੱਗੇ ਲਿਖਣ ਵਾਸਤੇ ਪ੍ਰੇਰਿਆ। ਇਹ ਪ੍ਰੇਰਨਾ ਜਿਹੜੀ ਹੈ, ਪ੍ਰੇਰਨਾਦਾਇਕ, ਮੇਰੇ ਨਾਲ ਇਹ ਸਿੱਧੇ ਤੌਰ ਤੇ ਨਾ ਵੀ ਜੁੜੇ ਹੋਣ ਕਾਰਨ ਇਹਨਾਂ ਦੇ ਜਿਹੜੇ ਸ਼ਬਦ ਨੇ ਜਾਂ ਜਦੋਂ ਵੀ ਇਹਨਾਂ ਦਾ ਫੋਨ ਆਉਂਦਾ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੇਰਨਾ ਵਾਲੀਆਂ ਗੱਲਾਂ ਹੁੰਦੀਆਂ ਨੇ। ਸੋ ਮੈਂ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਕਿ ਇਹਨਾਂ ਨੇ ਸਾਡਾ ਅੱਜ ਦਾ ਜਿਹੜਾ ਉਹ ਸਵੀਕਾਰ ਕੀਤਾ ਸੱਦਾ। ਮੈਂ ਹੁਣ ਡਾਕਟਰ ਸਤਿੰਦਰ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਆਪਣਾ ਵਕਤਵ ਦੇਣ। ਡਾਕਟਰ ਸਤਿੰਦਰ ਜੀ। ਤੁਹਾਨੂੰ ਸਾਰਿਆਂ ਨੂੰ ਮੇਰੀ ਵੱਲੋਂ ਜੀ ਆਇਆਂ ਨੂੰ ਹੈ। ਸਾਰੇ ਪਾਰਟਿਸਿਪੈਂਟਸ ਨੂੰ, ਸਪੀਕਰਸ ਨੂੰ ਔਰ ਸੁਣਨ ਵਾਲਿਆਂ ਨੂੰ। ਔਰ ਮੈਨੂੰ ਮੇਰਾ ਮੂਡ ਜਿਸ ਤਰ੍ਹਾਂ ਅਸ਼ਵਨੀ ਭੱਲਾ ਜੀ ਨੇ ਕਿਹਾ ਉਹ ਕੁਝ ਹੋਰ ਸੀ, ਪਰ ਨਿਰਮਲ ਜੌੜਾ ਜੀ ਨੇ ਅੱਜ ਤੱਕ ਕਮਾਲ ਕਰ ਦਿੱਤੀ ਹੈ। ਉਹ ਸਾਰੀਆਂ ਗੱਲਾਂ ਇੱਕ ਤੇ ਮੇਰੀਆਂ ਹਾਈਜੈਕ ਕਰਕੇ ਲੈ ਗਏ ਨੇ ਤੇ ਇੰਨੇ ਪਿਆਰ ਦੇ ਨਾਲ ਔਰ ਇੰਨੇ ਵਧੀਆ ਨਫਾਸਤ ਵਾਲੇ ਢੰਗ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਔਰ ਇੰਨੀ ਬਖੂਬੀ ਉਹ ਸਾਰੀਆਂ ਗੱਲਾਂ, ਤੇ ਜਿਹਦੇ ਵਿੱਚ ਇੰਨਾ ਜ਼ਿਆਦਾ ਆਦਰ ਭਾਵ। ਤਾਂ ਮੈਂ ਆਪਣੀ ਗੱਲ ਸ਼ਾਇਦ ਇਹੀ ਜ਼ਿਆਦਾ ਕਹਿਣੀ ਚਾਹੁੰਦਾ ਸੀਗਾ ਕਿ ਉਹ ਸਾਡਾ ਆਦਰ ਭਾਵ ਕਿੱਥੇ ਚਲਾ ਗਿਆ। ਅਧਿਆਪਕਾਂ ਪ੍ਰਤੀ ਵਿਦਿਆਰਥੀਆਂ ਦਾ ਆਦਰ ਭਾਵ, ਜਾਂ ਅਧਿਆਪਕਾਂ ਦਾ ਵਿਦਿਆਰਥੀਆਂ ਪ੍ਰਤੀ ਫਰਜ਼ ਔਰ ਕੀ ਕਹਿ ਲਓ ਉਹਨਾਂ ਦੇ ਬਾਰੇ ਚੰਗੀ ਸੋਚ, ਜਾਂ ਜਿਹਨੂੰ ਅਸੀਂ ਕਹਿੰਦੇ ਰਹੇ ਕਿ ਸਾਡੀ ਪੁਰਾਣੀ ਪੀੜ੍ਹੀ ਅਧਿਆਪਕਾਂ ਦੀ ਬੜੀ ਡਿਵੋਟਿਡ, ਡੈਡੀਕੇਟਿਡ ਹੈ ਔਰ ਉਸ ਢੰਗ ਨਾਲ ਉਹਨਾਂ ਨੇ ਸਾਨੂੰ ਪੜ੍ਹਾਇਆ, ਲਿਖਾਇਆ ਤੇ ਸਮਝਾਇਆ। ਤਾਂ ਮੈਂ ਨਿਰਮਲ ਜੌੜਾ ਜੀ ਦੇ ਸਾਰੇ ਉਹ ਜਿਸ ਤਰ੍ਹਾਂ ਉਹ ਬੋਲਦੇ ਪਏ ਸੀ, ਕੋਈ ਰਸਮੀ ਨਹੀਂ, ਉਹ ਦਿਲੋਂ ਬੋਲ ਰਹੇ ਸੀ। ਉਹਨਾਂ ਨੇ ਹਰ ਗੱਲ ਆਪਣੇ ਦਿਲੋਂ ਕਹੀ, ਐਵੇਂ ਉੱਪਰੋਂ ਨਹੀਂ ਕਹੀ ਕਿ ਵੀ ਮੈਂ ਕਿਤੇ ਡਾਕਟਰ ਸਤਿੰਦਰ ਸਿੰਘ ਦੀ ਤਾਰੀਫ ਕਰ ਰਿਹਾ ਜਾਂ ਡਾਕਟਰ ਅਸ਼ਵਨੀ ਭੱਲਾ ਦੀ ਜਾਂ ਉਹਨਾਂ ਦੇ ਪ੍ਰੋਗਰਾਮ ਦੀ ਤਾਰੀਫ ਕਰ ਰਿਹਾ। ਉਹ ਸੱਚਮੁੱਚ ਸਾਰਥਕਤਾ ਦੀ ਤਾਰੀਫ ਕਰ, ਸਿਗਨੀਫੀਕੈਂਸ ਦੀ ਤਾਰੀਫ ਕਰ ਰਹੇ, ਜਿਹੜੀ ਕਿ ਅੱਜ ਅਸੀਂ ਇਹਦੇ ਸਾਰੇ ਪ੍ਰੋਗਰਾਮ 'ਚ ਭਾਲਦੇ ਪਏ ਹਾਂ, ਵਿਚਾਰ ਕਰਦੇ ਹਾਂ। ਤਾਂ ਮੇਰਾ ਉਹਨਾਂ ਬਹੁਤ ਪਿਆਰ ਹੈ, ਮੇਰੇ ਛੋਟੇ ਭਰਾਵਾਂ ਵਾਂਗ ਨੇ ਉਹ, ਤੇ ਅਗਾਂਹ ਵੀ ਉਮੀਦ ਕਰਦੇ ਹਾਂ ਕਿ ਵਾਹਿਗੁਰੂ ਦੀ ਬਖਸ਼ਿਸ਼ ਨਾਲ ਉਹ ਹੋਰ ਅੱਗੇ ਬੁਲੰਦੀਆਂ ਨੂੰ ਛੂਹਣਗੇ ਤੇ ਹੋਰ ਵਿਕਾਸ ਕੈਰੀਅਰ ਵਿੱਚ ਉਹਨਾਂ ਦੇ ਅੱਗਾਂ ਆਏਗਾ। ਅੱਜ ਦਾ ਲੈਕਚਰ ਸੱਚਮੁੱਚ ਬਹੁਤ ਮਹੱਤਵਪੂਰਨ ਵਿਸ਼ੇ ਵਾਲਾ ਹੈ, ਜਿਹਦੀ ਲੜੀ ਚੱਲ ਰਹੀ ਹੈ ਡਾਕਟਰ ਅਸ਼ਵਨੀ ਭੱਲਾ ਜੀ ਦੇ ਉੱਦਮ ਦੇ ਨਾਲ, ਐਸੋਸੀਏਸ਼ਨ ਵੱਲੋਂ ਔਰ ਸਾਰੇ ਉਹਨਾਂ ਦੀ ਟੀਮ ਵੱਲੋਂ। ਤੇ ਲੈਕਚਰ ਵਿੱਚ ਕਾਫੀ ਪੱਖ, ਪਹਿਲਾਂ ਅੱਜ 5ਵਾਂ ਲੈਕਚਰ ਹੈ ਔਰ ਨਿਰਮਲ ਜੌੜਾ ਨੇ ਬੜੇ ਖੂਬਸੂਰਤ ਵਿਚਾਰ ਪੇਸ਼ ਕੀਤੇ ਨੇ, ਤੇ ਪਹਿਲਾਂ 4 ਲੈਕਚਰਾਂ ਵਿੱਚ ਵੀ ਕਈ ਪੱਖ ਆਏ। ਇਹਨਾਂ ਪੱਖਾਂ ਵਿੱਚ ਜੇ ਮੈਂ ਕਹਾਂ, ਅਧਿਆਪਕਾਂ ਬਾਰੇ ਗੱਲ ਹੋਈ ਹੈ, ਵਿਦਿਆਰਥੀਆਂ ਬਾਰੇ ਗੱਲ ਹੋਈ ਹੈ,
ਸਾਡੇ ਪਾਠਕ੍ਰਮਾਂ ਬਾਰੇ ਗੱਲ ਹੋਈ ਹੈ, ਸਾਡੀ ਸਿੱਖਿਆ ਨੀਤੀ ਬਾਰੇ ਵੀ ਕੁਝ ਛੂਹਾਂ ਹੋਈਆਂ ਨੇ। ਪਰ ਮੇਰਾ ਗੱਲ ਕਹਿਣ ਦਾ ਪਰਿਪੇਖ ਥੋੜਾ ਵੱਖਰਾ, ਉਹ ਵੱਖਰੇ ਪਰਿਪੇਖ ਦੀ ਗੱਲ ਮੈਂ ਬਾਅਦ ਚ ਕਰਾਂਗਾ। ਇਹ ਜਿਹੜੀ ਗੱਲ ਹੁਣ ਤੱਕ ਹੋਈ ਹੈ ਉਹਦੇ ਨਾਲ ਮੈਂ 2-3 ਗੱਲਾਂ ਆਪਣੇ ਵੱਲੋਂ ਜਿਹੜੀਆਂ ਜੋੜਨੀਆਂ ਚਾਹਨਾ। ਉਹ ਮੈਂ ਪਹਿਲਾਂ ਇਹ ਕਹਿਣਾ ਚਾਹਨਾ ਕਿ ਸੱਚਮੁੱਚ ਹੀ ਅਧਿਆਪਕ ਦੀ ਫਰਜ਼, ਅਧਿਆਪਕ ਦਾ ਨਿਸ਼ਠਾ, ਅਧਿਆਪਕ ਦੀ ਲਗਨ ਥੋੜੀ ਦੇ ਵਿੱਚ ਕਮੀ ਆਈ। ਮੈਂ ਸਾਰਿਆਂ ਮਜ਼ਮੂਨਾਂ ਬਾਰੇ ਤਾਂ ਗੱਲ ਨਹੀਂ ਕਹਿ ਸਕਦਾ ਜਾਂ ਇੰਨੇ ਦਾਅਵੇ ਨਾਲ ਨਹੀਂ ਕਹਿ ਸਕਦਾ, ਪਰ ਜਿੰਨਾ ਕੁ ਮੇਰੇ ਵਰਤੋਂ ਵਿਹਾਰ ਵਿੱਚ, ਕਿਉਂਕਿ ਮੈਂ ਵੀ ਸਾਇੰਸ ਦਾ ਸਟੂਡੈਂਟ ਰਿਹਾ, ਨਾਨ ਮੈਡੀਕਲ ਦਾ, ਫਿਰ ਲਿਟਰੇਚਰ ਵੱਲ ਆ ਗਿਆ, ਤੇ ਸਾਇੰਸਿਸ ਦੇ ਵਿੱਚ ਵੀ ਮੇਰੇ ਕੁਲੀਗ ਸਾਰੇ, ਉਹਨਾਂ ਦੇ ਪਿਛੋਕੜ 'ਚ ਵੀ ਮੈਂ ਗੱਲ ਕਰ ਸਕਦਾ, ਲਿਟਰੇਚਰ ਬਾਰੇ ਵੀ ਕਰਦਾ ਹੀ ਹਾਂ। ਤੋ ਅਧਿਆਪਕ ਦੇ ਵਿੱਚ ਉਹ ਲਗਨ ਦੀ ਉਹ ਸਾਨੂੰ ਘਾਟ ਨਜ਼ਰ ਆ। ਮਿਸਾਲ ਦੇ ਤੌਰ ਤੇ ਮੈਂ ਛੋਟੀ ਜਿਹੀ ਗੱਲ ਕਹਿਣਾ, ਇੱਕ ਮਿਸਾਲ ਦੇ ਤੌਰ ਉੱਤੇ, ਕਿ ਅਧਿਆਪਕ ਨੇ, ਸਾਡੇ ਸਾਹਿਤ ਦੇ ਖਾਸ ਤੌਰ ਤੇ ਅਧਿਆਪਕਾਂ ਨੇ ਕਲਾਸਰੂਮ ਟੀਚਿੰਗ ਦੇ ਵਿੱਚ ਟੈਕਸਟ ਦੇ ਮਹੱਤਵ ਨੂੰ ਹੀ ਛੱਡ ਦਿੱਤਾ। ਟੈਕਸਟ ਪੜ੍ਹਾਉਣੀ ਛੱਡ ਦਿੱਤੀ, ਪੜ੍ਹਨੀ ਵੀ ਸ਼ਾਇਦ ਛੱਡ ਦਿੱਤੀ ਹੋਵੇ ਤੇ ਪੜ੍ਹਾਉਣੀ ਵੀ ਛੱਡ ਦਿੱਤੀ। ਮੂਲ ਪਾਠ ਹੀ ਨਹੀਂ ਪੜ੍ਹਾਉਂਦੇ, ਤੇ ਮੂਲ ਪਾਠ ਨਾ ਪੜ੍ਹਾ ਕੇ ਉਹਦੇ ਵਿਸ਼ੇ ਵਸਤੂ ਬਾਰੇ ਜਾਂ ਹੋਰ ਉਹਦੇ ਪੱਖਾਂ ਬਾਰੇ ਵਿਚਾਰ ਚਰਚਾ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ। ਮੈਂ ਗੱਲ ਆਪਣੀ ਨੂੰ ਥੋੜੀ ਸੰਖੇਪ ਤਾਂ ਕਰਾਂਗਾ ਕਿ ਉਹ ਬੜੀਆਂ ਸੋਹਣੀਆਂ ਗੱਲਾਂ ਨੇ ਨਿਰਮਲ ਜੌੜਾ ਨੇ ਮੇਰੇ ਵਾਲੀਆਂ ਕੁਝ ਕਰ ਦਿੱਤੀਆਂ, ਮੈਂ ਉਹ ਰਿਪੀਟ ਨਹੀਂ ਕਰਾਂਗਾ। ਤੇ ਗੱਲ ਆਈ ਬੜੀ ਖੂਬਸੂਰਤ ਨਿਰਮਲ ਜੌੜਾ ਨੇ ਕਹੀ ਤੇ ਅਸ਼ਵਨੀ ਜੀ ਨੇ ਵੀ ਕਹੀ ਕਿ ਲਾਇਬ੍ਰੇਰੀ ਦੀ ਵਰਤੋਂ, ਤੇ ਮੈਨੂੰ ਇੱਕ ਆਪਣੀ ਗੱਲ ਯਾਦ ਆ ਗਈ ਕਿ ਮੈਂ ਉਸ ਵੇਲੇ ਪੰਜਾਬੀ ਡਿਪਾਰਟਮੈਂਟ 'ਚ HOD ਸੀ, ਤੇ ਡਾਕਟਰ ਹਰਭਜਨ ਸਿੰਘ ਹਰਾਂ ਨੂੰ, ਦਿੱਲੀ ਵਾਲਿਆਂ ਨੂੰ ਅਸੀਂ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ ਸੱਦਿਆ ਸੀ। ਤੇ ਗਰਮੀਆਂ ਦੇ ਦਿਨ ਸਨ, ਅੱਜ ਕੱਲ੍ਹ ਬੜੀ ਗਰਮੀ ਪੈਂਦੀ ਪਈ, ਤੇ ਮੇਰੇ ਕਮਰੇ 'ਚ AC ਹੈਗਾ ਸੀ, ਤੇ ਡਾਕਟਰ ਹਰਭਜਨ ਸਿੰਘ, ਉੱਥੇ ਸਾਡੀ ਲਾਇਬ੍ਰੇਰੀ ਹੈ, ਬੜਾ ਵੱਡਾ ਕਮਰਾ, ਡਿਪਾਰਟਮੈਂਟਲ ਲਾਇਬ੍ਰੇਰੀ ਸੀ, ਉਹਦੇ 'ਚ ਬੜੇ ਵੱਡੇ ਮੇਜ਼ ਤੇ ਬੈਠੇ, ਤੇ ਸਿਰ ਸੁੱਟ ਕੇ ਲਿਖੀ ਜਾ ਰਿਹਾ, ਪੜ੍ਹੀ ਜਾ ਰਿਹਾ, ਕਿਤਾਬਾਂ ਦਾ ਵੀ ਢੇਰ ਹੈ, ਤੇ ਉੱਠਦੇ ਆ, ਕੋਈ ਕਿਤਾਬ ਸਾਹਮਣੇ ਉਹ ਖਿੱਚ ਵੀ ਲਿਆਂਦੇ ਆ, ਪੜ੍ਹ ਲਿਆਂਦੇ ਆ, ਫਿਰ ਲਿਖੀ ਜਾ ਰਹੇ। ਮੈਂ ਬਾਰ-ਬਾਰ ਡਾਕਟਰ ਸਾਹਿਬ ਦੇ ਕੋਲ ਜਾ ਰਿਹਾ ਤੇ ਡਾਕਟਰ ਸਾਹਿਬ ਇੱਥੇ ਇੰਨੀ ਗਰਮੀ ਹੈ ਤੇ ਤੁਸੀਂ ਮੇਰੇ ਕਮਰੇ 'ਚ ਆ ਜਾਓ, ਚਲੋ AC ਹੈਗਾ ਉੱਥੇ, ਤੇ ਕੰਮ ਉੱਥੇ ਕਰ ਲਓ, ਥੋੜੀ ਜਿਹੀ ਸਹੂਲਤ ਹੈ। ਮਨ ਕਹਿੰਦਾ ਤੂੰ ਜਾ, ਮੈਂ ਫਿਰ ਵਾਪਸ ਆ ਜਾਵਾਂ। ਫਿਰ ਇੱਕ ਅੱਧਾ, ਫਿਰ ਲੰਚ ਬ੍ਰੇਕ ਤੇ ਮੈਂ ਉਹਨਾਂ ਨੂੰ ਖਾਣੇ ਵਾਸਤੇ ਨਾਲ ਲੈ ਕੇ ਜਾਣਾ ਸੀ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਮੇਰੀ ਗੱਲ ਮੰਨੀ ਨਹੀਂ। ਕਹਿੰਦੇ ਸਤਿੰਦਰ ਤੈਨੂੰ ਇਹ ਨਹੀਂ ਪਤਾ ਕਿ ਮੈਂ ਲਾਇਬ੍ਰੇਰੀ 'ਚ ਜਿਹੜਾ ਬੈਠਾ ਹੋਇਆ ਕੰਮ ਕਰਦਾ ਪਿਆ, ਮੇਰੇ ਆਸੇ-ਪਾਸੇ ਜਿਹੜੇ ਮੇਰੇ ਸਟੂਡੈਂਟ ਹੈ ਉਹ ਮੇਰੇ ਤੋਂ ਪ੍ਰੇਰਨਾ ਲੈ ਰਹੇ, ਉਹ ਮੈਨੂੰ ਕੰਮ ਕਰਦੇ ਨੂੰ ਦੇਖ ਕੇ ਉਹਨਾਂ ਦੇ ਵਿੱਚ ਕੰਮ, ਉਹ ਮੈਨੂੰ ਆ ਕੇ ਪੁੱਛ ਵੀ ਲੈਂਦੇ ਆ ਕਈ ਗੱਲਾਂ ਕਿ ਸਰ ਤੁਹਾਨੂੰ ਡਿਸਟਰਬ ਕਰਦੀ ਵਿੱਚੋਂ ਇਹ ਗੱਲ ਸਾਨੂੰ ਦੱਸ ਦਿਓ। ਤੇ ਮੈਂ ਉੱਥੇ ਬੈਠਾ, ਮੈਨੂੰ ਤਾਂ ਸਗੋਂ ਆਪਣਾ ਜ਼ਿਆਦਾ ਯੂਜ਼ਫੁਲਨੈਸ ਲੱਗਦੀ ਹੈ ਕਿ ਮੈਂ ਇਹਨਾਂ ਸਾਰਿਆਂ ਨੂੰ ਸਮਝਾ ਵੀ ਰਿਹਾ ਤੇ ਇਹਨਾਂ ਨੂੰ ਮੈਂ ਪ੍ਰੇਰਣਾ ਦੇ ਰਿਹਾ। ਮੈਨੂੰ ਇਹਨਾਂ ਗੱਲਾਂ ਦੀ ਸਮਝ ਆਈ ਤੇ ਮੈਂ ਸਮਝਿਆ ਕਿ ਸੱਚਮੁੱਚ ਇੱਕ ਅਧਿਆਪਕ ਦੇ ਵਿੱਚ ਇਹੋ ਜਿਹੇ ਗੁਣ ਉਹ ਕਿਸ ਤਰ੍ਹਾਂ ਆਉਂਦੇ ਆ ਤੇ ਆਉਣੇ ਚਾਹੀਦੇ। ਤਾਂ ਬੜੀ ਖੂਬਸੂਰਤ ਗੱਲ ਨਿਰਮਲ ਜੌੜਾ ਜੀ ਨੇ ਉਹਨਾਂ ਨੇ ਕਹੀ ਸੀ। ਤਾਂ ਮੈਂ ਵੀ ਥੋੜਾ ਜਿਹਾ ਆਪਣੇ ਕੈਰੀਅਰ ਵਿੱਚ, ਮੇਰੇ ਵਿਦਿਆਰਥੀ ਵੀ ਜੁੜੇ ਹੋਣਗੇ ਨਾਲ, ਹੋਰ ਵੀ ਮੈਂ ਥੋੜਾ ਜਿਹਾ ਸਖਤ ਅਧਿਆਪਕ ਹੀ ਰਿਹਾ। ਆਪਣੇ ਆਪ ਨੂੰ ਵੀ ਮੈਂ ਕੋਸਦਾ, ਜਿਸ ਗੱਲ 'ਚ ਮੈਂ ਕਿਤੇ ਪਛੜਿਆ ਜਾਂ ਮੈਂ ਘੱਟ ਧਿਆਨ ਦਿੱਤਾ ਤੇ ਮੈਂ ਆਪਣੇ ਆਪ ਨੂੰ ਬੜਾ ਕੋਸਦਾ, ਇਹ ਨਹੀਂ ਮੈਂ ਦੂਜਿਆਂ ਨੂੰ ਵੀ ਕਹਿੰਦਾ। ਤਾਂ ਸਾਡਾ ਅੱਜ ਦਾ ਸਭ ਤੋਂ ਵੱਡਾ ਨੁਕਸ ਹੀ ਆ ਗਿਆ ਕਿ ਅਸੀਂ ਦੂਜਿਆਂ ਨੂੰ ਜ਼ਿਆਦਾ ਕਹਿੰਦੇ ਆ, ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ। ਉਹਦੀ ਗੱਲ ਵੀ ਮੈਂ ਅਗਾਂਹ ਕਰਾਂ ਕਿ ਇਹ ਜਿਹੜਾ ਪਾਠ ਨੂੰ ਛੱਡ ਦਿੱਤਾ ਅਧਿਆਪਕਾਂ ਨੇ ਕਲਾਸ ਪੜ੍ਹਾ। ਫਿਰ ਇੱਕ ਬੜੀ ਅਲਾਰਮਿੰਗ ਸਿਚੁਏਸ਼ਨ, ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ, ਹੈਗੀ ਭੈੜੀ ਹੈ, ਕਿ ਮੈਨੂੰ ਕੁਝ ਟੀਚਰਾਂ ਵੱਲੋਂ ਸੁਣਿਆ ਆਇਆ ਕਿ ਜੀ ਅਸੀਂ ਫਲਾਣਾ ਸਿਲੇਬਸ ਦਾ ਪੋਰਸ਼ਨ ਅਜੇ ਨਹੀਂ ਪੜ੍ਹਾਇਆ। ਇਹ ਕਿਉਂ ਨਹੀਂ ਪੜ੍ਹਾਇਆ? ਕਿਉਂਕਿ ਉਹਦੇ ਤੇ ਅਜੇ ਗਾਈਡ ਨਹੀਂ ਆਈ। ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਕੀ ਸਾਡੀ ਹੁਣ ਕਲਾਸਰੂਮ ਟੀਚਿੰਗ ਗਾਈਡਾਂ ਉੱਤੇ, ਚੀਪ ਨੋਟਸ ਦੇ ਉੱਤੇ ਹੀ ਨਿਰਭਰ ਕਰ ਗਈ ਹੈ। ਅੱਜ ਸਾਰੀ ਦੁਨੀਆ ਦੇ ਵਿੱਚ ਇਨੋਵੇਟਿਵ ਟੀਚਿੰਗ, ਇਨੋਵੇਸ਼ਨ ਇਨ ਟੀਚਿੰਗ ਔਰ ਬੈਸਟ ਪ੍ਰੈਕਟਿਸਿਸ ਇਨ ਟੀਚਿੰਗ ਦੀਆਂ ਗੱਲਾਂ ਹੋ ਰਹੀਆਂ, ਜਿਹਦਾ ਕਿ ਮੁੱਲ ਲੋਕੀ ਖੱਟਦੇ ਆ ਤੇ ਉਹਦੀ ਕਹਿ ਲਓ ਕੋਈ ਨਾ ਕੋਈ ਉਹਦੀ ਮਾਨਤਾ ਲੈਂਦੇ। ਤੇ ਅਸੀਂ ਸਿਰਫ ਇੰਨਾ ਚੀਪ ਨੋਟਸ ਤੇ ਅਸੀਂ ਕੋਈ ਪੁਸਤਕਾਂ, ਕੋਈ ਰੈਫਰੈਂਸ ਬੁੱਕਸ, ਕੋਈ ਇਨਸਾਈਕਲੋਪੀਡੀਆ,
ਕੋਈ ਸੰਦਰਭ ਗ੍ਰੰਥ ਕੀ ਇਹਨਾਂ ਦਾ ਮਹੱਤਵ ਅਸੀਂ ਸਾਰਾ ਛੱਡ ਦਿੱਤਾ। ਤਾਂ ਇਹ ਮੈਨੂੰ ਗੱਲ ਵੀ ਦੁਖਦਾਈ ਲੱਗੀ, ਜਿਸ ਕਰਕੇ ਮੈਂ ਸ਼ੇਅਰ ਕਰ ਰਿਹਾ। ਪਰ ਮੈਂ ਇਹ ਗੱਲ ਕੋਈ ਹਉਮੈ ਤੋਂ ਜਾਂ ਅਹੰਕਾਰ ਦੇ ਵੱਸ ਨਹੀਂ ਕਹਿ ਰਿਹਾ, ਤੇ ਨਾ ਹੀ ਮੈਂ ਜੋ ਤਜਰਬੇ ਵਿੱਚ, ਜੋ ਐਕਚੁਅਲ ਵਾਸਤਵਿਕਤਾ ਦੇ ਵਿੱਚ ਦੇਖਿਆ, ਮੈਂ ਉਹੀ ਸਿਰਫ ਤੁਹਾਡੇ ਨਾਲ ਸਾਂਝਾ ਕਰ ਰਿਹਾ। ਕਿਉਂਕਿ ਮੇਰੀ ਇਹ ਧਾਰਨਾ ਇਹ ਵੀ ਹੈ ਕਿ ਟੀਚਰ ਕਦੀ ਨੈਗੇਟਿਵ ਨਹੀਂ ਹੁੰਦਾ। ਇਹ ਨੈਗੇਟਿਵ ਗੱਲ ਤੇ ਹੈ, ਪਰ ਟੀਚਰ ਦੇ ਵਿੱਚ ਨੈਗੇਟਿਵਿਟੀ ਨਹੀਂ ਹੁੰਦੀ। ਅਸ਼ਵਨੀ ਜੀ ਨੇ ਆਪਣੇ ਪਿਛਲੇ ਲੈਕਚਰ 'ਚ ਕਿਤੇ ਸਕਾਰਾਤਮਕਤਾ ਦੀ ਗੱਲ ਕੀਤੀ ਸੀ। ਮੈਂ ਵੀ ਉਹ ਗੱਲ ਕਹਿ ਰਿਹਾ ਕਿ ਟੀਚਰ ਹਮੇਸ਼ਾ ਸਕਾਰਾਤਮਕ ਹੁੰਦਾ, ਪੋਜ਼ਿਟਿਵ ਹੁੰਦਾ। ਮੈਂ ਉਹ ਗੱਲ ਟੀਚਰ ਦੇ ਰੋਲ ਦੀ ਇਸ ਕਰਕੇ ਕਹਿ ਰਿਹਾ ਕਿ ਟੀਚਰ ਨੇਸ਼ਨ ਦਾ ਬਿਲਡਰ ਹੈ, ਕੈਰੀਅਰ ਦਾ ਬਿਲਡਰ ਹੈ, ਪਰਸਨੈਲਿਟੀ ਦਾ ਬਿਲਡਰ ਹੈ। ਇਹ ਚੀਜ਼ਾਂ ਉਹ ਮਾਪੇ ਵੀ ਨਹੀਂ ਕਰ ਸਕਦੇ। ਤੇ ਇਹ ਪੱਖੋਂ ਟੀਚਰ ਦਾ ਜਿਹੜਾ ਰੋਲ ਹੈ ਨੇਸ਼ਨ ਬਿਲਡਿੰਗ ਦਾ ਔਰ ਕੈਰੀਅਰ ਬਿਲਡਿੰਗ ਦਾ, ਤੇ ਉਹਦਾ ਦੇਣੀਆਂ ਹੀ ਨਹੀਂ ਕੋਈ ਦੇ ਸਕਦਾ। ਤਾਂ ਮੈਂ ਉਸ ਐਂਗਲ ਤੋਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ। ਦੂਜਾ ਗੱਲ ਸਿਲੇਬਸਾਂ ਦੀ ਵੀ ਥੋੜੀ ਹੋਈ ਸੀਗੀ, ਤੇ ਸਾਡੇ ਪਾਠਕ੍ਰਮ ਕਿੰਨੇ ਕੁ ਰੈਲੇਵੈਂਟ ਹੈ, ਮੈਨੂੰ ਇਹ ਗੱਲ ਵੀ ਭੁੱਖਣ ਦੀ ਜ਼ਰੂਰਤ ਮੈਂ ਚਾਹਨਾ ਕਿ ਇਹਨਾਂ ਗੱਲਾਂ ਵੱਲ ਦੇਖਿਆ ਜਾਵੇ। ਅਸੀਂ ਕਈ ਵਾਰੀ ਮੈਂ ਛੇਤੀ ਗੱਲ ਇਸ ਕਰਕੇ ਵੀ ਕਰਾਂਗਾ ਕਿ ਕੁਝ ਗੱਲਾਂ ਆ ਗਈਆਂ ਨੇ। ਅਸੀਂ ਕਈ ਵਾਰੀ ਇਹੋ ਜਿਹੀਆਂ ਕਿਤਾਬਾਂ ਅਸੀਂ ਪੜ੍ਹਨੀਆਂ ਤਾਂ ਕੀ ਹੈ, ਅਸੀਂ ਪਾਠਕ੍ਰਮ 'ਚ ਕਈ ਵਾਰੀ ਇਹੋ ਜਿਹੀਆਂ ਕਿਤਾਬਾਂ ਲਗਾ ਦਿੰਦੇ ਜਿਹੜੀ ਮਾਰਕੀਟ 'ਚ ਮਿਲਦੀਆਂ ਹੀ ਨਹੀਂ। ਉਹ ਵਿਦਿਆਰਥੀ ਵਿਚਾਰੇ ਭਟਕਦੇ ਰਹਿੰਦੇ ਕਿ ਸਰ ਉਹ ਕਿਤਾਬ ਨਹੀਂ ਮਿਲਦੀ। ਤਾਂ ਇਹਨਾਂ ਗੱਲਾਂ ਨੂੰ ਵੱਲ ਗੌਰ ਕਰਨ ਦੀ ਔਰ ਧਿਆਨ ਦੇਣ ਦੀ ਲੋੜ ਹੈ। ਅਸੀਂ ਬੜਾ ਕਿਹਾ ਕਿ ਅੰਗਰੇਜ਼ਾਂ ਦੀ ਸਿੱਖਿਆ ਨੀਤੀ ਚੱਲ ਰਹੀ ਹੈ ਔਰ ਸਾਰੇ ਇਹ ਕਹਿੰਦੇ ਵੀ ਉਹਨਾਂ ਦੀ ਕਲਰਕ ਪੈਦਾ ਕਰੋ ਵਾਲੀ ਨੀਤੀ ਸੀ, ਤੇ ਠੀਕ ਹੈ, ਪਰ ਕੀ ਅਸੀਂ ਹੁਣ ਆਪਣੀ ਸਿੱਖਿਆ ਨੀਤੀ ਆਪਣੇ ਅਨੁਕੂਲ ਬਣਾ ਲਈਏ? ਜੋ ਸਾਡੇ ਲੋੜ ਹੈ, ਜੋ ਸਾਡੀਆਂ ਜ਼ਰੂਰਤਾਂ ਨੇ, ਕੀ ਸਾਡੀ ਹੁਣ ਵਿਦਿਆ ਨੀਤੀ ਸਾਨੂੰ ਆਪਣੇ ਦੇ ਸਮਰੱਥ ਬਣਾਉਂਦੀ ਹੈ? ਇਹ ਜਿਹੜੀ ਗੱਲ ਹੁਣੇ ਨਿਰਮਲ ਜੌੜਾ ਨੇ ਬੜੀ ਖੂਬਸੂਰਤ ਕਹੀ ਸੀ ਕਿ ਜਿਹੜਾ ਸਿਧਾਂਤ ਦੇ ਵਿੱਚ ਤੇ ਵਿਹਾਰ ਦੇ ਵਿੱਚ ਫਰਕ ਹੈ। ਅਕਸਰ ਅਸੀਂ ਇਹ ਕਿਉਂ ਸੁਣਦੇ ਹਾਂ ਕਿ ਬੱਚੇ ਕਹਿੰਦੇ ਆ ਕਿ ਸਰ ਤੁਸੀਂ ਸਿਲੇਬਸ ਵਿੱਚ ਜੋ ਪੜ੍ਹਾਇਆ ਸੀ ਉਹ ਸਾਡੀ ਜ਼ਿੰਦਗੀ 'ਚ ਕੰਮ ਹੀ ਨਹੀਂ ਆਇਆ। ਉਹ ਕੰਮ ਕਿਉਂ ਨਹੀਂ ਆਇਆ? ਇਹ ਸਾਰੀਆਂ ਗੱਲਾਂ ਸਿਲੇਬਸ ਦੀਆਂ, ਪਾਠਕ੍ਰਮ ਦੀਆਂ, ਜੀਵਨ ਦੇ ਵਿੱਚ ਵਿਹਾਰ ਦੀਆਂ, ਇਹ ਸਾਡੇ ਸਿੱਖਿਆ ਸ਼ਾਸਤਰੀਆਂ ਦੀਆਂ ਗੱਲਾਂ। ਡਾਕਟਰ ਅਸ਼ਵਨੀ ਭੱਲਾ ਵਰਗੇ ਵਿਦਵਾਨਾਂ ਦੀਆਂ ਤੇ ਉਹਨਾਂ ਦੀਆਂ ਟੀਮਾਂ ਦੀਆਂ ਗੱਲਾਂ, ਤੇ ਉਹ ਸੋਚਣ ਇਸ ਗੱਲ ਨੂੰ ਕਿ ਕਿੰਨਾ ਕੁ ਰੈਲੇਵੈਂਟ ਅਸੀਂ ਆਪਣੇ ਪਾਠਕ੍ਰਮਾਂ ਨੂੰ, ਸਿੱਖਿਆ ਨੀਤੀ ਨੂੰ ਬਣਾਉਣਾ। ਫਿਰ ਇੱਕ ਗੱਲ ਹੁਣ ਵੀ ਥੋੜੀ ਜਿਹੀ ਹੋਈ, ਪਹਿਲਾਂ ਵੀ ਹੋਈ ਸੀ, ਕਿ ਇੱਕ ਮੁੱਦਾ ਇਹ ਆਇਆ ਕਿ ਸਿੱਖਿਆ ਨੂੰ ਜੌਬ ਨਾਲ ਨਾ ਰਿਲੇਟ। ਮੈਂ ਇਸ ਗੱਲ ਦੇ ਹੱਕ ਵਿੱਚ ਨਹੀਂ ਕਿ ਜੌਬ, ਸਾਡੀ ਸਿੱਖਿਆ ਨੀਤੀ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਕਿ ਮੁਲਕ ਦੇ ਵਿੱਚ ਬੇਰੁਜ਼ਗਾਰੀ ਪੈਦਾ ਹੋ ਜਾਵੇ। ਜੌਬ ਦੀ ਲੋੜ ਹੈ, ਜੌਬ ਦੇ ਅਸੀਂ ਸਮਰੱਥ ਬਣਾਉਣਾ, ਪਰ ਜੌਬ ਦਾ ਮੇਰਾ ਇੱਥੇ ਭਾਵ ਸਕਿੱਲ ਤੋਂ ਹੈ। ਬੜੀ ਵਧੀਆ ਗੱਲ ਹੋਈ ਕਿ ਇਹਨੂੰ ਵਪਾਰ ਬਣਾ ਦਿੱਤਾ, ਉਹ ਠੀਕ ਹੈ, ਉਹਦੇ ਜਿਹੜੇ ਦੋਸ਼ ਨੇ ਉਹਦਾ ਇੱਕ ਆਪਣਾ ਲੈਵਲ ਹੈ, ਉੱਥੇ ਅਸੀਂ ਉਹਨਾਂ ਦੋਸ਼ਾਂ ਨੂੰ ਦੂਰ ਕਰੀਏ, ਪਰ ਅਸੀਂ ਸਕਿੱਲ ਡਿਵੈਲਪਮੈਂਟ ਵੱਲ ਧਿਆਨ ਦੇਈਏ, ਯੋਗਤਾ ਸਿਰਜਣਾ ਕਰੀਏ, ਯੋਗ ਬਣਾਈਏ, ਯੋਗ ਅਧਿਆਪਕ ਬਣਾਈਏ, ਸਬਜੈਕਟ ਦੇ ਵਿੱਚ ਯੋਗ ਬਣਾਈਏ। ਉਹ ਜਿਹੜੀ ਯੋਗਤਾ ਹੈ ਸਕਿੱਲ ਦੀ, ਉਹ ਜ਼ਰੂਰੀ ਹੈ, ਪਰ ਨਾਲ ਹੀ ਨਾਲ ਬਹੁਤ ਜ਼ਰੂਰੀ ਹੈ ਕਿ ਇੱਕ ਚੰਗਾ ਇਨਸਾਨ ਵੀ ਹੈ। ਸਾਡੇ ਮੁਲਕ ਨੂੰ ਚੰਗੇ ਡਾਕਟਰਾਂ ਦੀ, ਚੰਗੇ ਤਕਨੀਕਾਂ ਦੀ, ਚੰਗੇ ਮਾਹਿਰ ਵਿਗਿਆਨੀਆਂ ਦੀ ਬਹੁਤ ਲੋੜ ਹੈ, ਪਰ ਜ਼ਰੂਰੀ ਹੈ ਕਿ ਉਹ ਇੱਕ ਚੰਗਾ ਡਾਕਟਰ, ਚੰਗਾ ਇਨਸਾਨ ਵੀ। ਤੇ ਇਨਸਾਨ ਚੰਗਾ ਹੋਣ ਦੇ ਲਈ ਇਹ ਜਿਹੜੀ ਗੱਲ ਸੰਸਕ੍ਰਿਤੀ ਦੀ ਤੇ ਸੱਭਿਆਚਾਰ ਦੀ ਹੋਣੇ ਹੋਈ ਹੈ, ਉਹੋ ਹੀ ਮੈਂ ਕਹਿ ਰਿਹਾ ਕਿ ਮੇਰਾ ਪਰਿਪੇਖ ਹੋਗਾ। ਮੈਂ ਜਿੰਨੀਆਂ ਗੱਲਾਂ ਸਿੱਖਿਆ ਬਾਰੇ, ਅਧਿਆਪਨ ਬਾਰੇ, ਸਾਰਥਕ ਜੀਵਨ ਬਣਾਉਣ ਬਾਰੇ ਕਹਿਣਾ ਹੈ, ਉਹ ਮੈਂ ਸੱਭਿਆਚਾਰ ਦੇ ਪਰਿਪੇਖ ਵਿੱਚ, ਸੱਭਿਆਚਾਰ ਦੀ ਚੇਤਨਾ ਦੇ ਪਰਿਪੇਖ ਵਿੱਚ, ਜਾਂ ਸੱਭਿਆਚਾਰਕ ਜਾਗਰੂਕਤਾ ਦੇ ਸੰਦਰਭ ਵਿੱਚ ਤੁਹਾਡੇ ਨਾਲ ਜ਼ਿਆਦਾ ਗੱਲ ਕਰਨੀ ਚਾਹਾਂਗਾ। ਤੇ ਸੰਖੇਪ ਚ ਕੁਝ ਗੱਲਾਂ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਬੜੀ ਸਹੀ ਗੱਲ ਹੈ ਕਿ ਸਿੱਖਿਆ ਦੇ ਲਈ, ਸਿੱਖਿਆ ਦਾ ਵੱਡਾ ਜਿਹੜਾ ਮਤਲਬ ਹੈ ਉਹ ਸਾਡੀ ਕਿਸੇ ਵੀ ਵਿਦਿਆਰਥੀ ਦੀ ਪਰਸਨੈਲਿਟੀ ਦੀ ਫੁੱਲ ਡਿਵੈਲਪਮੈਂਟ ਹੈ। ਉਹਨੂੰ ਅਸੀਂ ਕਿਤਾਬੀ ਕੀੜਾ ਨਹੀਂ ਬਣਾਉਣਾ। ਜਿਸ ਤਰ੍ਹਾਂ ਨਿਰਮਲ ਜੌੜਾ ਨੇ ਬੜਾ ਵਧੀਆ ਕਿਹਾ ਕਿ ਉਹ
ਐਕਟੀਵਿਟੀਜ਼ ਵੀ ਪਾਰਟਿਸਿਪੇਟ ਕਰੇ, ਖੇਡਾਂ ਵਿੱਚ ਪਾਰਟਿਸਿਪੇਟ ਕਰੇ, ਡੈਕਲੇਮੇਸ਼ਨ ਵਿੱਚ, ਹੋਰ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਪਾਰਟਿਸਿਪੇਟ ਕਰੇ, ਉਹਦੀ ਪਰਸਨੈਲਿਟੀ ਦਾ ਪੂਰਾ ਨਿਖਾਰ ਹੋਵੇ। ਪੂਰਾ ਨਿਖਾਰ ਹੀ ਸਾਰਥਕ ਵਿਦਿਆ ਦਾ ਜਿਹੜਾ ਮੰਤਵ ਹੈ ਤੇ ਪ੍ਰਯੋਜਨ। ਸਾਰਥਕ ਜੀਵਨ ਉੱਤੇ ਬੜਾ ਬਲ ਚੱਲ ਰਿਹਾ ਕਿਉਂਕਿ ਸਾਡਾ ਮੇਨ ਮੁੱਦਾ ਹੀ ਇਹ ਹੈ। ਤੇ ਮੈਂ ਕਿਹਾ ਤੇ ਦੋ ਤਰ੍ਹਾਂ ਦਾ ਜੀਵਨ ਕਹਿ ਲਓ ਸਮਝਿਆ ਜਾ ਸਕਦਾ। ਇੱਕ ਤੇ ਆਮ ਜੀਵਨ ਹੈ ਕਿ ਅਸੀਂ ਜਿਉਂਦੇ ਹਾਂ, ਉਹ ਹੁੰਦਾ ਨਾ ਸੁਬਹ ਹੋਤੀ ਹੈ ਸ਼ਾਮ ਹੋਤੀ ਹੈ, ਜ਼ਿੰਦਗੀ यूं ही तमाम होती है, ਖਾਂਦੇ ਹਾਂ ਪੀਂਦੇ ਹਾਂ ਸੌਂਦੇ ਹਾਂ ਹੈ ਤੇ ਸੁਖੀ ਹਾਂ। ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਕਿਹਾ ਨਾ ਕਿ ਸੁਖੀਆ ਸਾਰਾ ਜਹਾਨ ਹੈ, ਖਾਵੇ ਔਰ ਸੋਵੇ। ਇੱਕ ਤਾਂ ਇਹ ਜੀਵਨ ਦਾ ਆਮ ਪੱਧਰ ਹੈ ਜਿਹੜਾ ਅਗਿਆਨਤਾ ਵਾਲਾ ਵੀ ਹੈ, ਜਿਹੜਾ ਜੇ ਗਿਆਨ ਵੱਲ ਨਹੀਂ ਤੁਰਿਆ। ਤੇ ਦੂਜਾ ਜੀਵਨ ਜਿਹਦੇ ਵੱਲ ਭਗਤ ਜੀ ਕਹਿੰਦੇ ਕਿ ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਵੇ। ਇਹ ਜਾਗਦਾ ਰੋਂਦਾ ਕਿਉਂ ਪਿਆ? ਇਹ ਬੜਾ ਵੱਡਾ ਕੁਐਸਚਨ। ਇਹ ਜਾਗਦਾ ਰੋਂਦਾ ਇਸ ਕਰਕੇ ਹੈ ਕਿ ਥੋੜਾ ਗਿਆਨ ਹੋ ਗਿਆ। ਜਿਹਨੂੰ ਥੋੜਾ ਗਿਆਨ ਹੋ ਜਾਂਦਾ ਨਾ, ਉਹਨੂੰ ਇਹ ਪਤਾ ਲੱਗ ਜਾਂਦਾ ਕਿ ਮੇਰੇ ਤੋਂ ਵੱਡਾ ਗਿਆਨੀ ਹੋਰ ਕੋਈ। ਇਹ ਜਿਹੜਾ ਅਭਾਵ ਹੈ ਸਾਡੀ ਜ਼ਿੰਦਗੀ ਵਿੱਚ, ਅਭਾਵ ਦਾ ਅਹਿਸਾਸ ਸਾਨੂੰ ਆਉਂਦਾ। ਤੋ ਇਸ ਕਰਕੇ ਫਿਰ ਉਹ ਔਖਾ ਰਸਤਾ ਹੈ। ਗਿਆਨ ਦਾ ਰਸਤਾ ਔਖਾ ਰਸਤਾ ਹੈ, ਸਾਰਥਕਤਾ ਦਾ ਰਸਤਾ ਔਖਾ ਰਸਤਾ, ਕਠਿਨ ਮਾਰੇਗਾ। ਪਰ ਜਿਹਨੂੰ ਚੇਤਨਾ ਆ ਗਈ, ਜਿਹਦੇ ਵਿੱਚ ਚੇਤਨਾ ਜਾਗ ਪਈ, ਜਿਹਨੂੰ ਲਗਨ ਲੱਗ ਗਈ, ਉਹਨੇ ਸੌਖੇ ਰਸਤੇ ਉੱਤੇ ਚੱਲਣਾ। ਤੇ ਸੋਚਣਾ ਹੈ ਤੇ ਜਾਗਣਾ ਹੈ ਤੇ ਰੋਣਾ ਵੀ ਹੈ। ਤੋ ਇਹ ਇੱਕ ਜ਼ਿੰਦਗੀ ਦਾ ਬੜਾ ਉਚੇਰਾ ਪੱਧਰ ਹੈ ਸਾਰਥਕ ਜੀਵਨ ਵਾਲਾ, ਕਿ ਜਿੱਥੇ ਅਸੀਂ ਕੋਈ ਯੋਗਦਾਨ ਪਾ ਰਹੇ ਹਾਂ। ਅਸੀਂ ਸਾਡੀ ਭੂਮਿਕਾ ਕੋਈ ਬੜੀ ਚੰਗੀ ਭੂਮਿਕਾ ਹੈ ਜਿਹਦੇ ਵਿੱਚ ਅਸੀਂ ਕਿਸੇ ਦੀ ਮਦਦ ਕਰ ਰਹੇ ਹਾਂ, ਕਿਸੇ ਦਾ ਮਦਦਗਾਰ, ਕਿਸੇ ਦਾ ਹਮਦਰਦ ਬਣ ਰਹੇ ਹਾਂ, ਕਿਸੇ ਦੇ ਲਈ ਕੋਈ ਕੰਟਰੀਬਿਊਸ਼ਨ ਸਾਡੀ ਹੋ ਰਹੀ ਹੈ, ਕੋਈ ਮੰਗਲ ਕਾਮਨਾ, ਕੋਈ ਕਲਿਆਣਕਾਰੀ ਕੰਮ ਕਰਦੇ ਪਏ। ਜਿਹੜਾ ਕਿ ਇਹ ਸੰਸਥਾ ਕਰਦੀ ਪਈ ਹੈ ਸਾਰਾ ਕਲਿਆਣਕਾਰੀ ਕੰਮ ਹੈ, ਮੰਗਲ ਕਾਮਨਾ ਨਾਲ ਕੀਤਾ ਜਾ ਰਿਹਾ, ਕਿਸੇ ਲੋਭ ਲਾਲਚ ਵਸ ਨਹੀਂ ਕੀਤਾ ਜਾ ਰਿਹਾ। ਤੇ ਮੈਂ ਤਾਂ ਕਹਿਣਾ ਕਿ ਹਰ ਕਿਰਤ ਕਰਨ ਵਾਲਾ ਤੇ ਮਿਹਨਤ ਕਰਨ ਵਾਲਾ ਸਾਰਥਕ ਜੀਵਨ ਜੀਵੇ। ਇੱਕ ਅਧਿਆਪਕ ਹੈ, ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਇੱਕ ਕੰਮ ਹੈ, ਚਾਹੇ ਉਹ ਇੱਕ ਕਿਸਾਨ ਹੈ, ਚਾਹੇ ਉਹ ਇੱਕ ਅਧਿਆਪਕ ਹੈ ਜਾਂ ਡਾਕਟਰ ਹੈ ਜਾਂ ਇੰਜੀਨੀਅਰ ਹੈ, ਇਹ ਸਾਰੇ ਪਰਉਪਕਾਰੀ ਕੰਮ ਕਰ ਰਹੇ। ਜਿਹੜਾ ਪਰਉਪਕਾਰ ਕਰਨ ਵਾਲਾ ਜੀਵਨ ਹੈ ਉਹੀ ਸਾਰਥਕ ਜੀਵਨ ਹੈ। ਤੇ ਵਿਦਿਆ ਵੀ ਇਹੀ ਸਿਖਾਉਂਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਐਂਬਲਮ ਹੈ ਉਹਦੇ ਇਹੀ ਹੈ, ਵਿਦਿਆ ਵਿਚਾਰੇ ਤਾਂ ਪਰਉਪਕਾਰ। ਵਿਦਿਆ ਦਾ ਕੰਮ ਸਾਰਥਕ ਜੀਵਨ ਬਣਾਉਣਾ। ਤੇ ਸਾਰਥਕ ਜੀਵਨ, ਸਾਰਥਕ ਸਿੱਖਿਆ ਉਹੀ ਹੈ ਜਿਹੜੀ ਪਰਉਪਕਾਰ ਕਰਦੀ, ਜਿਹੜੀ ਦੂਜਿਆਂ ਦਾ ਭਲਾ ਕਰਦੀ। ਤੋ ਇਹ ਜਿਹੜਾ ਵਿਅਕਤੀ ਹੈ ਸਾਰਥਕ ਜੀਵਨ ਜੀਉਣ ਵਾਲਾ, ਵਕਤ ਨਹੀਂ ਗੁਆਉਂਦਾ, ਵਕਤ ਦੀ ਨਬਜ਼ ਨੂੰ ਸਮਝਦਾ ਹੈ ਔਰ ਹਰ ਪਲ ਨੂੰ ਉਹ ਕੰਟਰੀਬਿਊਟਿਵ ਬਣਾਉਣਾ ਚਾਹੁੰਦਾ ਹੈ, ਸਾਰਥਕ ਬਣਾਉਣਾ ਚਾਹੁੰਦਾ ਹੈ, ਸਾਰਥਕ ਕੰਮਾਂ ਲਈ ਸਮਝ ਰੱਖਣਾ ਚਾਹੁੰਦਾ। ਤੇ ਇਹੋ ਜਿਹੀਆਂ ਗੱਲਾਂ ਸਾਡੀ ਪਰੰਪਰਾ ਵਿੱਚ, ਸਾਡੇ ਸੱਭਿਆਚਾਰ ਵਿੱਚ ਮੌਜੂਦ ਨੇ। ਅਸੀਂ ਰੋਜ਼ ਕਹਿੰਦੇ ਹਾਂ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਸ ਤੋਂ ਵੱਡਾ ਖੂਬਸੂਰਤ ਹੋਰ ਸਾਡਾ ਸੱਭਿਆਚਾਰਕ ਚੰਗੀ ਜੀਵਨ ਜਾਚ ਦਾ ਜਾਂ ਸਾਰਥਕ ਜੀਵਨ ਜਾਚ ਦਾ ਹੋਰ ਕੀ ਹੋ ਸਕਦਾ ਕਿ ਅਸੀਂ ਮਿਹਨਤ ਕਰੀਏ, ਨਾਮ ਜਪੋ, ਉਹਦੀ ਗੱਲ ਵੀ ਮੈਂ ਕਰਦਾ, ਤੇ ਵੰਡ ਛਕੋ, ਦੂਜਿਆਂ ਦੇ ਨਾਲ ਉਹਨੂੰ ਸ਼ੇਅਰ ਕਰੋ, ਦੂਜਿਆਂ ਦੇ ਨਾਲ ਉਹਨਾਂ ਦਾ ਕੋਈ ਨਾ ਕੋਈ ਭਾਗ ਲਿਆਓ, ਉਹਨਾਂ ਨੂੰ ਕੋਈ ਫਾਇਦਾ ਦਿਓ, ਉਹਨਾਂ ਨੂੰ ਕੋਈ ਲਾਭ ਪਹੁੰਚਾਓ। ਤੇ ਜਿਹੜੀ ਗੱਲ ਨਾਮ ਜਪਣ ਦੀ ਆ, ਅੱਜ ਦੇ ਜੀਵਨ ਦੇ ਵਿੱਚ ਵੱਡੇ ਵੱਡੇ ਸਾਇੰਸਦਾਨਾਂ ਨੇ ਅਧਿਆਤਮਕ ਪ੍ਰਾਪਤੀ ਨੂੰ ਬੜਾ ਉੱਚਾ ਦਰਜਾ ਦਿੱਤਾ। ਤੇ ਸਾਡੇ ਜੀਵਨ ਦੇ ਵਿੱਚ ਜਿਹੜੀ ਅਧਿਆਤਮਕ ਪ੍ਰਾਪਤੀ ਹੈ, ਭਾਰਤੀ ਪਰੰਪਰਾ ਹੀ ਹੈ ਕਿ ਪੁਰਸ਼ਾਰਥ ਦੀ ਪ੍ਰਾਪਤੀ ਦੇ ਲਈ ਸਾਰਾ ਕੰਮ ਕਰੋ। ਧਰਮ, ਅਰਥ, ਕਾਮ, ਮੋਕਸ਼, ਪੁਰਸ਼ਾਰਥ ਦੀ ਪ੍ਰਾਪਤੀ, ਇਹ ਸਾਰੇ ਪੱਖ ਇਹਦੇ ਚ ਆ ਜਾਂਦੇ ਨੇ। ਤੋਂ ਇਹ ਬੜਾ ਸਾਰਥਕ ਜੀਵਨ ਜੀਉਣ ਦਾ ਇੱਕ ਮਾਡਲ ਹੈ ਸਾਡੇ ਕੋਲ, ਜਿਹੜਾ ਸਾਡੇ ਸੱਭਿਆਚਾਰ ਵਿੱਚ, ਸਾਡੀ ਸਾਰੀ ਪਰੰਪਰਾ ਦੇ ਵਿੱਚ ਪਿਆ ਹੈ।
तो ज्ञान की गल, ज्ञान परंपरा की गल हुई है, भारतीय ज्ञान परंपरा की गल हुई है, तो मैं कहना कि साडा जिहड़ा मूल जड़ है, जिहड़ी जिहड़ी दुखदाई है, वो अज्ञानता है। साडियां बहुतियां समस्यावां की जड़ ही अज्ञानता है। यह ज्ञान भी होना बहुत वड्डी बीमारी है, जिहड़े कई तरह के समाजिक कह लो ईवल्स पैदा करती है। ते सिक्ख्या दी इत्थे फिर लोड़ है। निर्मल जौड़ा की गल वल मैं फिर आना, बहुत अच्छा कहा तुसीं, सिक्ख्या फॉर्मल इनफॉर्मल दोहां रूपां विच, दोहां दा महत्व। सिर्फ लोड़ है सेध दी कि सानू सेध दे राही असी ही साडी सिक्ख्या साडी अज्ञानता का जिहड़ा अंधकार है वो मिटा रही है, ज्ञान का कोई चानना, ज्ञान का प्रकाश सानू दे रही है। ये सिक्ख्या का बहुत वड्डा कह लो काम है। इहदे लई फिर मैं सभ्याचारक मुल्लां उत्ते, साडियां सभ्याचारक कदरां कीमतां उत्ते, नैतिकता उत्ते, इहनूं मैं एक बहुत वड्डा अपना वड्डा सरमाया समझना। ते इहदे ते बहुत वड्डी मैं इहनूं अहमियत इस करके दिंदा क्योंकि यही सार्थक जीवन के निर्माण दे विच सहाई हुंदी है। लाइफ नूं गुड लाइफ जां सार्थक लाइफ विच तब्दील करना, ये सफलता सारी साडी सभ्याचारक जीवन जाच दे उपर, जीवन जाच दे मुल्लां दी कदर दे उपर निर्भर करदी है। जिंदगी विच संबंधां दा ते आपसी संबंधां दा भी महत्व वो इसे पक्ष तो ही सामने आउंदा है। मैं थोड़ा संखेप होर करके अपनी गल तुहाडे तक पूरी मुकम्मल करांगा कि फिर एक पक्ष मेरे सामने ये है कि सभ्याचार के नजरिए तो कि असी सारे मनुख, सारी ह्यूमैनिटी एक है, एक समान है, असी वखरे नहीं है, एक दूजे नाल मेल ही नहीं खाते, इको परिवार के जी एक दूजे नाल मेल नहीं खाते। तो वर्गापन ते वखरापन ये साडे जीवन जाच दे विच नाल नाल चलता है। साडे सभ्याचार का आधार भी है कि असी वर्गे भी हाँ ते असी वखरे भी, ते इत्थों तक तो सारा कुछ ठीक ठाक है, पर सुभाविक भी है। मुश्किलां उत्थे पैदा होंदियां ने जिथे एक सभ्याचार दूजे सभ्याचार नूं स्वीकार नहीं करता, अस्वीकार ही नहीं, नफरत करता ते घटिया दसदा। उत्थे समस्यावां पैदा होंदियां जिथे कोई अपनी हैजमनी या प्रभुता स्थापित करता है। ते यह है कि मैं ठीक हाँ तो दूजा गलत है, मैं सुपीरियर हाँ तो बाकी सारे इनफीरियर ने। यह जिहड़ी रुचि है सभ्याचारां दे विच, ये तुसीं देखो देश विच विदेशां विच सारे दुनिया दे विच यह जिहड़ी रुचि है, ये वध तों वध मुश्किलां, वध तों वध टकराव, वध तों वध वैर विरोध और वध तों वध दंगे फसाद ये पैदा कर रहे कि अपने नूं सुपीरियर कहना, दूसरे नूं इनफीरियर बनना। ते अज दा जमाना आ गया पोस्ट मॉडर्निज्म का, ते बस्तीवादी उत्तर बस्तीवादी युग है जिन्हें सानू बहुत गल्लां दे विच सेध दित्ती। इहदे विच सब तो वड्डी उन्होंने सेध ये दित्ती है कि हुण तक्कन ये जिहड़ा यूरोपीयन ते अंग्रेजी सभ्यता या सभ्याचार ने साडे उपर जिहड़ा दाबा पाया होया सी, ये तीन गल्लां करके पाया। तीन गल्लां करके पाया सी। ऑक्सीडेंट कहने असीं इन्हां यूरोपीयन कल्चर दे ऑक्सीडेंट, कि इन्हां ने हुण तक ने दाबा रखिया होया कि असी सुपीरियर, असी मैच्योर हाँ ते असी मैस्कुलिन, ते असी एनोबलिंग काम ये दस्या सानू, बड़ा नोबल काम असी ये कर रहे हैं कि असी पछड़े होया नू ते अज्ञानता वालियां नू ज्ञान दे रहे हैं, पछड़े होया वालियां नू विकास करके ते अगाह लिया रहे, इस करके असी तुहानू कॉलोनाइज कर रहे। तो इन्होंने सानू कॉलोनाइज कर लिया, अफ्रीका कॉलोनाइज हो गया, हिंदुस्तान कॉलोनाइज हो गया, होर मुल्क हो गए। तो ये जिहड़ी सोच पोस्ट मॉडर्निज्म की आई कि जिहदे च होया कि इन्होंने सानू हाशियाग्रस्त कर दिता,
ਸਾਨੂੰ ਮਾਰਜਨਲਾਈਜ਼ ਕਰ ਦਿੱਤਾ ਤੇ ਸਾਨੂੰ ਆਪਣੀ ਪਛਾਣ, ਆਪਣੇ ਸੱਭਿਆਚਾਰਕ ਸ਼ਨਾਖਤ, ਆਪਣੀ ਸੱਭਿਆਚਾਰ ਦੀ ਮਹੱਤਤਾ ਤੇ ਸਾਰਥਕਤਾ ਨੂੰ ਸਮਝਣਾ ਚਾਹੀਦਾ। ਤੇ ਇਹ ਬਿਲਕੁਲ ਨਹੀਂ ਕਹਿਣਾ ਚਾਹੀਦਾ ਕਿ ਕੋਈ ਸਾਡੇ ਤੋਂ ਸੁਪੀਰੀਅਰ, ਅਸੀਂ ਵੀ ਸੁਪੀਰੀਅਰ ਆ। ਚਲੋ ਠੀਕ ਹੈ, ਮੈਂ ਫਿਰ ਉਸ ਆਦਰ ਭਾਵ ਵਾਲਾ ਨਾ ਜਿਹੜਾ ਨਿਰਮਲ ਜੌੜਾ ਨੇ ਬੜੇ ਪਿਆਰ ਨਾਲ ਕਿਹਾ, ਇਹ ਆਦਰ ਭਾਵ ਹੈ ਕਿ ਚਲੋ ਅਸੀਂ ਤੁਹਾਡਾ ਆਦਰ ਕਰਦੇ ਹਾਂ, ਤੁਸੀਂ ਸਾਡਾ ਆਦਰ ਕਰੋ। ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਸਮਝੋ, ਸਾਨੂੰ ਐਕਸਪਲੋਇਟ ਕਰ ਰਹੇ ਹੋ ਤੁਸੀਂ। ਇਹਦੀ ਆੜ ਹੇਠ ਇਹ ਸਾਰਾ ਪੋਲੀਟੀਕਲ ਪ੍ਰੋਗਰਾਮ, ਇਹਦੀ ਆੜ ਹੇਠ ਤੁਸੀਂ ਸਾਨੂੰ ਐਕਸਪਲੋਇਟ ਕਰ ਰਹੇ ਹੋ। ਸਾਡੇ ਰਿਸੋਰਸਿਸ ਸਾਰੇ ਲੈ ਕੇ ਉਹਦੀਆਂ ਚੀਜ਼ਾਂ ਬਣਾ ਕੇ ਸਾਡੇ ਉੱਤੇ ਹੀ ਮਹਿੰਗੀਆਂ ਕੀਮਤਾਂ ਦੇ ਨਾਲ ਸਾਡੇ ਉੱਤੇ ਥੋਪ ਰਹੇ ਹੋ। ਇਹੋ ਜਿਹੀਆਂ ਰਿਪੋਰਟਾਂ ਜਿਹੜੀਆਂ ਆਈਆਂ ਜਾਂ ਇਹੋ ਜਿਹੀਆਂ ਜਿਹੜੀਆਂ ਸਟੱਡੀਜ਼ ਆਈਆਂ ਕਿ ਵੱਡਾ ਸੱਭਿਆਚਾਰ ਛੋਟੇ ਸੱਭਿਆਚਾਰ ਨੂੰ ਹੜਪ ਰਿਹਾ, ਜਿਹੜੀ ਲੈਂਗੁਏਜ ਹੈ ਉਹ ਸਾਡੀਆਂ ਮਾਂ ਬੋਲੀਆਂ ਨੂੰ ਖਤਮ ਕਰ ਰਹੀਆਂ ਨੇ, ਇਹ ਸਾਰੀਆਂ ਜਿਹੜੀਆਂ ਨੀਤੀਆਂ, ਕੂਟਨੀਤੀਆਂ ਸਾਹਮਣੇ ਆਈਆਂ, ਇਹਦੀ ਅਵੇਅਰਨੈਸ ਬਹੁਤ ਲੋੜ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਸਿੱਖਿਆ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ। ਡਾਇਸਪੋਰਾ ਦੀਆਂ, ਸਾਡੇ ਆਸਟ੍ਰੇਲੀਆ ਵਾਲੇ ਡਾਕਟਰ ਸਾਹਿਬ ਵੀ ਬੈਠੇ ਹੋਏ ਨੇ, ਮਹੇਸ਼ ਸ਼ਾਇਦ ਉਹਨਾਂ ਦਾ ਨਾਮ ਹੈ, ਤਾਂ ਜਿਹੜੀ ਸਾਡੀ ਡਾਇਸਪੋਰਾ ਦੀਆਂ ਪ੍ਰੋਬਲਮ ਹੈ, ਸਕੈਟਰਡ ਡਾਇਸਪੋਰਾ। ਫਿਰ ਸਬਾਲਟਰਨ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਹਾਸ਼ੀਆਗ੍ਰਸਤ ਜਿਹੜੇ ਹੋਏ ਆ ਅਸੀਂ, ਉਹਨਾਂ ਦੀਆਂ ਸਮੱਸਿਆਵਾਂ ਨੇ, ਪੀੜਤ ਤੇ ਦਲਿਤ ਵਰਗ ਦੀਆਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਇਹ ਸਾਰੀਆਂ ਇਹਨਾਂ ਦੀ ਸਮੱਸਿਆ ਕੀ ਹੈ ਕਿ ਇਹਨਾਂ ਦੀ ਆਵਾਜ਼ ਉਠਾਉਣ ਵਾਲਾ ਕੋਈ ਨਹੀਂ। ਇਹਨਾਂ ਕੋਲ ਕੀ ਕਹਿੰਦੇ ਆ ਕਿ ਇੰਸਟੀਟਿਊਸ਼ਨਲ ਰੈਟੀਫਿਕੇਸ਼ਨ ਚਾਹੀਦੀ ਹੈ। ਦੇ ਡੋਂਟ ਹੈਵ ਦੀ ਇੰਸਟੀਟਿਊਸ਼ਨਲ ਰੈਟੀਫਿਕੇਸ਼ਨ। ਮੈਂ ਪੰਜਾਬੀ ਚ ਕਹਿਣਾ ਕਿ ਇਹਨਾਂ ਦੇ ਕੋਲ ਵਕੀਲ ਨਹੀਂ ਹੈਗੇ। ਉਹ ਕਹਿੰਦੇ ਨਾ ਬਾਜ, ਪੰਜਾਬੀ ਕਹਿੰਦੇ ਬਾਜ ਵਕੀਲਾਂ ਮੁਸ਼ਕਲ ਬਣੀਆਂ। तो मुश्किल है कि इन्हां दी आवाज पहुंचाने वाला, तो अज वो आवाज उठाई जा रही है। पर किस एंगल तो उठा रही है जा रही, जिस एंगल तो मैं तुहाडे नाल गल कर रहा, सभ्याचार दे एंगल तो। ये क्या चाह रहा कि तुसीं सभ्याचारक ग्रुपां विच सामने आओ ते अपनी आवाज नूं सभ्याचारक चेतना दे नाल, सभ्याचारक शनाख्त दे नाल सामने लिआओ। तो ये थर्ड वर्ल्ड दीयां जिहड़ियां अज दे उत्तर आधुनिक दौर दीयां ਜਿਹੜੀਆਂ ਸਮੱਸਿਆਵਾਂ ਨੇ ਜਾਂ ਜਿਹੜੀ ਚੇਤਨਾ ਹੈ, ਇਹ ਸੱਭਿਆਚਾਰ ਦੇ ਮਹੱਤਵ ਤੋਂ ਬਿਨਾਂ ਇਹਨਾਂ ਦੀ ਸਮਝ ਨਹੀਂ ਆ ਸਕਦੀ। ਸਾਨੂੰ ਆਪਣੇ ਸੱਭਿਆਚਾਰ ਦੀ ਮਹੱਤਤਾ, ਆਪਣੀ ਪਰੰਪਰਾ ਦਾ ਗੌਰਵ, ਉਹਦੇ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ, ਧਿਆਨ ਹੀ ਨਹੀਂ ਦੇਣਾ, ਉਹਨੂੰ ਅਪਣਾਉਣ ਦੀ ਜ਼ਰੂਰਤ। ਤਾਂ ਇਹ ਜਿਹੜੀ ਇੱਕ ਹੋਰ ਜ਼ਰੂਰੀ ਪੱਖ ਜਿਹੜਾ ਇਸ ਉੱਤਰ ਆਧੁਨਿਕ ਦੌਰ ਚ ਆਇਆ ਪੋਸਟਮਾਰਟਮ ਦਾ, ਉਹ ਆਇਆ ਪਲੂਰੈਲਿਟੀ ਦਾ। ਇਹ ਪਲੂਰੈਲਿਟੀ ਬਹੁ ਪੱਖਤਾ, ਬਹੁ ਭਾਸ਼ਾਈ ਪੱਖ, ਬਹੁ ਸੱਭਿਆਚਾਰਕ ਪੱਖ, ਉਹਨਾਂ ਨੂੰ ਸਾਰਿਆਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ। ਇੱਕ ਸੈਂਟਰੈਲਿਟੀ ਦੇ ਉੱਤੇ ਹੁਣ ਅਸੀਂ ਕੇਂਦਰਿਤ ਨਹੀਂ ਰਹਿੰਦੇ। ਅਸੀਂ ਮਲਟੀ ਲੈਂਗੁਏਜਨੈਸ, ਮਲਟੀ ਕਲਚਰਲ ਸਿਚੁਏਸ਼ਨ ਦੇ ਪੱਖਾਂ ਨੂੰ ਮਹੱਤਵ ਦੇ ਰਹੇ ਹਾਂ ਜਾਂ ਮਾਨਤਾ ਦੇ ਰਹੇ ਹਾਂ, ਜਾਂ ਸਾਰੀਆਂ ਆਵਾਜ਼ਾਂ ਦਾ ਮਹੱਤਵ ਇਕੱਠਾ ਹੋ ਰਿਹਾ। ਤਾਂ ਇਹ ਮਲਟੀ ਜਿਹੜਾ ਮਾਡਲ ਹੈ ਤੇ ਸਾਡੇ ਸੱਭਿਆਚਾਰ ਚ ਤਾਂ ਪਹਿਲਾਂ ਹੀ ਪਿਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੈਂ ਮਿਸਾਲ ਦਿਆਂ ਕਿ ਸਾਡੀ ਸਾਰੀ ਭਾਰਤ ਦੀ ਵਿਦਿਆ ਪ੍ਰਣਾਲੀ ਦੇ ਵਿੱਚ ਸ਼ਬਦ ਨੂੰ ਜਿਹੜਾ ਗੁਰੂ ਦਾ ਦਰਜਾ ਦਿੱਤਾ ਗਿਆ, ਉਹ ਪੋਥੀ ਜਾਂ ਉਹ ਗ੍ਰੰਥ ਜਿਹਦੇ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਸੰਤਾਂ ਦੀ, ਭਗਤਾਂ ਦੀ ਤੇ ਸੂਫੀ ਬਾਣੀ ਵੀ ਹੈ, ਉਹਨੂੰ ਗੁਰੂ ਦਾ ਦਰਜਾ ਸ਼ਬਦ ਨੂੰ ਦਿੱਤਾ ਤੇ ਪ੍ਰਗਟ ਗੁਰਾਂ ਕੀ ਦੇ ਮੰਨਿਆ ਜਾਂਦਾ ਹੈ। ਉਹ ਐਡਾ ਮਹਾਨ ਮਾਡਲ ਹੈ ਸਾਡੇ ਕੋਲ ਕਿ ਅਸੀਂ ਕਿਸ ਤਰ੍ਹਾਂ ਬਰਾਬਰੀ ਨਹੀਂ, ਪੂਰਾ ਮਾਨ, ਆਦਰ, ਸਤਿਕਾਰ ਬਰਾਬਰ ਦਾ ਦੇ ਰਿਹਾ। ਇਹ ਸਿੱਖਿਆ ਦੇ ਵਿੱਚ, ਸਿੱਖਿਆ ਦੇ ਖੇਤਰ ਦੀ, ਵਿਦਿਆ ਦੇ ਖੇਤਰ ਦੀ ਸਾਰੀ ਦੁਨੀਆ ਦੇ ਚ ਇਸ ਤੋਂ ਵੱਡੀ ਮਿਸਾਲ ਸ਼ਾਇਦ ਘੱਟ ਹੀ ਮਿਲਦੀ ਹੈ। ਸਾਡੇ ਹੋਰ ਵੀ ਬੜੇ ਸੱਭਿਆਚਾਰਕ ਗੁਣ ਨੇ ਜਿਹੜੇ ਸਾਡੇ ਵਿਰਸੇ ਚ ਸਾਡੇ ਕੋਲ ਹੈ, ਪਰ ਮੈਂ ਇੱਕ ਕਮੀ ਵੱਲ ਇਸ਼ਾਰਾ ਕਰਨਾ ਚਾਹੁੰਦਾ। ਉਹ ਕਮੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਹੀ ਕਿ ਅਸੀਂ, ਤੇ ਉਹ ਇਹ ਸਵਾਲ ਹੋਇਆ ਕਿ ਦੁਨੀਆ 'ਚ ਸਭ ਤੋਂ ਉੱਚੀ ਚੀਜ਼ ਕਿਹੜੀ ਹੈ। ਤਾਂ ਸਾਰੀ ਫਿਲਾਸਫੀ ਚਿੰਤਨ ਇਹ ਕਹਿੰਦਾ ਕਿ ਦੁਨੀਆ 'ਚ ਸਭ ਤੋਂ ਉੱਚੀ ਚੀਜ਼ ਸੱਚ ਹੈ, ਸੱਚਾਈ ਹੈ। ਤਾਂ ਉਹ ਕਹਿੰਦੇ ਨਹੀਂ, ਇਹਦੇ ਤੋਂ ਵੀ ਉੱਚੀ ਚੀਜ਼ ਹੈ
ਉਹ ਹੈ ਸੱਚ ਜੀਣਾ, ਸੱਚ ਨੂੰ ਲਿਵ ਕਰਨਾ, ਸੱਚ ਦਾ ਵਿਹਾਰ ਕਰਨਾ। ਇਹ ਸਭ ਤੋਂ ਔਖਾ ਕੰਮ ਹੈ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਟਰੁਥ ਇਜ਼ ਹਾਇਰ ਬਟ ਸਟਿਲ ਹਾਇਰ ਇਜ਼ ਦਾ ਟਰੂਥਫੁਲ ਲਿਵਿੰਗ। ਤੋ ਅਸੀਂ ਵਿਹਾਰ ਦੇ ਵਿੱਚ ਪਛੜਦੇ ਹਾਂ। ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਸ਼ਾਇਦ ਮੈਂ ਵੀ ਕਰਦਾ ਪਿਆ ਹਾਂ, ਪਰ ਕੀ ਪਰਖ ਤੈਅ ਹੋਵੇਗੀ ਤੇ ਅਮਲਾਂ ਦੇ ਉੱਤੇ ਨਿਬੇੜਾ ਹੋਏਗਾ। ਪਰਖ ਤੈਅ ਹੋਏਗੀ ਕਿ ਵਿਹਾਰ ਵਿੱਚ ਅਸੀਂ ਪੂਰੇ ਉਤਰ ਰਹੇ ਹਾਂ ਕਿ ਨਹੀਂ ਉਤਰ ਰਹੇ। ਤੋ ਸਾਨੂੰ ਉਹ ਪ੍ਰੋਫੈਸਰ ਪੂਰਨ ਸਿੰਘ ਦੀ ਵੀ ਮੈਂ ਇੱਕ ਗੱਲ ਛੋਟੀ ਜਿਹੀ ਨਾਲ ਜੋੜਾਂ ਕਿ ਉਹ ਕਹਿੰਦੇ ਆ ਕਿ ਮੈਂ ਇੱਕ ਪੜ੍ਹੇ ਲਿਖੇ ਨੂੰ, ਹੁਣ ਉੱਥੇ ਲੋਕੀ ਕਹਿੰਦੇ ਕਿ ਉਹਨਾਂ ਨੇ ਪੜ੍ਹੇ ਨੌਜਵਾਨ ਦੀ ਗੱਲ ਕੀਤੀ ਤਾਂ ਕੀ ਪੜ੍ਹਾਈ ਨਹੀਂ ਚਾਹੀਦੀ। ਉਹਨਾਂ ਨੇ ਪੜ੍ਹੇ ਦੀ ਨਹੀਂ ਗੱਲ ਕਹੀ, ਉਹਨਾਂ ਨੇ ਗਿਆਨਵਾਨ ਦੇ ਵਿਹਾਰ ਦੀ ਗੱਲ ਕਹੀ ਹੈ ਕਿ ਤੂੰ ਤਾਂ ਗਿਆਨੀ ਹੈ ਤੇ ਤੇਰਾ ਵਿਹਾਰ ਕਿੱਥੇ ਹੈ। ਕਿ ਮੈਂ ਇੱਕ ਪੜ੍ਹੇ ਨੌਜਵਾਨ ਨੂੰ ਮੈਂ ਪੁੱਛਿਆ, ਉਹ ਸਾਡਾ ਅਨਪੜ੍ਹਾਂ ਦਾ ਪੁਰਾਣਾ ਗਠੀਲਾ ਸੀ, ਟੁੱਟ ਗਿਆ ਭਾਈਚਾਰਾ ਕਿੱਥੇ। ਇਹ ਅੱਜ ਦੀ ਲੋੜ ਕਿ ਸਾਡਾ ਉਹ ਜਿਹੜਾ ਗਠੀਲਾ ਸੱਭਿਆਚਾਰ ਹੈ, ਉਹ ਜਿਹੜਾ ਸਾਡਾ ਅਨਟੁੱਟ ਭਾਈਚਾਰਾ ਸੀ, ਉਹ ਕਿੱਥੇ ਗਵਾਚ ਗਿਆ। ਉਹ ਹਿੱਤ ਕਿੱਥੇ, ਪਿਆਰ ਕਿੱਥੇ, ਉਹ ਸਾਡਾ ਹੱਸ ਬੋਲਣਾ, ਇਹ ਕਿੱਥੇ ਚਲਾ ਗਿਆ ਸਾਰਾ ਕੁਝ। ਤੁਸੀਂ ਆਸੇ-ਪਾਸੇ ਝਾਤੀ ਮਾਰੋ, ਆਂਢੀ ਗੁਆਂਢੀ ਤੁਹਾਡੇ, ਤੁਹਾਡੇ ਕੁਲੀਗ, ਤੁਹਾਡੇ ਕੈਰੀਅਰ ਵਿੱਚ ਹੋਰ, ਉਹ ਤੁਹਾਨੂੰ ਦੇਖ ਹੀ ਨਹੀਂ ਸਿਖਾਉਂਦੇ। ਉਹ ਸਾਰਾ ਹਿੱਤ ਕਿੱਥੇ ਚਲਾ ਗਿਆ, ਇੰਨਾ ਕੋਰਾਪਨ ਕਿੱਥੋਂ ਆ ਗਿਆ। ਤੋ ਇਹ ਵਿਹਾਰ ਦੀ ਜਿਹੜੀ ਕਮੀ ਹੈ, ਆਪਸੀ ਭਾਵਨਾ ਦੇ ਵਿੱਚ ਕਮੀ ਹੈ, ਮੈਂ ਉਹਦੇ ਵੱਲ ਇਸ਼ਾਰਾ ਕੀਤਾ। ਕੋਵਿਡ ਦੀ ਗੱਲ ਹੋ ਰਹੀ ਸੀ, ਤਾਂ ਇਹ ਜਿਹੜਾ ਟੁਗੇਦਰਨੈਸ ਹੈ, ਜਿਹੜਾ ਕਿ ਸਾਡੇ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਮੁੱਲ ਹੈ, ਇਹਦੀ ਇਸ ਅੱਜ ਦੇ ਵਿੱਚ, ਅੱਜ ਦੇ ਕੋਵਿਡ ਦੇ ਸਮੇਂ ਦੇ ਵਿੱਚ, ਇਸ ਮਹਾਮਾਰੀ ਦੇ ਵਿੱਚ ਤੇ ਇਸ ਘੋਰ ਸੰਕਟ ਦੇ ਵਿੱਚ ਇਹ ਟੁਗੇਦਰਨੈਸ ਨਾਲ ਹੀ ਹੱਲ ਹੋਣਾ। ਤੇ ਇਸੇ ਲਈ ਅੱਜ ਦੇ ਜਿਹੜੇ ਕੀ ਵਰਡਸ ਨੇ ਸਾਡੇ, ਉਹ ਇਹੋ ਹੀ ਨੇ, ਟੁਗੇਦਰਨੈਸ, ਕੋਆਪਰੇਸ਼ਨ, ਆਪਸੀ ਤਾਲਮੇਲ, ਸਹਿਯੋਗ, ਸੰਗਠਨ, ਸਾਂਝੇ ਉਪਰਾਲੇ ਤੇ ਹੋਰ ਪਾਰ ਰਾਸ਼ਟਰੀਅਤਾ ਦੀਆਂ ਗੱਲਾਂ ਹੋ ਰਹੀਆਂ ਨੇ। ਅਜੇ ਸਾਹਿਬ ਮੇਰੇ ਕੋਲ ਕਿੰਨਾ ਕੁ ਟਾਈਮ ਹੈ, ਮੈਂ ਉਸ ਹਿਸਾਬ ਨਾਲ ਆਪਣੀ ਗੱਲ ਸਮੇਟਣੀ ਚਾਹਾਂਗਾ। ਡਾਕਟਰ ਅਸ਼ਵਨੀ ਭੱਲਾ ਜੀ। ਜੀ ਸਰ, ਜੀ ਟਾਈਮ ਦਾ ਮੈਨੂੰ ਦੱਸਣਾ ਕਿ ਬਸ ਆਪਣਾ 3-4 ਮਿੰਟ ਸਰ ਲੈ ਲਓ ਜੀ ਹੋਰ। 3-4 ਮਿੰਟ ਜਮਾ 3-4 ਮਿੰਟ ਹੋਰ ਕਰ ਦੇਣੇ। ਠੀਕ ਹੈ ਜੀ ਠੀਕ ਹੈ। तो वूका वर्ड है VUCA कि आज का जमाना वोलाटाइल है, अनसर्टन है, कॉम्पलैक्स है, एम्बिगुअस है। ये जिहड़ियां चेतनावां ने जरूरी ने। मैं एक होर गल हार्ड पावर दी ते सॉफ्ट पावर दी तुहाडे नाल करना चाहुंदा। आज दुनिया विच जिहड़ी हार्ड पावर है उहदे विच साइंस, टेक्नोलॉजी, मिलिटरी वारफेयर, सैटेलाइट, मिसाइल्स, ये सारा कुछ आंदा पिया ते हर मुल्क अगांह वधदा जे चल रहा है। इसने चेतना जगाई है कि दूजी एक पावर सॉफ्ट पावर है। तो सॉफ्ट पावर का सबजैक्ट बड़ा इंपॉर्टेंट बन गया कि असी मनुखी कदरां कीमतां का भी ध्यान देइए, असी कलावां दा, साहित दा, सभ्याचार के महत्व वाल दे पक्षां दा भी ध्यान देइए, तां पूरा विकास। तो हार्ड पावर के नाल नाल सॉफ्ट पावर की महत्ता भी उन्नी वध के अगे आई। सो मैं गल कंक्लूड करांगा कि सिक्ख्या प्रणाली ਉੱਪਰ ਅਸੀਂ ਬਸਤੀਵਾਦੀ ਜਿਹੜੇ ਪ੍ਰਭਾਵ ਹੈ ਇਹਨਾਂ ਤੋਂ ਮੁਕਤ ਹੋਈਏ, ਆਪਣੀ ਅਨੁਕੂਲ ਯੋਜਨਾ ਬੰਦੀ ਕਰੀਏ। ਮੈਂ ਕਹਿੰਦਾ ਕਿ ਸਿੱਖਿਆ ਉਹ ਹੈ ਜਿਹੜੀ ਸੰਘਰਸ਼ ਕਰਨਾ ਸਿਖਾਵੇ, ਸਿੱਖਿਆ ਉਹ ਹੈ ਜਿਹੜੀ ਸਮੱਸਿਆਵਾਂ ਦਾ ਸਮਾਧਾਨ ਲੱਭਣਾ ਸਿਖਾਏ, ਸਿੱਖਿਆ ਉਹ ਹੈ ਚੰਗੇ ਮੰਦੇ ਦਾ ਨਿਖੇੜ ਕਰਨ ਦੀ ਸੂਝ ਦੇਵੇ, ਸਿੱਖਿਆ ਉਹ ਹੈ ਜੋ ਨਿਰਣਾ ਲੈ ਸਕਣ ਦੀ ਯੋਗਤਾ ਦੇਵੇ, ਲਗਨ, ਕਮਿਟਮੈਂਟ ਤੇ ਹਮਦਰਦੀ ਤੇ ਸਹਿਯੋਗ ਦੀ ਭਾਵਨਾ ਨੂੰ ਜਗਾਵੇ ਤੇ सार्थक ते उपयोगी ते विहारक बनावे। विहार की बहुत महत्ता है ते वड्डा मकसद सार्थक जीवन का यह है कि लाइफ ठीक है, बड़ियां समस्यावां ने। तो मैं कहना कि साडी सिक्ख्या का मकसद यह है टू क्रिएट स्ट्रोंग पॉजिटिव, टू कैंसल आउट नेगेटिव। ये सारियां विचारां मैं तुहाडे नाल साझा कीतियां। तुहाडा बहुत धन्नवाद है। पर मेरी एक होर पक्ष तुहाडे नाल ओहदे लई मैं 3-4 मिनट तां ही अश्विनी भल्ला जी तो मंगे कि कुछ मुद्दे जिहड़े मैं उठाए अपने
ਭਾਸ਼ਣ 'ਚ, ਉਹ ਮੈਨੂੰ ਅਸ਼ਵਨੀ ਭੱਲਾ ਦੀਆਂ ਕਵਿਤਾਵਾਂ ਵਿੱਚੋਂ ਬੜੇ ਖੂਬਸੂਰਤ ਲੱਗੇ ਤੇ ਮੈਂ ਸਿਰਫ ਉਹ ਤੁਹਾਡੇ ਨਾਲ 2 ਮਿੰਟ 'ਚ ਸਾਂਝੇ ਕਰਦਾ। ਦੇਖੋ, ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਅਸੀਂ ਆਪਣੇ ਆਪ ਤੱਕ ਜ਼ਿਆਦਾ ਸੀਮਤ ਹੋ ਗਏ, ਦੂਜਿਆਂ ਬਾਰੇ ਸਾਡਾ ਯੋਗਦਾਨ ਜਾਂ ਧਿਆਨ ਘਟਿਆ। तो अश्विनी भल्ला की कहते अपनी तो इंतजार ना कर, बड़ी खूबसूरत इन्हां दा काव्य संग्रह है। ਉਹਦੇ ਚ ਕਹਿੰਦੇ ਆ ਸਿਰਫ ਆਪਣੀ ਫਿਕਰ, ਨਾ ਮੁਲਕ ਦੀ ਚਿੰਤਾ, ਨਾ ਸਮਾਜ ਦਾ ਜ਼ਿਕਰ, ਸਿਰਫ ਆਪਣੇ ਘਰ ਦਾ ਚਾਕਰ ਹਾਂ, ਮੈਂ ਇਸ ਦੁਨਿਆਵੀ ਨਾਟਕ ਦਾ ਮਤਲਬੀ ਪਾਤਰ ਹਾਂ। ਇਹ ਨਿਰਮਲ ਜੋੜਾ ਜੀ ਨਾਟਕਾਂ ਦੀ ਗੱਲ ਕਰਦੇ ਸੀ ਤਾਂ ਨਾਟਕ ਵੀ ਆ ਗਿਆ ਜੇ ਦੁਨਿਆਵੀ ਤੇ ਮਤਲਬੀ ਪਾਤਰ ਵੀ ਆ ਗਿਆ। ਫਿਰ ਮੈਂ ਰਿਸ਼ਤਿਆਂ ਦੀ ਗੱਲ ਕੀਤੀ ਸੀ ਕਿ ਲਾਈਫ ਦੇ ਵਿੱਚ ਰਿਸ਼ਤਿਆਂ ਦੀ ਬੜੀ ਮਹੱਤਤਾ ਹੈ। तो गल्लां बड़ियां हो गई, थोड़ी कविता का स्वाद भी ले लिए, थोड़ा रिलैक्स करिए। जी सर जी। कहते रिश्ता कदे दूर दा नहीं हुंदा, रिश्ता बनदा है पिंजण नाल, जज्बातां नूं सिंजण नाल, मोह भिजियां तंदां नाल, वो भी दोवें पासे। ते आखिरी को होर कह लैंदे हो, बड़ा खूबसूरत है कि भाई मैं जिस तरह कहा सी कि मैं ही सुपीरियर हाँ तो बाकी सारे इनफीरियर है, मैं ही मैं हाँ ਤੇ ਨਿਜ਼ਾਮ ਨੂੰ ਮੈਂ ਰਾਹ ਪਾਣ ਤੁਰਿਆ। ਤਾਂ ਉਹਦੇ ਦੇਖੋ ਬੜਾ ਖੂਬਸੂਰਤ ਕੀ ਕਹਿੰਦੇ ਨੇ, ਪਹੁੰਚ ਮੇਰੀ ਹੈ ਸਭ ਤੋਂ ਉੱਚੀ, ਇਹ ਮੈਂ ਹੀ ਕਹਿ ਰਿਹਾ ਹੈ ਨਾ, ਪਹੁੰਚ ਮੇਰੀ ਹੈ ਸਭ ਤੋਂ ਉੱਚੀ, ਮੈਨੂੰ ਛੱਡ ਸਭ ਦੁਨੀਆ ਲੁੱਚੀ, ਮੇਰੀ ਸੋਚ ਹੀ ਸਭ ਤੋਂ ਸੁੱਚੀ, ਦੁਨੀਆ ਨੂੰ ਮੈਂ ਜਾਣਾ ਟੁੱਚੀ, ਨਿਤ ਦਿਹਾੜੇ ਕਰੀ ਮੈਂ ਜਾਵਾਂ ਗੱਲਾਂ ਕੂੜ ਪ੍ਰਚਾਰ ਦੀਆਂ, मैं ते वो नित बातां पाउंदे निजाम नूं राहे पाउण दियां, सारी दुनिया अतो कुपत्ती मैं ही कल्ला सियाणा हाँ, नुक्स मैं कढने सब दे कमी, दे दुहाइयां म्यार दियां, मैं ते वो नित बातां पाउंदे निजाम नूं राहे पाउण दियां। बहुत बहुत धन्नवाद, मेरे लिए प्रगटाए आदर दा बहुत शुक्रिया, बहुत मेहरबानी। बहुत शुक्रिया डॉक्टर सतिंदर जी। मैनूं लगदा कि मेरे कविता के शब्दां नूं तुसीं अज इस प्रोग्राम दे विच उच्चारण करके मैनूं बहुत माण दिता, और मैं एक छोटा जिहा जस्ट इंसान हाँ जो सोचदा उन्हां नूं शब्दी जामा पहनाउण दी कोशिश करीदी है ताकि वो चीज़ां जिहड़ियां साडे समाज दे विचों खत्म हुंदियां जा रहीआं, वो शायद असीं कहने तो जरूर हैं कि सब कुछ होना चाहिए, लेकिन दोष दिन्ने आ, दोष इस चीज़ का दिन्ने आ कि सरकारां कुछ नहीं करदियां, लोग कुछ नहीं करते, लेकिन कदी ये नहीं सोचते कि असी की करते हैं। जदों तक असी अपने अंदर झाती नहीं मारते, शायद इस समाज का सुधार होने वाला नहीं। इस पैंडमिक सिचुएशन दे विच कोविड के दौरान बहुत सारिया गल्लां हुंदियां रहियां, हर व्यक्ति जिहड़ा है वो सिर्फ निज़ाम नूं ही दोष दे रहा है, लेकिन किते ना किते अंदर झाती मारन की जरूरत है कि उहदे विच इंडिविजुअल तौर पे शायद मैं भी जिम्मेवार हाँ। तो आप की कर रहे जी, उस जिम्मेवारी नूं सानूं लैना पएगा। तुसीं बहुत सारियां गल्लां कीतियां, और एक वड्डी गल तुसीं ये कीती कि सिੱਖਿਆ ਦਾ मूल मंतव तां शब्द नाल जुड़िया होया ना। असीं गुरु लभदे फिरदे हां, असीं धार्मिक संस्थावां दे विच मत्था टेकण जाने आ, लेकिन साडीआं विद्यक संस्थावां सुविधावां तो भी होणीआं, उन्हां दे बारे असीं सिर्फ सरकार दे उत्ते छड्ड दित्ता। ते असीं गुरु गोबिंद सिंह जी दे ओह शब्द की हुण अज तो बाद गुरु माणिओ ग्रंथ, गुरु ग्रंथ जी माणिओ प्रगट गुरां की दे, असीं उहनूं भुੱਲ ही गए हां। असीं उच्चारण करदे हां हर रोज़ गुरुद्वारा साहिब दे विच जदों अरदास हुंदी है तां इस शब्द दा उच्चारण भी कीता जांदा, लेकिन अमली तौर ते, व्यवहारिक तौर ते शायद ਅਸੀਂ ਇਹਦੇ ਬਾਰੇ ਬਿਲਕੁਲ ਨਹੀਂ ਸੋਚਦੇ। ਜੇ ਅਜਿਹਾ ਹੁੰਦਾ ਤਾਂ ਸਾਡੇ ਵਿਦਿਅਕ ਅਦਾਰੇ ਕਿਸੇ ਵੀ ਤਰ੍ਹਾਂ ਦੀ ਸੁਵਿਧਾ ਤੋਂ ਵਿਹੂਣੇ ਨਾ ਹੁੰਦੇ। ਅੱਜ ਡਿਜੀਟਲ ਡਿਵਾਈਡ ਪੈਦਾ ਹੋ ਗਿਆ, ਸਾਡਾ ਲੱਖਾਂ ਵਿਦਿਆਰਥੀ ਘਰਾਂ 'ਚ ਬੈਠੇ ਜਿਨ੍ਹਾਂ ਕੋਲ ਮੋਬਾਈਲ ਫੋਨ ਐਂਡਰੋਇਡ ਨਾਂ ਦੀ ਕੋਈ ਚੀਜ਼ ਨਹੀਂ। ਅਸੀਂ ਗੁਰਦੁਆਰੇ 'ਚ ਮੰਦਿਰ 'ਚ 1000 ਰੁਪਇਆ 2000 ਰੁਪਇਆ ਸ਼ਾਇਦ ਸਾਲ ਦਾ ਚੜਾ ਦਿੰਦੇ ਹੋਵਾਂਗੇ, लेकिन ये नहीं सोचते कि किसी गरीब विद्यार्थी नूं ये सुविधा प्रदान कर दईए। अपने पद्धर ते सोच लीए, सानूं लंगर लाउण दी जरूरत नहीं,
ਪੰਜਾਬ ਇੰਨਾ ਕੁ ਅਮੀਰ ਹੈ ਕਿ ਕੋਈ ਵਿਅਕਤੀ ਇੱਥੇ ਭੁੱਖਾ ਨਹੀਂ ਮਰਦਾ। ਜ਼ਰੂਰਤ ਤੇ ਇਹ ਹੈ ਕਿ ਉਹ ਵਿੱਦਿਆ ਦਾ ਚਾਨਣ ਜਿਹੜਾ ਹੋਣਾ ਚਾਹੀਦਾ, ਜਿੰਨਾ ਘਰਾਂ 'ਚ ਹੋਣਾ ਚਾਹੀਦਾ, ਜਿੱਥੇ ਹਨੇਰਾ ਉੱਥੇ ਇਹ ਵਿੱਦਿਆ ਕਿਤੇ ਪਹੁੰਚ ਜਾਵੇ। ਸਾਡਾ ਮੰਤਵ ਵੀ ਇਸ ਪ੍ਰੋਗਰਾਮ ਦਾ ਇਹੀ ਹੈ। ਤੁਸੀਂ ਸਾਰੇ ਜਿਹੜੇ ਅੱਜ ਜੁੜੇ ਹੋਏ ਹੋ, ਨਿਰਮਲ ਜੌੜਾ ਜੀ, ਸਤਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਸਮਾਜ ਦੀ ਕਿੱਡੀ ਵੱਡੀ ਸੇਵਾ ਕੀਤੀ ਹੈ। ਇੱਥੇ ਸਾਰੇ ਨਿਸਵਾਰਥ ਜੁੜੇ ਹੋਏ ਨੇ। ਅੱਜ ਇਸ ਪ੍ਰੋਗਰਾਮ ਨੂੰ ਜਿੰਨੇ ਵੀ ਲੋਕ ਇਸ ਜ਼ੂਮ ਰਾਹੀਂ ਦੇਖ ਰਹੇ ਆ, ਫੇਸਬੁੱਕ ਦੇ ਉੱਪਰ ਵੀ ਮੈਂ ਦੇਖ ਰਿਹਾ ਬਹੁਤ ਸਾਰੇ ਲੋਕ ਜੁੜ ਰਹੇ ਆ ਔਰ ਉਹ ਆਪਣੇ ਆਪਣੇ ਕਮੈਂਟਸ ਵੀ ਉਹਦੇ ਉੱਤੇ ਲਿਖ ਰਹੇ ਆ। ਇਹ ਸਾਰੇ ਨਿਸਵਾਰਥ ਜੁੜੇ ਆ, ਇਹ ਕੁਝ ਨਾ ਕੁਝ ਸੋਚਦੇ ਨੇ। ਸੋ ਇਸ ਕਰਕੇ ਤੁਹਾਡੇ ਆਉਣ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜੇ ਉਹ ਸਫਲ ਹੁੰਦੇ ਆ। ਸਾਡਾ ਮੁੱਖ ਮੰਤਵ ਇਹੀ ਹੈ ਕਿ ਆਓ ਇੱਕ ਐਸਾ ਅੰਦੋਲਨ ਚਲਾਈਏ, ਕੋਈ ਵਿੱਦਿਆ ਵੀ ਹੋਣਾ ਨਾ ਰਹੇ। ਬਹੁਤ ਲੰਗਰ ਲਾ ਲਏ, ਹੁਣ ਗਿਆਨ ਦੀ ਰੌਸ਼ਨੀ ਜਿਹੜੀ ਉਹ ਜੋ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਸੀ, ਉਸ ਗਿਆਨ ਦੀ ਰੌਸ਼ਨੀ ਨੂੰ ਘਰ ਤੱਕ ਪਹੁੰਚਾ ਦਈਏ ਤੇ ਸਿੱਖਿਆ ਵਾਸਤਵ ਦੇ ਰੂਪ ਦੇ ਵਿੱਚ ਇੱਕ ਸਾਰਥਕ ਜੀਵਨ ਜਿਉਣ ਦਾ ਇੱਕ ਢੰਗ ਬਣੇ। ਤੇ ਜੇ ਅਸੀਂ ਇਹ ਸੋਚਾਂਗੇ, ਜੇ ਸਾਡਾ ਅੰਦੋਲਨ ਇਹ ਸਫਲ ਹੁੰਦਾ ਹੈ, ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਐਸੀ ਗੱਲ ਹੋਏਗੀ। ਅਸੀਂ ਯੂਨੀਵਰਸਿਟੀਆਂ ਦੇ ਲੋਗੋਜ਼ ਜਿਹੜੇ ਆ, ਜੋ ਉਹਨਾਂ ਦੇ ਸੰਦੇਸ਼ ਹੈ, ਉਹ ਲਿਖੇ ਜ਼ਰੂਰ ਹੋਇਆ। ਤੁਸੀਂ ਜ਼ਿਕਰ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਹੈ ਉਹ ਜਿਹੜਾ ਸੰਦੇਸ਼ ਹੈ, ਗੁਰੂ ਗਿਆਨ ਦੀਪਕ ਉਜਾਰਿਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਲੇਕਿਨ ਇਹਨਾਂ ਸ਼ਬਦਾਂ ਨੂੰ ਵਿਦਿਆਰਥੀਆਂ ਦੇ ਜੀਵਨ ਦੇ ਵਿੱਚ ਜਦ ਤੱਕ ਨਹੀਂ ਉਤਾਰਦੇ, ਤਦ ਤੱਕ ਸਾਡੇ ਵਿਸ਼ਵ ਵਿਦਿਆਲਿਆਂ ਦਾ ਜਿਹੜਾ ਮੰਤਵ ਹੈ ਉਹ ਪੂਰਾ ਨਹੀਂ ਹੋ ਸਕਦਾ। ਸੋ ਵਿਦਿਆ ਤਾਂ ਹੀ ਪਰਉਪਕਾਰੀ ਬਣੇਗੀ, ਗੁਰੂ ਦਾ ਜਿਹੜਾ ਗਿਆਨ ਹੈ ਉਹ ਤਾਂ ਹੀ ਦੀਪਕ ਬਣ ਕੇ ਰੋਸ਼ਨਾਈ ਕਰੇਗਾ, ਜੇਕਰ ਅਧਿਆਪਕ ਤੇ ਵਿਦਿਆਰਥੀ ਮਿਲ ਕੇ ਇਹਦੇ ਵਾਸਤੇ ਹੰਬਲਾ ਮਾਰਨਗੇ। ਮੈਂ ਹੁਣ 2 ਮਿੰਟ ਵਾਸਤੇ, 1 ਮਿੰਟ ਵਾਸਤੇ, ਮੇਰੇ 2 ਦੋਸਤ ਬੈਠੇ ਆ, ਮੈਂ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਇੱਕ ਡਾਕਟਰ JK ਗੁਲਾਟੀ ਜੀ ਹੈ, ਸਭ ਤੋਂ ਪਹਿਲਾਂ 1 ਮਿੰਟ ਵਾਸਤੇ ਉਹ, ਫਿਰ 1 ਮਿੰਟ ਵਾਸਤੇ ਮਹੇਸ਼ ਜੀ ਜਿਹੜੇ ਆਸਟ੍ਰੇਲੀਆ ਤੋਂ ਅੱਜ ਅੱਧੀ ਰਾਤ ਨੂੰ, ਉਹਨਾਂ ਦੇ ਵਾਸਤੇ ਤੇ ਮੈਨੂੰ ਲੱਗਦਾ ਅਗਲਾ ਦਿਨ ਚੜ੍ਹ ਗਿਆ। they are now on the 10th of July। ਸੋ ਪਹਿਲਾਂ ਗੁਲਾਟੀ ਸਾਹਿਬ 1 ਮਿੰਟ ਵਾਸਤੇ, ਫਿਰ ਤੁਸੀਂ ਮਹੇਸ਼ ਜੀ, ਉਸ ਤੋਂ ਬਾਅਦ ਅਸੀਂ ਇਹਦਾ ਸਮਾਪਨ ਕਰਾਂਗੇ। ਦੈਨ ਬੀਬੀ ਸਿੰਗਲਾ ਜੀ ਧੰਨਵਾਦੀ ਸ਼ਬਦ ਕਹਿਣਗੇ। ਗੁਲਾਟੀ ਸਾਹਿਬ ਅਨਮਿਊਟ ਕਰ ਲਓ ਤੁਸੀਂ। ਯੈਸ ਗੁਲਾਟੀ ਸਾਹਿਬ। ਹਾਂਜੀ ਸਰ। ਸਰ ਸਭ ਨਾਲ ਪਹਿਲੇ ਤੇ ਥੈਂਕਸ ਤੁਹਾਡਾ ਇਸ ਲੜੀ ਨੂੰ ਚਲਾਉਣ ਦਾ। ਜੌੜਾ ਸਾਹਿਬ ਨੇ ਬਹੁਤ ਵਧੀਆ ਪ੍ਰੈਕਟੀਕਲ ਗੱਲਾਂ ਕੀਤੀਆਂ। ਮੈਂ ਇਹਦੇ ਵਿੱਚ ਜਿਹੜੀ ਗੱਲ ਨੂੰ ਕੈਚ ਕੀਤਾ ਉਹ ਸ਼ਰਟ ਦੇ ਉੱਪਰ ਟਾਈ ਵਾਲੀ ਗੱਲ ਹੈ। ਤੇ ਬੀਇੰਗ ਟੀਚਰ ਮਾਈ ਸੈਲਫ, ਇਸ ਗੱਲ ਦੀ ਮੈਂ ਪੂਰੀ 100% ਸੇਮ ਓਪੀਨੀਅਨ ਰੱਖਦਾ ਕਿ ਕਲਚਰਲ ਐਕਟੀਵਿਟੀਜ਼ ਦਾ ਰੋਲ ਉੱਦਾਂ ਹੀ ਹੈ ਜਿਸ ਤਰ੍ਹਾਂ ਇੱਕ ਤੁਹਾਡੀ ਟਾਈ ਦਾ ਰੋਲ ਹੈ ਫॉर योर ਬੈਸਟ ਡਰੈਸਿੰਗ ਐਂਡ ਲੁਕਿੰਗ ਵੈਰੀ ਹੈਂਡਸਮ। ਡਾਕਟਰ ਸਤਿੰਦਰ ਸਾਹਿਬ ਮੇਰੇ ਡੀਨ ਰਹੇ ਨੇ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਮੈਂ ਉਸੇ ਯੂਨੀਵਰਸਿਟੀ ਦੇ ਵਿੱਚ ਹੀ ਕਾਰਿਆਰਤ ਹਾਂ। ਉੱਥੇ ਆਪਣੇ ਯੂਨੀਵਰਸਿਟੀ ਬਿਜ਼ਨਸ ਸਕੂਲ ਦਾ ਮੈਂ ਪ੍ਰੋਫੈਸਰ ਹਾਂ ਜਲੰਧਰ ਦੇ ਵਿੱਚ। ਤੇ ਇਹਨਾਂ ਨੇ ਬੜੀ ਡਿਟੇਲ ਦੇ ਵਿੱਚ ਗਲੋਬਲ ਲੈਵਲ ਦੀਆਂ ਗੱਲਾਂ ਔਰ ਇੱਕ ਵਰਡ ਯੂਜ਼ ਕੀਤਾ ਬੁੱਕਾ, ਵੋਲੇਟਾਈਲ, ਅਨਸਰਟਨ, ਕੰਪਲੈਕਸ ਔਰ ਐਂਬੀਗੁਅਸ। ਇਹਦੇ 'ਚ ਮੈਂ ਸਿਰਫ ਇੱਕੋ ਗੱਲ ਕਹਾਂਗਾ, ਜਿਹੜੇ ਅੱਜ ਦੇ ਪਰਿਪੇਖ 'ਚ ਹੈ ਕੋਵਿਡ ਵਰਡ ਜਿਹੜਾ ਅਸੀਂ ਬੜੇ ਯੂਜ਼ ਕਰ ਰਹੇ ਹਾਂ। ਤੇ ਕੋਵਿਡ ਦੇ ਵਿੱਚ ਬੈਠੇ ਬੈਠੇ ਮੈਨੂੰ ਇਹਦੀ ਟਰਮੀਨੋਲੋਜੀ ਥੋੜੀ ਇਦਾਂ ਲੱਗੀ ਕਿ ਐਜੂਕੇਸ਼ਨ ਸਿਸਟਮ ਅਗਰ ਉਹਦਾ ਥਰਸਟ ਏਰੀਆ ਕੋਵਿਡ ਦੇ ਇਹ ਵਰਡਸ ਦੇ ਉੱਪਰ ਫੋਕਸ ਹੋ ਜਾਏ ਤੇ ਆਈ ਥਿੰਕ ਜਿਹੜੀ ਤੁਹਾਡਾ ਐਜੂਕੇਸ਼ਨ ਫॉर ਮੀਨਿੰਗਫੁਲ ਲਾਈਫ ਹੈ ਉਹਦਾ ਇੱਕ ਪਰਿਪੱਖ ਸਾਨੂੰ ਸਾਹਮਣੇ ਆ ਸਕਦਾ ਹੈ। ਜਿਸ ਤਰ੍ਹਾਂ ਸੀ ਤੋਂ ਮੈਂ ਸਮਝਦਾ ਕੰਪੈਸ਼ਨ, O ਤੋਂ ਆਬਜੈਕਟਿਵਿਟੀ, education should be objective, education should inculcate compassion, I ਤੋਂ inward, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਨਸਾਨ ਨੂੰ ਅੰਦਰ ਝਾਕਣ ਦੀ ਲੋੜ ਹੈ। ਮੈਂ ਜਿਸ ਤਰ੍ਹਾਂ ਉਂਗਲ ਇੱਦਾਂ ਕੀਤੀ ਤੇ ਬਾਕੀ ਉਂਗਲਾਂ ਮੇਰੇ ਵੱਲ ਆ ਗਈਆਂ, ਇਹ ਮੈਂ ਭੁੱਲ ਗਿਆ। I should amend myself। I ਤੋਂ inward, V ਤੋਂ valuable, ਕਿ ਕਿੰਨੀਆਂ ਵੈਲਿਊਜ਼ ਮੈਂ ਇਨਕਲਕੇਟ ਕਰ ਪਾ ਰਿਹਾ ਆਪਣੀ ਸਟੂਡੈਂਟ ਕਮਿਊਨਿਟੀ ਦੇ ਵਿੱਚ। ਉਸ ਤੋਂ ਪਹਿਲੇ ਮੈਂ ਆਪਣਾ ਕਿੰਨੀਆਂ ਕੁ ਵੈਲਿਊਜ਼ ਆਪਣੇ ਉੱਪਰ ਰੱਖਦਾ। ਔਰ D ਤੋਂ ਡਿਲਾਈਟਫੁਲ, ਤੇ ਮੇਰੀ ਕੰਪਨੀ ਦੇ ਵਿੱਚ ਮੈਨੂੰ ਪੜ੍ਹਾਉਣ ਦੇ ਨਾਲ ਮੇਰੇ ਸਟੂਡੈਂਟ ਕਿੰਨਾ ਇੰਜੋਏ ਕਰਦੇ ਨੇ, ਕਿੰਨੇ ਖੁਸ਼ ਹੁੰਦੇ ਨੇ। तो इन चीज़ों के नाल ही मैं समझदा कि एजुकेशन फॉर मीनिंगफुल लाइफ का थोड़ा जिहा परस्पेक्टिव आप देख सकते हैं। थैंक यू वेरी मच। थैंक यू डॉक्टर गुलाटी। नाउ ओवर टू महेश जी। ਅੱਜ ਆਪਾਂ ਨੂੰ 2 ਵਿਦਵਾਨ ਮਿਲੇ ਪੰਜਾਬੀ ਵਾਲੇ। ਮੈਂ ਤਾਂ ਕਹੂੰਗਾ ਦੋਨੇ ਪੰਜਾਬੀ ਦੇ ਵਿਦਵਾਨ ਸੀ, ਰਾਈਟ। ਤਾਂ
different perspectives sige, but I think it's very valuable, contributing thoughts and cultural sensitivity ਦੀ ਗੱਲ ਕੀਤੀ ਸਤਿੰਦਰ ਜੀ ਨੇ, ਜੋੜਾ ਜੀ ਨੇ ਯੂਥ ਦੀ ਗੱਲ ਕੀਤੀ। ਦੋਨਾਂ ਦਾ ਮੀਨਿੰਗ ਇੱਕੋ ਹੀ ਹੈ ਕਿ we should come together, we should participate together for well-being of the community, and community here means education, educationists, students and everyone. I think बहुत अच्छा योगदान रहा ना दोनों का। I look forward to listening to all these speeches. Palla साहब ਦਾ बहुत ज़्यादा contribution है bringing them together. Thank you. थैंक यू डॉक्टर महेश जी। ਹੁਣ 2 ਸ਼ਬਦ ਮੈਂ ਕਹੂੰਗਾ ਕਿਉਂਕਿ ਸਾਡਾ ਨੌਜਵਾਨ ਦੋਸਤ ਮੈਂ ਦੇਖ ਰਿਹਾ ਨਿਰਮਲ ਜੋੜਾ ਜੀ ਬੈਠੇ ਨੇ, ਇਹਨੂੰ ਕਨਕਲੂਡ ਕਰੋ ਸਰ ਨਿਰਮਲ ਜੀ। सर अनम्यूट, 1 सेकंड सर अनम्यूट कर लिए। निर्मल जी करो जी अनम्यूट भाजी। हो गया सर, हो गए नहीं दोबारा फिर म्यूट कर लिया उन्होंने। ਹੁਣ ਸਰ ਆ ਰਹੀ ਆਵਾਜ਼ ਮੇਰੀ? ਹੁਣ ਆ ਰਹੀ ਜੀ। ਹਾਂਜੀ। ਅਸਲ ਸਰ ਮੈਂ ਨਾ ਮਤਲਬ ਡਾਕਟਰ ਸਤਿੰਦਰ ਸਿੰਘ ਉਹਨਾਂ ਦੀਆਂ ਗੱਲਾਂ ਦੇ ਵਿੱਚ ਇੰਨਾ ਮੈਂ ਆਪਣੇ ਆਪ ਨੂੰ ਮਤਲਬ ਖੋ ਲਿਆ ਕਿ ਮੈਂ ਬਿਲਕੁਲ ਮੈਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚ ਖੁੱਭ ਕੇ ਮੈਂ ਸੁਣ ਰਿਹਾ ਸੀਗਾ ਕਿ ਮੈਨੂੰ ਇਹ ਲੱਗਿਆ ਕਿ ਮੈਂ ਇੱਕ ਵਿਦਿਆਰਥੀ ਦੇ ਰੂਪ ਦੇ ਵਿੱਚ ਮਤਲਬ ਉਹਨਾਂ ਦੀਆਂ ਗੱਲਾਂ ਸੁਣ ਰਿਹਾ, ਜਿਵੇਂ ਇੱਕ ਅਧਿਆਪਕ ਬੋਲਦਾ ਤੇ ਮੈਂ ਉਹਨਾਂ ਨੂੰ ਮਤਲਬ ਆਪਣੇ ਆਪ ਦੇ ਵਿੱਚ ਮਤਲਬ ਮੰਨ ਲਓ ਮੈਂ ਗਾਂ ਤੋਂ ਕਿਤੇ ਲੈਕਚਰ ਦੇਣਾ ਵੀ ਹੋਵੇ ਤਾਂ ਬਹੁਤ ਸਾਰੀਆਂ ਉਹਨਾਂ ਤੋਂ ਮੈਨੂੰ ਗੱਲਾਂ ਸਿੱਖਣ ਨੂੰ ਮਿਲੀਆਂ। ਡਾਕਟਰ ਸਾਹਿਬ ਤੁਸੀਂ ਬਹੁਤ ਆਪਣੇ ਤਜਰਬੇ ਤੋਂ, ਇਹ ਸੱਚੀ ਇਹ ਗੱਲ ਬਿਲਕੁਲ ਸੱਚੀ ਹੈ ਕਿ ਇੱਕ ਤਜਰਬੇਕਾਰ ਬੰਦਾ ਤਜਰਬੇਕਾਰ ਹੀ ਹੁੰਦਾ ਔਰ ਤਜਰਬਾ ਜਿਹੜਾ ਜ਼ਿੰਦਗੀ ਦਾ ਉਹ ਬਹੁਤ ਕੀਮਤੀ ਹੁੰਦਾ। ਸੋ ਅਸੀਂ ਇਹਨਾਂ ਗੱਲਾਂ ਨੂੰ ਅਪਣਾਵਾਂਗੇ ਜੀ, ਤੁਹਾਡੇ ਸੁਨੇਹੇ ਨੂੰ ਅਸੀਂ ਨੌਜਵਾਨ ਪੀੜ੍ਹੀ ਤੱਕ ਵੀ ਲੈ ਕੇ ਜਾਵਾਂਗੇ ਔਰ ਸਾਨੂੰ ਮੌਕਾ ਮਿਲਿਆ, ਵਾਹਿਗੁਰੂ ਮੌਕਾ ਦੇਊਗਾ ਤਾਂ ਅਸੀਂ ਜ਼ਰੂਰ ਤੁਹਾਨੂੰ ਇਹਨਾਂ ਨੌਜਵਾਨਾਂ ਦੇ ਰੂਬਰੂ ਕਰਾਂਗੇ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਸੱਭਿਆਚਾਰਕ ਕਦਰਾਂ ਕੀਮਤਾਂ ਤੋਂ ਜਾਣੂ ਹੋਵੇ ਔਰ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਲੈ ਕੇ ਹੀ ਉਹ ਆਪਣੇ ਭਵਿੱਖ ਦੇ ਬਾਰੇ ਸੋਚੇ, ਆਪਣੇ ਭਵਿੱਖ ਨੂੰ ਰੋਸ਼ਨ ਬਣਾਵੇ। ਸੋ ਅਸ਼ਵਨੀ ਜੀ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਨੌਜਵਾਨ ਤੇ ਹੋਣਹਾਰ ਬੰਦੇ ਨੂੰ ਮੌਕਾ ਮਿਲਣਾ ਹੀ ਮਿਲਣਾ ਜੀ ਸਰ। ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਸਰ। ਜਿਹੜੇ ਸਤਿੰਦਰ ਜੀ ਦੇ ਵਿਚਾਰ ਸੀਗੇ ਨਾ ਉਹ ਨੌਜਵਾਨਾਂ ਵਾਲੇ ਸੀਗੇ। ਬਿਲਕੁਲ ਉਹ ਬਿਲਕੁਲ ਸਾਡੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਕੀਮਤੀ ਗੱਲਾਂ ਉਹ ਜਦੋਂ ਅਸੀਂ ਉਹਨਾਂ ਦੀ ਝੋਲੀ ਪਾਵਾਂਗੇ ਜੀ। ਹਾਂਜੀ बहुत शुक्रिया सर, बहुत शुक्रिया। मैं रिक्वेस्ट इफ डॉक्टर बीबी सिंगला जी अवेलेबल। डॉक्टर सिंगला नाउ प्लीज प्रपोज द वोट ऑफ थैंक्स। थैंक यू डॉक्टर भल्ला। पहला ਤਾਂ ਧੰਨਵਾਦ ਹੈ ਦੋਨਾਂ ਹੀ ਸਪੀਕਰਾਂ ਦਾ ਜਿਨ੍ਹਾਂ ਨੇ ਅੱਜ ਮੇਰੇ ਖਿਆਲ ਦੇ ਵਿੱਚ ਨੌਜਵਾਨ ਪੀੜ੍ਹੀ ਦੇ ਲਈ ਬੜੇ ਚੰਗੇ ਸੰਦੇਸ਼ ਦਿੱਤੇ। ਨੌਜਵਾਨ ਪੀੜ੍ਹੀ ਕਹਿਣ ਤੋਂ ਮੇਰਾ ਭਾਵ ਹੈ ਵਿਦਿਆਰਥੀਆਂ ਲਈ, ਕਿਉਂਕਿ ਜਦੋਂ ਸਿੱਖਿਆ ਤੇ ਸੱਭਿਆਚਾਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਸਿੱਖਿਆ ਤੇ ਸੱਭਿਆਚਾਰ ਦਾ ਮੀਨਿੰਗ ਅਲੱਗ ਤਰ੍ਹਾਂ ਦੇ ਨਾਲ ਲੈ ਰਹੇ ਹਾਂ। ਸਿੱਖਿਆ ਨੂੰ ਆਪਾਂ ਡਿਗਰੀ, ਸਿੱਖਿਆ ਨੂੰ ਆਪਾਂ ਆਪਣੇ ਕਾਰੋਬਾਰ ਦੇ ਨਾਲ ਜੋੜ ਰਹੇ ਹਾਂ, ਜਦੋਂ ਕਿ ਸਿੱਖਿਆ ਸਾਨੂੰ ਜ਼ਿੰਦਗੀ ਦੀ ਇੱਕ ਸੇਧ ਦੇਣ ਲਈ ਬਣਾਈ ਗਈ ਸੀ। ਸਿੱਖਿਆ ਦਾ ਅਸਲੀ ਮੰਤਵ ਪੈਸਾ ਕਮਾਉਣਾ ਨਹੀਂ ਸੀ। ਸਿੱਖਿਆ ਦਾ ਅਸਲੀ ਮੰਤਵ ਸੀ ਆਪਣੀ ਜ਼ਿੰਦਗੀ ਨੂੰ ਸੁਧਾਰਨਾ ਤੇ ਇੱਕ ਚੰਗੀ ਸੇਧ ਦੇਣਾ ਤਾਂ ਕਿ ਅਸੀਂ ਇੱਕ ਚੰਗੇ ਇਨਸਾਨ ਬਣੀਏ। ਸੱਭਿਆਚਾਰ ਨੂੰ ਅਸੀਂ ਭੁਲਾਉਂਦੇ ਜਾ ਰਹੇ ਹਾਂ। ਬੜਾ ਹੀ ਵਧੀਆ ਲੈਕਚਰ ਸਾਡੇ ਦੋਨਾਂ ਹੀ ਸਪੀਕਰਸ ਨੇ ਸਰਦਾਰ ਨਿਰਮਲ ਸਿੰਘ ਜੀ ਨੇ ਤੇ ਸਤਿੰਦਰ ਜੀ ਨੇ ਦਿੱਤਾ, ਜਿਹਦੇ ਵਿੱਚ ਸੱਭਿਆਚਾਰ ਦੀ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ। ਨੌਜਵਾਨ ਪੀੜ੍ਹੀ ਸੱਭਿਆਚਾਰ ਤੋਂ ਕਾਫੀ ਜ਼ਿਆਦਾ ਤਰੀਕੇ ਨਾਲ ਟੁੱਟ ਚੁੱਕੀ ਹੈ ਤੇ ਉਹਨੂੰ ਸਿੱਖਿਆ ਨੂੰ ਸੱਭਿਆਚਾਰ ਦੇ ਨਾਲ ਜੋੜ ਕੇ ਤੇ ਉਹਨਾਂ ਨੂੰ ਆਪਣੇ ਅੰਦਰ ਇਨਕਲਕੇਟ ਕਰਕੇ ਸਾਨੂੰ ਇੱਕ ਚੰਗਾ ਇਨਸਾਨ ਬਣਨ ਦੀ ਲੋੜ ਹੈ। ਕਰੋਨਾ ਦੇ ਕਾਰਨ ਐਜੂਕੇਸ਼ਨ ਸਿਸਟਮ ਨੂੰ ਅਸੀਂ ਕਹਿ ਰਹੇ ਹਾਂ ਕਿ ਕਾਫੀ ਨੁਕਸਾਨ ਹੋ ਰਿਹਾ ਹੈ, ਪਰ ਆਨਲਾਈਨ ਐਜੂਕੇਸ਼ਨ ਉਹਦੇ ਵਿੱਚ ਸਾਡੀ ਹੈਲਪ ਕਰ ਰਹੀ ਹੈ ਸਾਨੂੰ ਸਾਡੇ ਵਿਦਿਆਰਥੀਆਂ ਤੱਕ ਪਹੁੰਚਣ ਲਈ। ਪਰ ਮੈਨੂੰ ਲੱਗਦਾ ਹੈ ਕਿ ਸਿੱਖਿਆ ਦੇ ਰਾਹ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਸੀ ਵਿਘਨ ਨਹੀਂ ਆ ਸਕਦਾ ਜੇ ਅਸੀਂ ਸਿੱਖਿਆ ਦਾ ਅਸਲੀ ਮੰਤਵ ਤੇ ਸਿੱਖਿਆ ਦਾ ਅਸਲੀ ਤਰੀਕਾ ਅਪਣਾ ਲਈਏ। ਸਿੱਖਿਆ ਦਾ ਅਸਲੀ ਤਰੀਕਾ ਸਾਨੂੰ ਆਪਣੀ ਜਿੰਨੀ ਵੀ ਪੜ੍ਹਾਈ ਹੈ ਉਹਨੂੰ ਦਿਲ ਨਾਲ ਸਮਝਣ ਦੀ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਹੈ। ਸਿਰਫ ਉਹਦੀ ਗੱਲ ਕਰਕੇ ਸਿੱਖ ਕੇ ਪੇਪਰ ਦੇਣਾ ਸਿੱਖਿਆ ਨਹੀਂ। ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੀ ਗੱਲ ਕੀਤੀ ਗਈ ਹੈ ਕੁਝ ਥਾਵਾਂ ਦੇ ਉੱਤੇ। ਉਹ ਐਕਟੀਵਿਟੀ ਸਾਨੂੰ ਸਿਖਾਉਂਦੀਆਂ ਨੇ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਉਦਮ ਕਰਦੇ ਰਹਿਣਾ ਚਾਹੀਦਾ
ਸੋ ਬਹੁਤ ਹੀ ਵਧੀਆ ਇਹਨਾਂ ਨੇ ਲੈਕਚਰ ਦਿੱਤੇ ਨੇ ਜੀ ਸਾਡੀ ਇਸ ਨੌਜਵਾਨ ਪੀੜ੍ਹੀ ਨੂੰ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਰਦਾਰ ਨਿਰਮਲ ਸਿੰਘ ਜੀ ਜੌੜਾ ਦਾ, ਜਿਹੜੇ ਕਿ ਸਾਡੇ ਨੌਜਵਾਨ ਪੀੜ੍ਹੀ ਦੇ ਪਥ ਪ੍ਰਦਰਸ਼ਕ ਬਣੇ ਹੋਏ ਨੇ ਤੇ ਅੱਜ ਇਸ ਮਾਧਿਅਮ ਦੇ ਰਾਹੀਂ ਇਸ ਲੈਕਚਰ ਸੀਰੀਜ਼ ਦੇ ਰਾਹੀਂ ਉਹਨਾਂ ਨੇ ਇਸ ਨੌਜਵਾਨ ਪੀੜ੍ਹੀ ਨੂੰ ਇੱਕ ਨਵੀਂ ਸੇਧ ਦਿੱਤੀ ਹੈ। ਤੇ ਮੈਂ ਸਾਰਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਪਾਰਟਿਸਪੈਂਟਸ ਨੂੰ ਕਿ ਇਹਨਾਂ ਦੀਆਂ ਜਿਹੜੀਆਂ ਕਈਆਂ ਗਈਆਂ ਗੱਲਾਂ ਨੂੰ ਉਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਹਿੱਸਾ ਬਣਾਈਏ, ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ। ਤੇ ਰੋਜ਼ਾਨਾ ਸਵੇਰੇ ਉੱਠ ਕੇ ਜ਼ਰੂਰ ਸੋਚੀਏ ਕਿ ਅੱਜ ਅਸੀਂ ਕੀ ਕਰਨ ਜਾ ਰਹੇ ਹਾਂ, ਤੇ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਦੇਖੀਏ ਕਿ ਅਸੀਂ ਅੱਜ ਕੀ ਕੀਤਾ, ਤੇ ਇਹਦੇ ਨਾਲ ਬਹੁਤ ਵਧੀਆ ਸਾਨੂੰ ਫੀਲ ਹੋਏਗਾ। ਡਾਕਟਰ ਸਤਿੰਦਰ ਸਿੰਘ ਜੀ ਹੋਰਾਂ ਨੇ ਜਿਹੜੀ ਗੱਲ ਕੀਤੀ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਤਜਰਬਿਆਂ ਦੀ, ਉਹਨਾਂ ਨੇ ਸੱਭਿਆਚਾਰ ਤੇ ਸਿੱਖਿਆ ਨੂੰ ਜੋੜਿਆ, ਉਹ ਇੱਕ ਬੜੀ ਅਦਭੁਤ ਕਿਸਮ ਦੇ ਨਾਲ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਸੱਭਿਆਚਾਰ ਤੋਂ ਬਿਨਾਂ ਜੀਣਾ ਅਸਲ 'ਚ ਮੁਸ਼ਕਲ ਹੈ। ਅਸੀਂ ਜ਼ਿੰਦਗੀ ਸਿਰਫ ਲੰਘਾ ਰਹੇ ਹਾਂ, ਜੀਵਾਂਗੇ ਤਾਂ ਜੀ ਅਸੀਂ ਸੱਭਿਆਚਾਰ ਤੇ ਸਿੱਖਿਆ ਦਾ ਅਸਲੀ ਮੰਤਵ ਸਮਝਾਂਗੇ। ਬਹੁਤ ਬਹੁਤ ਧੰਨਵਾਦੀ ਹਾਂ ਮੈਂ ਦੋਨਾਂ ਸਪੀਕਰਸ ਦਾ, ਤੇ ਗੁਲਾਟੀ ਸਾਹਿਬ ਤੇ ਮਹੇਸ਼ ਜੀ ਜਿਹੜੇ ਕਿ ਸਾਡੇ ਬੜੇ ਹੀ ਰੈਗੂਲਰ ਸਾਡੇ ਇਹਦੇ ਵਿੱਚ ਜੁਆਇਨ ਕਰਦੇ ਨੇ, ਹਮੇਸ਼ਾ ਸਾਡੇ ਬੜੇ ਪਰਮ ਮਿੱਤਰ ਨੇ, ਸਾਨੂੰ ਇੱਥੇ ਆਸ਼ੀਰਵਾਦ ਦੇਣ ਆਉਂਦੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਾਰੇ ਹੀ ਪਾਰਟਿਸਪੈਂਟ ਸਿੱਖਣ ਆਉਂਦੇ ਸਰ, ਸਾਨੂੰ ਤੁਸੀਂ ਸੇਧ ਦੇ ਰਹੇ ਹੋ, ਦੇਖੋ ਤੁਹਾਡੀ ਫੋਟੋ 'ਚ ਵੀ ਸਾਨੂੰ ਤਾਂ ਬ੍ਰਹਿਮੰਡ ਨਜ਼ਰ ਆ ਰਿਹਾ ਸਰ। ਨਹੀਂ ਚੇਂਜ ਨਹੀਂ ਕਰਨਾ ਸਰ, ਇਹਨੂੰ ਆਹੀ ਰੱਖਾਂਗੇ ਆਪਾਂ। ਮੈਨੂੰ ਤੁਹਾਡੇ ਘਰ ਦੇ ਪਰਦੇ ਬਹੁਤ ਵਧੀਆ ਲੱਗ ਰਹੇ ਨੇ। ਅੱਛਾ ਅਗਲੀ ਵਾਰੀ ਸਾਰੇ ਹੀ ਪਾਰਟਿਸਪੈਂਟਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਸਾਨੂੰ ਹਮੇਸ਼ਾ ਜੁਆਇਨ ਕਰਦੇ ਨੇ, ਤੇ ਸਾਡੇ 'ਚ ਉਹਨਾਂ ਦਾ ਵਿਸ਼ਵਾਸ ਹੈ ਕਿ ਅਸੀਂ ਚੰਗੀਆਂ ਚੀਜ਼ਾਂ ਉਹਨਾਂ ਲਈ ਲੈ ਕੇ ਆਉਂਦੇ ਰਹੀਏ। ਇਹ ਵਿਸ਼ਵਾਸ ਹੀ ਸਾਨੂੰ ਮੇਰੇ ਖਿਆਲ ਦੇ ਵਿੱਚ ਮੋਟੀਵੇਟ ਕਰਦਾ ਹੈ ਕਿ ਅਸੀਂ ਹੋਰ ਤੇ ਹੋਰ ਸਪੀਕਰਾਂ ਨੂੰ ਵਧੀਆ ਨੂੰ ਲੈ ਕੇ ਆਈਏ ਤੇ ਉਹਨਾਂ ਦੇ ਨਾਲ ਰੂਬਰੂ ਕਰਾਈਏ। ਮੈਂ ਧੰਨਵਾਦੀ ਹਾਂ ਸਾਡੀ ਸਾਰੀ ਟੀਮ ਦਾ, ਜਿਹਦੇ ਵਿੱਚੋਂ ਅਸ਼ਵਨੀ ਭੱਲਾ ਜੀ ਪ੍ਰੈਜ਼ੀਡੈਂਟ, ਸਾਡੇ ਜਨਰਲ ਸੈਕਟਰੀ ਵਿਕਾਸ ਜੀ ਅੱਜ ਕਿਸੇ ਕਾਰਨ ਜੁਆਇਨ ਨਹੀਂ ਕਰ ਸਕੇ, ਸਾਡੇ ਟੈਕਨੀਕਲ ਕੋਆਰਡੀਨੇਟਰ ਐਂਡ ਜੁਆਇੰਟ ਸੈਕਟਰੀ ਰੋਹਿਤ ਸਚਦੇਵਾ ਜੀ, ਜਿਨ੍ਹਾਂ ਨੇ ਇਹ ਸਾਰੀ ਐਫਰਟ ਅਸੀਂ ਜਿਹੜੀ ਰਲ ਕੇ ਕਰ ਰਹੇ ਨੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ। ਥੈਂਕ ਯੂ ਵਨਸ ਅਗੇਨ ਭੱਲਾ ਸਾਹਿਬ, ਥੈਂਕ ਯੂ ਜੀ। थैंक यू डॉक्टर जिंदर, थैंक यू डॉक्टर जौड़ा जी, अपना गुलाटी साहब, महेश जोशी जी and all other participants, especially my team, Dr. विकास, Dr. बीबी सिंगला, रोहित जी। सो इसी तरह ਅਸੀਂ ਫਿਰ ਜੁੜਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਥੈਂਕ ਯੂ ਬੱਲਾ ਜੀ, ਗੁੱਡ ਨਾਈਟ। ਥੈਂਕ ਯੂ ਜੀ, ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ ਸਰ, ਥੈਂਕ ਯੂ ਜੀ।